पंजाब न्यूज़ लाइन ते तुहाडा स्वागत है ते मैं हाँ तुहाडा दोस्त आज़ाद। दोस्तों, इस वन सवन्नी दुनिया के विकास विच गुरु नानक, महात्मा बुद्ध, अल्बर्ट आइंस्टाइन जहे अनेकों महापुरुषों ने अपना मोहरी रोल निभाया है। मौजूदा समय विच इसे कर्म नूं समर्पित एडवोकेट HS बाठ नाल असीं गलबात करांगे, जिहड़े अमन के पैगाम नूं लैके फलस्तीन, सीरिया, पाकिस्तान समेत विश्व के 75 तो वध देशों में फेरा पा चुके हैं। वर्ल्ड पीस काउंसिल के प्रतिनिध एडवोकेट HS बाठ इन्हों जेकर असी अमन का तुरदा फिरदा दस्तावेज आखीए तो कुछ अथकथनी नहीं होगी। आओ तुहाडे नाल सांझी करते हाँ इन्हां नाल होई साडी लंबी मुलाकात के कुछ अंश। बाठ साहब, तुसी लगभग 75 देशों के वर्ल्ड दे विच घूमे, इसकी शुरुआत किस तरह हुई? ਜਿਹੜਾ ਜਦੋਂ ਸਟੂਡੈਂਟ ਸੀ ਉਸ ਵੇਲੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਮੈਂ ਪੰਜਾਬ ਦਾ ਸੈਕਟਰੀ ਸੀ। ਉਸ ਤੋਂ ਬਾਅਦ ਆਲ ਇੰਡੀਆ ਯੂਥ ਫੈਡਰੇਸ਼ਨ ਜਿਹੜੀ ਪੰਜਾਬ ਦੇ ਵਿੱਚ ਸੀ ਉਸ ਵੇਲੇ ਉਹਦਾ ਵੀ ਮੈਂ ਸੈਕਟਰੀ ਸੀ। ਤੇ ਸਟੂਡੈਂਟ ਵੇਲੇ ਜਦੋਂ MA ਤੇ ਲਾ ਕਰ ਰਹੇ ਸੀ, ਫਿਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ LLM ਸੀ, ਉਸ ਵੇਲੇ ਸਾਰੇ ਦੇ ਦੌਰਾਨ ਅਸੀਂ ਜਿਹੜੇ ਆ ਕਾਫੀ ਸਰਗਰਮ ਸਟੂਡੈਂਟ ਪੋਲਿਟਿਕਸ ਦੇ ਵਿੱਚ ਰਹੇ, ਖੱਬੇ ਪੱਖੀ ਸਟੂਡੈਂਟ ਪੋਲਿਟਿਕਸ ਦੇ ਵਿੱਚ ਅਸੀਂ ਰਹੇ। ਤੇ ਉਸ ਤੋਂ ਬਾਅਦ ਯੂਥ ਦੇ ਵਿੱਚ ਵੀ ਆਲ ਇੰਡੀਆ ਯੂਥ ਫੈਡਰੇਸ਼ਨ ਜਿਹੜੀ ਕਿ ਨੌਜਵਾਨਾਂ ਦੀ ਖੱਬੇ ਪੱਖੀ ਜਥੇਬੰਦੀ ਹਿੰਦੁਸਤਾਨ ਦੀ, ਉਹਦਾ ਮੈਂ ਪੰਜਾਬ ਦਾ ਸੈਕਟਰੀ ਸੀ। ਤੇ ਉਸ ਦੌਰਾਨ ਜਿਹੜੀ ਹੈ ਇੱਕ ਦੁਨੀਆ ਦੀ ਪੂਰੇ ਸੰਸਾਰ ਦੀ ਆਰਗੇਨਾਈਜੇਸ਼ਨ ਹੈ ਜਿਹਦਾ ਨਾਮ ਹੈ ਵਰਲਡ ਫੈਡਰੇਸ਼ਨ ਆਫ ਡੈਮੋਕ੍ਰੈਟਿਕ ਯੂਥ। 1996 ਦੇ ਵਿੱਚ ਇਹਦੀ ਜਿਹੜੀ ਇੱਕ ਵੱਡੀ ਕਾਂਗਰਸ ਹੋਈ, ਵੱਡਾ ਇਕੱਠ ਦਾ ਜਿਹੜਾ ਕਾਨਫਰੰਸ ਜਿਹੜੀ ਹੋਈ, ਉਹਦੇ ਵਿੱਚੋਂ ਜਿਹੜਾ ਇੰਡੀਆ ਦੇ ਵਿੱਚੋਂ ਜਿਹੜਾ ਇੰਡੀਆ ਨੂੰ ਚੁਣਿਆ ਗਿਆ ਕਿ ਇਹ ਜਨਰਲ ਸੈਕਟਰੀ ਤੌਰ ਦੇ ਉੱਤੇ ਇਸ ਆਰਗੇਨਾਈਜੇਸ਼ਨ ਦੇ ਜ਼ਿੰਮੇਵਾਰੀ ਜਿਹੜੀ ਸੰਭਾਲਣਗੇ। ਔਰ ਫਿਰ ਜਿਹੜਾ ਵਾ ਇੰਡੀਆ ਦੇ ਜਿਹੜੇ ਪੂਰੇ ਯੂਥ ਸੀ ਆਰਗੇਨਾਈਜੇਸ਼ਨ, ਉਹਨਾਂ ਨੇ ਮੈਨੂੰ ਜਿਹੜਾ ਜਨਰਲ ਸੈਕਟਰੀ ਦੇ ਤੌਰ ਦੇ ਉੱਤੇ ਵਰਲਡ ਫੈਡਰੇਸ਼ਨ ਆਫ ਡੈਮੋਕ੍ਰੈਟਿਕ ਯੂਥ ਜਿਹੜੀ ਸੰਸਾਰ ਦੀ ਨੌਜਵਾਨਾਂ ਦੀ ਜਥੇਬੰਦੀ ਹੈ, ਜਿਹਦਾ ਹੈੱਡਕੁਆਟਰ ਹੰਗਰੀ ਦੀ ਰਾਜਧਾਨੀ ਬੁਡਾਪੈਸਟ ਦੇ ਵਿੱਚ ਹੈ, ਉਹਦੇ ਲਈ ਮੈਨੂੰ ਜਿਹੜਾ ਚੁਣਿਆ। ਉਸ ਵੇਲੇ ਮੈਂ ਹਾਈ ਕੋਰਟ ਦੇ ਵਿੱਚ ਵਕਾਲਤ ਕਰ ਰਿਹਾ ਸੀ, ਪਰ ਕਿਉਂਕਿ ਇੱਕ ਜ਼ਿੰਮੇਵਾਰੀ ਜਥੇਬੰਦੀ ਨੇ ਦਿੱਤੀ ਸੀ, ਇਸ ਕਰਕੇ ਮੈਂ ਉਹ ਵਕਾਲਤ ਉਸ ਵੇਲੇ ਛੱਡ ਕੇ ਤੇ ਬੁਡਾਪੈਸਟ ਜਿਹੜਾ ਹੈੱਡਕੁਆਟਰ ਸੀ ਇਸ ਆਰਗੇਨਾਈਜੇਸ਼ਨ ਦਾ, ਉੱਥੇ ਜਾ ਕੇ ਜੁਆਇਨ ਕੀਤਾ। ਔਰ ਇਸ ਜਥੇਬੰਦੀ ਦੇ 125 ਦੇਸ਼ਾਂ ਦੇ ਵਿੱਚੋਂ ਉਸ ਵੇਲੇ, ਹੁਣ ਤਾਂ ਹੋਰ ਵੀ ਵੱਧ ਗਏ ਨੇ, 175 ਦੇ ਕਰੀਬ ਜਥੇਬੰਦੀਆਂ ਜਿਹੜੀਆਂ ਉਹ ਇਹਦੀਆਂ ਮੈਂਬਰ ਸੀ ਪੂਰੇ ਦੁਨੀਆ ਦੇ ਵਿੱਚ, ਚਾਹੇ ਅਫਰੀਕਾ ਹੋਵੇ, ਚਾਹੇ ਲੈਟਨ ਅਮਰੀਕਾ ਹੋਵੇ, ਚਾਹੇ ਮਿਡਲ ਈਸਟ ਦਾ ਏਰੀਆ ਹੋਵੇ, ਚਾਹੇ ਏਸ਼ੀਆ ਹੋਵੇ, ਇਹਨਾਂ ਸਾਰੇ ਯੂਰਪ ਹੋਵੇ, ਇਹਨਾਂ ਸਾਰਿਆਂ ਦੇ ਵਿੱਚੋਂ ਜਿਹੜੇ ਨੌਜਵਾਨਾਂ ਦੀਆਂ ਜਥੇਬੰਦੀਆਂ, ਉਹ ਨੌਜਵਾਨ ਜਿਹੜੇ ਅਗਾਂਹ ਵਧੂ ਆ, ਜਿਹੜੇ ਸੈਕੂਲਰ ਕਿਸਮ ਦੇ ਜਿਹੜੇ ਉਹ ਨੌਜਵਾਨ ਜਥੇਬੰਦੀਆਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਇਸ ਕਰਕੇ ਮੈਨੂੰ ਕੋਈ ਉੱਥੇ 5-6 ਸਾਲ ਬੁਡਾਪੈਸਟ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਔਰ ਉੱਥੇ ਮੇਨ ਕੰਮ ਇਹ ਸੀ ਕਿ ਜਿਹੜੀਆਂ ਵੀ ਸਾਡੀਆਂ ਮੈਂਬਰ ਆਰਗੇਨਾਈਜੇਸ਼ਨ ਵੱਖ-ਵੱਖ ਦੇਸ਼ਾਂ ਦੇ ਵਿੱਚ ਹੈ, ਅਸੀਂ ਉਹਨਾਂ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਕੋਆਰਡੀਨੇਟ ਕਰਨਾ ਹੈ। ਔਰ ਜਿਹੜੇ ਇਸ਼ੂਜ਼, ਕਾਮਨ ਇਸ਼ੂਜ਼ ਨੇ, ਉਹਨਾਂ ਦੇ ਉੱਤੇ ਸੈਮੀਨਾਰ ਕਰਨੇ, ਕਾਨਫਰੰਸਿਸ ਕਰਨੀਆਂ, ਫੈਕਟ ਫਾਈਂਡਿੰਗ ਜਿਹੜੇ ਮਿਸ਼ਨ ਹੈ ਉਹ ਵੱਖ-ਵੱਖ ਦੇਸ਼ਾਂ ਜਿੱਥੇ ਜਿੱਥੇ ਪ੍ਰੋਬਲਮ ਹੈ ਉੱਥੇ ਕਰਨੇ। ਬੱਚੇ ਜਿਹੜੇ ਆ ਉਹ ਕਿਸ ਤਰ੍ਹਾਂ ਨਾਲ ਪ੍ਰੋਬਲਮ ਫੇਸ ਕਰ ਰਹੇ ਨੇ, ਔਰ ਜਿਹੜੇ ਦੇਸ਼ਾਂ ਦੇ ਸਿਵਲ ਵਾਰਸ ਨੇ ਉਹਨਾਂ ਦੇ ਜਿਹੜੇ ਯੂਥ ਹੈ ਉਹ ਕਿਵੇਂ ਸਫਰ ਕੀਤਾ ਹੈ, ਇਹ ਸਾਰੇ ਜਿਹੜੇ ਦੇਸ਼ਾਂ ਦੇ ਵਿੱਚੋਂ ਅਸੀਂ ਜਿਹੜਾ ਵਾ ਉਹਨਾਂ ਦੇ ਨਾਲ ਤਾਲਮੇਲ ਕਰਦੇ ਸੀ। ਔਰ ਸਾਡੀ ਆਰਗੇਨਾਈਜੇਸ਼ਨ ਯੂਨਾਈਟਿਡ ਨੇਸ਼ਨ ਦੀ ਨਾਲ ਅਫੀਲੀਏਟ ਸੀ, ਔਰ ਉਹਦੀਆਂ ਵੀ ਅਸੀਂ ਜਨਰਲ ਅਸੈਂਬਲੀ ਦੇ ਵਿੱਚ ਜਿਹੜੀਆਂ ਹੋਰ ਐਕਟੀਵਿਟੀਜ਼ ਸੀ ਉਹਨਾਂ ਦੇ ਵਿੱਚ ਵੀ ਅਸੀਂ ਜਿਹੜਾ ਹਿੱਸਾ ਲੈਂਦੇ ਸੀ। ਜੀ, ਜਿੱਦਾਂ ਕਿ ਤੁਸੀਂ ਦੱਸਿਆ ਕਿ ਵਰਲਡ ਫੈਡਰੇਸ਼ਨ ਆਫ ਵਰਲਡ ਫੈਡਰੇਸ਼ਨ ਆਫ ਡੈਮੋਕ੍ਰੈਟਿਕ ਯੂਥ, ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਹੋ, ਕਿਉਂਕਿ ਅਸੀਂ ਅੱਜ ਹਰ ਥਾਂ ਤੇ ਗੱਲ ਸੁਣ ਰਹੇ ਹਾਂ, ਅਮਰੀਕਾ ਦੇ ਆਪਣੇ ਕਨਫਲਿਕਟ ਨੇ, ਪਾਕਿਸਤਾਨ ਦੇ ਆਪਣੇ ਕਨਫਲਿਕਟ ਨੇ, ਚਾਈਨਾ ਦੇ ਨਾਲ ਸਾਡੀਆਂ ਗੱਲਾਂ ਚੱਲ ਰਹੀਆਂ ਨੇ, ਸਾਰੀ ਦੁਨੀਆ ਦੇ ਵਿੱਚ ਅਸੀਂ ਦੇਖੀਏ ਤੇ ਕਨਫਲਿਕਟ ਦੀਆਂ ਗੱਲਾਂ ਚੱਲ ਰਹੀਆਂ ਨੇ। ਤੇ ਸਾਨੂੰ ਬੜਾ ਅੱਛਾ ਲੱਗ ਰਿਹਾ ਕਿ ਕੋਈ ਆਰਗੇਨਾਈਜੇਸ਼ਨ ਸ਼ਾਂਤੀ ਦੀ ਗੱਲ ਕਰ ਰਹੀ ਆ, ਲੋਕਾਂ ਨੂੰ, ਯੂਥ ਨੂੰ ਇੱਕ ਪਾਸੇ ਨੂੰ ਸ਼ਾਂਤੀ ਵੱਲ ਨੂੰ ਲੈ ਕੇ ਜਾ ਰਹੀ ਆ। ਤੇ ਮੇਰੇ ਖਿਆਲ ਦੇ ਵਿੱਚ ਇਹੀ ਇੱਕ ਜਿਹੜੀ ਇਸ ਵੇਲੇ ਵਰਲਡ ਦੀ ਲੋੜ ਹੈਗੀ ਆ, ਕਿਉਂਕਿ ਜੇ ਸ਼ਾਂਤੀ ਹੋਏਗੀ ਤਾਂ ਹੀ ਅਸੀਂ ਪ੍ਰੋਗਰੈਸ ਕਰ ਪਾਵਾਂਗੇ। ਪਰ ਅੱਜ ਦੇ ਇਹਨਾਂ ਕਿਉਂਕਿ ਸਾਰੇ ਪਾਸੇ ਕਨਫਲਿਕਟ ਚੱਲ ਰਹੇ ਨੇ, ਇਹਨਾਂ ਕਨਫਲਿਕਟਾਂ ਦੇ ਵਿੱਚੋਂ ਅੱਜ ਸ਼ਾਂਤੀ ਦੀ ਕੀ ਸਥਿਤੀ ਆ, ਇਹਦੇ ਬਾਰੇ ਥੋੜਾ ਤੁਸੀਂ ਦੱਸੋ। ਬਹੁਤ ਵਧੀਆ ਤੁਹਾਡਾ ਸਵਾਲ ਹੈ ਜੀ। ਦੇਖੋ, ਸਭ ਤੋਂ ਵੱਡੀ ਗੱਲ ਜਿਹੜੀ ਇਸ ਵੇਲੇ ਆ ਨਾ, ਛੋਟੇ-ਮੋਟੇ ਕਨਫਲਿਕਟ ਦੇਸ਼ਾਂ ਦੇ ਵਿੱਚ ਜਿਹੜੇ ਆ ਉਹ ਨੈਚੁਰਲ ਆ। ਆਪਾਂ ਜਿਵੇਂ ਕਹਿ ਦਿੰਦੇ ਹਾਂ ਕਿ ਘਰ ਦੇ ਵਿੱਚ ਜੇ 4 ਭਾਂਡੇ ਹੈ ਨਾ, ਤੇ ਉਹ ਕੁਦਰਤੀ ਗੱਲ ਹੈ ਕਿ ਖੜਕਦੇ ਨੇ ਕੁਛ ਨਾ,
ਪਰ ਸਵਾਲ ਇਹ ਹੈ ਕਿ ਉਹ ਚਾਰ ਭਾਂਡੇ ਜਿਹੜੇ ਥੋੜਾ ਬਹੁਤਾ ਤਾਂ ਖੜਕ ਲੈਣ, ਪਰ ਚਾਰ ਭਾਂਡੇ ਜਿਹੜੇ ਉਹ ਫਟ ਨਾ ਜਾਣ, ਜਿਹਦੇ ਨਾਲ ਘਰ ਹੀ ਤੇ ਜਿਹੜਾ ਵਾ ਉਹ ਢਹਿ ਢੇਰੀ ਹੋ ਜਾਵੇ। ਇਸੇ ਤਰ੍ਹਾਂ ਨਾਲ ਸਭ ਤੋਂ ਵੱਡਾ ਖਤਰਾ ਜਿਹੜਾ ਹੈ ਉਹ ਇਸ ਗੱਲ ਦਾ ਹੈ ਕਿ ਤੀਸਰੀ ਸੰਸਾਰ ਜੰਗ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਰੋਕਿਆ ਜਾਣਾ ਚਾਹੀਦਾ, ਕਿਉਂਕਿ ਇੰਨੇ ਤਬਾਹਕੁਨ ਹਥਿਆਰ ਆ ਗਏ ਨੇ। ਔਰ ਉਸ ਵੇਲੇ ਤਾਂ ਇੱਕ ਅਮਰੀਕਾ ਇੱਕੋ ਇੱਕ ਐਟਮੀ ਪਾਵਰ ਸੀ। ਅੱਜ ਤੇ ਦੇਖੋ ਅਮਰੀਕਾ ਤੋਂ ਇਲਾਵਾ ਬ੍ਰਿਟੇਨ ਹੈ, ਫਰਾਂਸ ਹੈ, ਇਜ਼ਰਾਈਲ ਹੈ, ਈਵਨ ਕਿ ਜਿਹੜਾ ਇੰਡੀਆ, ਪਾਕਿਸਤਾਨ ਤੇ ਨਾਰਥ ਕੋਰੀਆ ਵਰਗਾ ਦੇਸ਼ ਜਿਹੜਾ ਹੈ ਉਹਦੇ ਕੋਲ ਵੀ ਨਿਊਕਲੀਅਰ ਜਿਹੜੇ ਵੈਪਨਸ ਹੈ। ਚਾਈਨਾ ਜਿਹੜਾ ਉਹਦੇ ਕੋਲ ਨਿਊਕਲੀਅਰ ਵੈਪਨਸ ਹੈ। ਔਰ ਮਤਲਬ ਕਿੰਨੇ ਦੇਸ਼ ਨੇ, ਔਰ ਜੇ ਉਹਨਾਂ ਕੋਲ ਇੰਨੇ ਜਿਹੜੇ ਤਾਕਤਵਰ ਉਹ ਜਿਹੜੇ ਵੈਪਨਸ ਨੇ ਨਾ, ਨਿਊਕਲੀਅਰ ਵੈਪਨ ਜਿਹਨਾਂ ਨੂੰ ਅਸੀਂ ਕਹਿੰਦੇ ਆ, ਜਿਹੜੇ ਉਸ ਵੇਲੇ ਚਲਾਏ ਗਏ ਸੀ ਜਾਪਾਨ ਦੇ ਵਿੱਚ ਨਾਗਾਸਾਕੀ ਤੇ ਹੀਰੋਸ਼ੀਮਾ ਦੇ ਵਿੱਚ, ਉਹਦੇ ਨਾਲੋਂ ਸੈਂਕੜੇ ਗੁਣਾ ਵੱਧ ਜਿਹੜੇ ਆ ਉਹ ਤਾਕਤਵਰ ਹਥਿਆਰ ਅੱਜ ਹੈ। ਤੇ ਜੇ ਉਹਨਾਂ ਦੇ ਵਿੱਚੋਂ ਇੱਕ ਵੀ ਕਿਤੇ ਚੱਲ ਜਾਂਦਾ ਹੈ ਤਾਂ ਇਹ ਨਹੀਂ ਹੈ ਕਿ ਉਹ ਜਿੱਥੇ ਚੱਲਿਆ ਉੱਥੋਂ ਦੇ ਦੇਸ਼ ਹੀ ਸਫਰ ਕਰਨਗੇ। ਇਹਦੇ ਨਾਲ ਪੂਰੇ ਦਾ ਪੂਰਾ ਰੀਜਨ ਜਿਹੜਾ ਔਰ ਈਵਨ ਕਿ ਵਰਲਡ ਜਿਹੜੇ ਓਵਰ ਹੈ ਉਹ ਸਫਰ ਕਰਨਗੇ, ਕਿਉਂਕਿ ਜਦੋਂ ਇਹ ਚੱਲਣ ਲੱਗ ਗਏ ਤਾਂ ਫਿਰ ਰੁਕਦੇ ਹੀ ਨਹੀਂ ਹੈ। ਇਸ ਕਰਕੇ ਅੱਜ ਸਭ ਤੋਂ ਵੱਧ ਜਿਹੜੀ ਆ ਇਹ ਦੁਨੀਆ ਦੇ ਵਿੱਚ ਜਿਹੜੀ ਸ਼ਾਂਤੀ ਦੀ ਲੋੜ ਹੈ, ਪੀਸ ਦੀ ਲੋੜ ਹੈ, ਤਾਂ ਕਿ ਅਮਨ ਰਹੇ। ਜੇ ਅਮਨ ਇਸ ਦੁਨੀਆ ਦੇ ਵਿੱਚ ਰਹੇਗਾ ਤਾਂ ਹੀ ਸਾਡੀ ਜਿਹੜੀ ਜਿਹੜੀ ਕਮਿਊਨਿਟੀ ਹੈ, ਸਾਡੇ ਜਿਹੜੇ ਲੋਕ ਨੇ ਦੁਨੀਆ ਦੇ, ਉਹ ਅੱਗੇ ਜਾ ਸਕਦੇ ਨੇ। ਅੱਜ ਹੋਰ ਬਹੁਤ ਮਸਲੇ ਲੜਨ ਦੇ ਲਈ ਅਸੀਂ ਨਹੀਂ ਕਹਿੰਦੇ ਕਿ ਚੁੱਪ ਕਰਕੇ ਬੈਠ ਜੀ ਕਿ ਸਾਰਾ ਕੁਝ ਜਿਹੜਾ ਮਸਲਾ ਹੱਲ ਹੋ ਗਿਆ। ਅੱਜ ਸਭ ਤੋਂ ਵੱਧ ਲੋੜ ਜਿਹੜੀ ਹੈ ਉਹ ਗਰੀਬੀ ਦੇ ਖਿਲਾਫ ਲੜਦੀ ਹੈ। ਅਜੇ ਵੀ ਅਸੀਂ 21ਵੀਂ ਸਦੀ ਦਾ ਜਿਹੜਾ ਵਾ ਪਹਿਲੇ 2 ਦਹਾਕੇ 21ਵੀਂ ਸਦੀ ਦੇ ਲੰਘ ਚੁੱਕੇ ਹਾਂ। ਜਦੋਂ 21ਵੀਂ ਸਦੀ ਚੜ੍ਹੀ ਸੀ ਤਾਂ ਪੂਰੀ ਇੰਟਰਨੈਸ਼ਨਲ ਕਮਿਊਨਿਟੀ ਨੇ ਇਸ ਗੱਲ ਦਾ ਸਲੋਗਨ ਦਿੱਤਾ ਸੀ ਕਿ ਇਹ ਜਿਹੜੀ ਪਹਿਲੇ ਜਿਹੜੇ 2 ਦਹਾਕੇ ਹੋਣਗੇ 21ਵੀਂ ਸਦੀ ਦੇ, ਇਹਦੇ ਵਿੱਚੋਂ ਅਸੀਂ ਜਿਹੜੀ ਪਾਵਰਟੀ ਦਾ ਐਲੀਮੀਨੇਟ ਕਰਨਾ। ਪਰ ਉਹ ਪਾਵਰਟੀ ਐਲੀਮੀਨੇਟ ਅਜੇ ਨਹੀਂ ਹੋਈ। ਅਜੇ ਵੀ ਅਫਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਉਹ ਭੁੱਖੇ ਮਰ ਰਹੇ ਨੇ। ਈਵਨ ਕਿ ਸਾਡੇ ਤੁਸੀਂ ਵੇਖੋ, ਅਸੀਂ ਇੱਕ ਵੱਡਾ ਨਿਊਕਲੀਅਰ ਵੈਪਨ ਹੈ, ਵੈਪਨਰੀ ਅਸੀਂ ਦੇਸ਼ ਹੈ। ਇਸ ਸਾਊਥ ਏਸ਼ੀਅਨ ਰੀਜਨ ਦੇ ਵਿੱਚ ਬੜਾ ਡੋਮੀਨੈਂਟ ਸਾਡਾ ਹਿੰਦੁਸਤਾਨ ਹੈ। ਅਸੀਂ ਜਿਹੜੀ ਹੈ ਦੁਨੀਆ ਦੀ ਇਕਨੋਮਿਕ ਪਾਵਰ ਦੇ ਵਿੱਚ ਵੀ ਜਿਹੜਾ ਸਾਡਾ ਵਾ ਉਹ ਪਹਿਲੇ ਕੁਝ ਦੇਸ਼ਾਂ ਦੇ ਵਿੱਚ ਹੀ ਸਾਡਾ ਜਿਹੜਾ ਨਾਂ ਉਹ ਆਉਂਦਾ ਕਿ ਜਿਹਦੀ ਸਾਡੀ ਇਕਨੋਮੀ ਜਿਹੜੀ ਇੰਨੀ ਸਟਰੋਂਗ ਹੈ। ਪਰ ਇਹਦੇ ਬਾਵਜੂਦ ਵੀ ਤੁਸੀਂ ਦੇਖੋ ਸਾਡੇ ਕਰੋੜਾਂ ਲੋਕ ਜਿਹੜੇ ਆ ਉਹ ਗਰੀਬੀ ਦੇ ਨਾਲ ਜੂਝ ਰਹੇ ਨੇ। ਅਸੀਂ ਆ ਵੇਖ ਲਿਆ ਜਿਹੜਾ ਪਿੱਛੇ ਲੋਕਡਾਊਨ ਹੋਇਆ, ਤੁਸੀਂ ਇਸ ਤੋਂ ਪਹਿਲਾਂ ਤਾਂ ਸ਼ਾਇਦ ਇਹਨਾਂ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ। ਔਰ ਦੇਖੋ ਅਨਫਾਰਚੂਨੇਟਲੀ ਕਿ ਇਹ ਲੋਕਡਾਊਨ ਨੇ ਇੱਕ ਚੀਜ਼ ਜਿਹੜੀ ਦੱਬੀ ਸੀ ਲੋਕਾਂ ਦੇ ਵਿੱਚ, ਇੱਕ ਸੀਗਾ ਅਸੀਂ ਇੰਡੀਆ ਬਹੁਤ ਵੱਡਾ, ਹਿੰਦੁਸਤਾਨ ਅਸੀਂ ਬਹੁਤ ਵੱਡੀ ਤਾਕਤ ਆ, ਪਰ ਜੋ ਮਾਈਗਰੈਂਟ ਲੇਬਰ ਦੇ ਨੂੰ ਵਿਖਾਇਆ, ਜੋ ਜਿਹੜੇ ਗਰੀਬ ਲੋਕ ਨੇ ਉਹਨਾਂ ਨੇ ਕਿਵੇਂ ਜਿਹੜੇ ਹਾਲਾਤ ਫੇਸ ਕੀਤੇ ਨੇ, ਕਿਵੇਂ ਭੁੱਖ ਦੇ ਨਾਲ ਲੋਕ ਮਰੇ ਨੇ, ਕਿਵੇਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਟਰੈਵਲ ਕਰਨ ਦੇ ਲਈ ਉਹਨਾਂ ਕੋਲ ਪੈਸਾ ਨਹੀਂ ਹੈ, ਕਿਸ ਤਰ੍ਹਾਂ ਨਾਲ ਲੋਕ ਜਿਹੜੇ ਨੰਗੇ ਪੈਰ ਤੁਰੇ, ਜੋ ਉਹਨਾਂ ਦੀ ਹਾਲਾਤ ਹੋਈ। ਉਹ ਗਰੀਬੀ ਜਿਹੜੀ ਅਜੇ ਵੀ ਵੱਡੀ ਗਿਣਤੀ ਦੇ ਵਿੱਚ ਸਾਡੇ ਇਕੱਲੇ ਹਿੰਦੁਸਤਾਨ 'ਚ ਤਾਂ ਅਸੀਂ ਵੇਖੀਏ, ਦੇ ਨਾਲ ਬਾਕੀ ਸਾਡੇ ਗੁਆਂਢੀ ਦੇਸ਼ ਆ ਉਹਨਾਂ ਦੇ ਵਿੱਚ ਵੀ ਸਾਫ਼ ਤੌਰ ਦੇ ਉੱਤੇ ਅਸੀਂ ਜਿਹੜੇ ਉਹ ਵੇਖ ਰਹੇ ਹਾਂ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਕੋਲ ਲੜਦੀਆਂ, ਗਰੀਬੀ, ਅਨਪੜ੍ਹਤਾ, ਅਜੇ ਵੀ ਅਨਪੜ੍ਹਤਾ ਜਿਹੜੀ ਹੈ ਉਹ ਇੱਕ ਬਹੁਤ ਵੱਡੀ ਚੀਜ਼ ਹੈ। ਸਾਡੇ ਗੁਰੂਆਂ ਪੀਰਾਂ ਨੇ, ਪੁਰਾਣਿਆਂ ਨੇ ਖਾਸ ਕਰਕੇ ਇਸ ਨੂੰ ਇੱਕ ਵੱਡੀ ਜਿਹੜੀ ਆ ਉਹ ਸਮਾਜਿਕ ਬੁਰਾਈ ਕਰਿਆ ਕਿ ਜਿਹੜਾ ਬੰਦਾ ਪੜ੍ਹ ਲਿਖ ਨਹੀਂ ਸਕਦਾ ਥੋੜ੍ਹਾ ਬਹੁਤਾ, ਤੇ ਉਹ ਜਿਹੜਾ ਕੁਝ ਜਾਣ ਨਹੀਂ ਸਕਦਾ, ਕੁਝ ਉਹਦੇ ਵਿੱਚ ਕੌਨਸ਼ੀਅਸਨੈਸ ਨਹੀਂ ਆ ਸਕਦੀ, ਜਾਗਰਤੀ ਨਹੀਂ ਆ ਸਕਦੀ। ਇਸ ਕਰਕੇ ਸਭ ਤੋਂ ਵੱਡੀ ਚੀਜ਼ ਹੈਗੀ ਕਿ ਪੜ੍ਹਾਈ ਜਿਹੜੀ ਉਹ ਲਿਟਰੇਸੀ ਹੋਵੇ। ਪਰ ਇਸ ਦੇ ਬਾਵਜੂਦ ਵੀ ਇਹਨਾਂ ਹਾਲਤਾਂ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਵਿੱਚ ਔਰ ਅਫਰੀਕਾ ਦੇ ਵਿੱਚ ਔਰ ਬਹੁਤ ਸਾਰੇ ਹੋਰ ਦੇਸ਼ਾਂ ਦੇ ਵਿੱਚ ਅਜੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਅਨਪੜ੍ਹ ਬੈਠੇ ਹੋਏ ਨੇ। ਬੇਰੁਜ਼ਗਾਰੀ ਬਹੁਤ ਵੱਡੀ ਗਿਣਤੀ ਦੇ ਵਿੱਚ ਆ। ਹੁਣ ਅੰਕੜੇ ਦੱਸ ਰਹੇ ਨੇ ਕਿ ਈਵਨ ਹਿੰਦੁਸਤਾਨ 'ਚ 10 ਕਰੋੜ ਤੋਂ ਵੀ ਉੱਪਰ ਵੱਧ ਦੱਸ ਰਹੇ ਨੇ। ਈਵਨ ਅਮਰੀਕਾ ਦੇ ਵਿੱਚ ਵੀ ਦੱਸ ਰਹੇ ਨੇ ਕਿ ਜਦੋਂ ਦਾ ਲੋਕਡਾਊਨ ਚੱਲਿਆ ਕਿ 3 ਕਰੋੜ 4 ਕਰੋੜ ਦੇ ਲਾਗੇ ਲੋਕ ਨੇ ਜਿਹੜੇ ਬੇਰੁਜ਼ਗਾਰ ਹੋ ਕੇ, ਜਿਨ੍ਹਾਂ ਨੇ ਕਿਹਾ ਕਿ ਸਾਨੂੰ ਰਿਲੀਫ ਜਿਹੜਾ ਉਹ ਮਦਦ ਦਿੱਤੀ ਜਾਵੇ ਕਿਉਂਕਿ ਸਾਡੇ ਕੋਲ ਕੁਝ ਖਾਣ ਲਈ ਨਹੀਂ ਹੈ। ਇਸ ਕਰਕੇ ਅੱਜ ਲੋੜ ਸਭ ਤੋਂ ਵੱਡੀ ਇਹ ਚੀਜ਼ ਦੀ ਹੈ ਕਿ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਮਨੁੱਖਤਾ ਦੇ ਸਾਹਮਣੇ ਖੜੀਆਂ ਨੇ, ਜਿਹੜੇ ਇੱਕ ਆਮ ਲੋਕਾਂ ਦਾ ਚੈਲੰਜ ਹੈ, ਉਹ ਸਾਰੇ ਸੋਰਸ ਜਿਹੜੇ ਅਸੀਂ ਬੰਬ ਬਣਾਉਣ ਲਈ, ਜਿਹੜੇ ਅਸੀਂ ਲੜਾਕੂ ਜਹਾਜ਼ ਖਰੀਦਣ ਦੇ ਲਈ ਲਾ ਰਹੇ ਹਾਂ, ਜਿਹੜੇ ਅਸੀਂ ਦੁਨੀਆ ਦੀ ਤਬਾਹੀ ਵੱਲ ਖਿੱਚਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਬਣਾਉਣ 'ਤੇ ਲਾ ਰਹੇ ਹਾਂ, ਅੱਜ ਜ਼ਰੂਰਤ ਹੈ ਕਿ ਉਹ ਸਾਰੀ એનર્ਜੀ, ਉਹ ਸਾਰੇ ਸੋਰਸ ਇਸ ਚੀਜ਼ ਵੱਲ ਲਾਇਆ ਜਾਵੇ ਕਿ ਜਿਹਦੇ ਨਾਲ ਇੱਕ ਇਨਸਾਨ ਦੀ ਜ਼ਿੰਦਗੀ ਬਿਹਤਰ ਹੋਵੇ
ਉਹ ਇੱਕ ਆਪਣਾ ਇੱਜ਼ਤਦਾਰ ਜੀਵਨ ਬਤੀਤ ਕਰ ਸਕੇ, ਜਿਹਨੂੰ ਕਿਸੇ ਦੇ ਅੱਗੇ ਹੱਥ ਅੱਡਣ ਦੀ ਜਿਹੜੀ ਲੋੜ ਹੈ ਉਹ ਨਾ ਪਵੇ। ਇਹ ਅੱਜ ਲੜਾਈ ਸਭ ਤੋਂ ਵੱਡੀ ਲੜਾਈ ਇਹ ਹੈ, ਇਹ ਤਾਂ ਹੀ ਲੜੀ ਜਾ ਸਕਦੀ ਹੈ ਜੇ ਦੁਨੀਆ 'ਚ ਪੀਸ ਹੈ, ਜੇ ਦੁਨੀਆ ਦੇ ਲੋਕ ਜਿਹੜੇ ਆ ਉਹ ਆਪਸ ਵਿੱਚ ਦੋਸਤਾਨਾ ਤੌਰ ਤੇ ਰਹਿ ਰਹੇ ਨੇ, ਜਿਨ੍ਹਾਂ ਦੇ ਵਿੱਚ ਕੁੜੱਤਣ ਨਹੀਂ ਹੈ। ਇੱਕ ਦੇਸ਼ ਨੂੰ ਦੂਜੇ ਦੇਸ਼ ਦੇ ਲੋਕਾਂ ਦੇ ਖਿਲਾਫ ਨਾ ਖੜੀ ਕਰੀਏ। ਲੋਕਾਂ ਦੀਆਂ ਸਮੱਸਿਆਵਾਂ ਸਾਰੀਆਂ ਦੀਆਂ ਸਾਂਝੀਆਂ ਨੇ, ਉਹ ਸਾਂਝੀਆਂ ਸਮੱਸਿਆਵਾਂ ਦੇ ਲਈ ਅਸੀਂ ਜਿਹੜੀ ਰਲ ਕੇ ਸਾਰੇ ਲੋਕ ਜਿਹੜੇ ਆ ਉਹ ਜੰਗ ਲੜੀਏ, ਤਾਂ ਕਿ ਇਸ ਦੁਨੀਆ ਨੂੰ ਅਸੀਂ ਹੋਰ ਬਿਹਤਰ ਬਣਾ ਸਕੀਏ, ਲੋਕਾਂ ਦੀ ਜ਼ਿੰਦਗੀ ਨੂੰ ਹੋਰ ਸ਼ਾਨਦਾਰ ਬਣਾ ਸਕੀਏ, ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਚੰਗੀ ਤਰ੍ਹਾਂ ਨਾਲ ਰਹਿ ਸਕਣ। ਇਹ ਸਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਕਿ ਇੱਕ ਕਲਾਈਮੇਟ ਦਾ ਵੱਡਾ ਇਸ਼ੂ ਆ, ਹੋਰ ਬਹੁਤ ਸਾਰੇ ਇਸ਼ੂਜ਼ ਜਿਹੜੇ ਸਾਡੇ ਭੱਟ ਸਾਹਿਬ, ਜਿਸ ਤਰ੍ਹਾਂ ਕਿ ਤੁਸੀਂ ਸੀਰੀਆ ਜਾ ਕੇ ਆਏ ਹੋ, ਤੁਸੀਂ ਫਲਸਤੀਨ ਵੀ ਦੇਖਿਆ ਹੈਗਾ, ਤੁਸੀਂ ਇਸੇ ਤਰੀਕੇ ਨਾਲ ਹੋਰ ਬੜੀਆਂ ਥਾਵਾਂ ਨੇ ਜਿੱਥੇ ਵਾਰ ਟੌਰਨ ਹੈਗਾ, ਉੱਥੇ ਦੇ ਲੋਕਾਂ ਨੂੰ ਤੁਸੀਂ ਮਿਲੇ ਹੋ ਤੇ ਤੁਸੀਂ ਉਹਨਾਂ ਦੇ ਨਾਲ ਆਪਣੇ ਜਿਹੜੇ ਉਹਨਾਂ ਦੇ ਮਸਲੇ ਨੇ ਉਹ ਵੀ ਉਹਨਾਂ ਦੇ ਸੁਣੇ ਨੇ। ਉਹ ਜਿਹੜੀ ਸ਼ਾਂਤੀ ਹੈਗੀ ਆ, ਉਹ ਸ਼ਾਂਤੀ ਨੂੰ ਕਿਸ ਤਰੀਕੇ ਨਾਲ ਦੇਖਦੇ ਆ? ਦੇਖੋ ਜੀ, ਜਦੋਂ ਮੈਂ ਬਾਹਰ ਕੰਮ ਕੀ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀਆਂ ਲਾਈਫ ਜਿਹੜੀਆਂ ਹੈਗੀਆਂ ਨੇ ਕਦੇ ਨਾਰਮਲ ਹੋਣਗੀਆਂ? ਅਫਗਾਨਿਸਤਾਨ ਦੀ ਗੱਲ ਹੈਗੀ ਆ। ਮੈਂ ਸਮਝ ਲਈ ਤੁਹਾਡਾ ਸਵਾਲ, ਫਿਰ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਜਦੋਂ ਮੈਂ ਵਰਲਡ ਫੈਡਰੇਸ਼ਨ ਆਫ ਡੈਮੋਕ੍ਰੈਟਿਕ ਯੂਥ ਦਾ ਜਨਰਲ ਸੈਕਟਰੀ ਦੇ ਤੌਰ ਤੇ ਕੰਮ ਕਰ ਰਿਹਾ ਸੀ, ਤਾਂ ਸਾਨੂੰ ਐਜ਼ ਏ ਅਸਾਈਨਮੈਂਟ ਜਾਂ ਸਾਡਾ ਜਿਹੜਾ ਰਿਸਪੌਂਸਿਬਿਲਿਟੀ ਦੇ ਤੌਰ ਦੇ ਉੱਤੇ ਸਾਨੂੰ ਬਹੁਤ ਸਾਰੇ ਜਿਹੜੇ ਕਨਫਲਿਕਟ ਜਿਹੜੇ ਫੇਸ ਕਰ ਰਹੇ ਦੇਸ਼ ਹੈ ਉਹਨਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਸੀ। ਔਰ ਉੱਥੇ ਜਾ ਕੇ ਜਿਹੜਾ ਵੇਖਿਆ ਸੀ ਕਿ ਅੰਗੋਲਾ ਦੇ ਵਿੱਚ ਲੰਮਾ ਸਮਾਂ ਜਿਹੜੀ ਸਿਵਲ ਵਾਰ ਚੱਲੀ, ਔਰ ਉੱਥੋਂ ਦਾ ਬਹੁਤ ਵੱਡਾ ਏਰੀਆ ਜਿਹੜਾ ਵਾ ਉਹ ਜਿਹੜਾ ਮਾਈਨਾਂ ਦੇ ਨਾਲ ਭਰਿਆ ਪਿਆ ਸੀ। ਔਰ ਇੱਕ ਖਾਸ ਏਰੀਆ ਜਿਹੜਾ ਜਿੱਥੇ ਸਭ ਤੋਂ ਵੱਧ ਲੋਕ ਅਫੈਕਟਡ ਹੋਏ ਸੀ, ਅਸੀਂ ਉੱਥੇ ਜਾ ਕੇ ਵੇਖਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਕਿਸੇ ਦੀ ਲੱਤ ਉੱਡੀ ਹੈ, ਕਿਸੇ ਦੀ ਬਾਂਹ ਉੱਡੀ ਹੈ, ਕਿਸੇ ਦੀ ਹੋਰ ਤਰੀਕੇ ਨਾਲ ਸਫ਼ਰ ਕਰ ਰਿਹਾ ਹੈ। ਔਰ ਉਸ ਸਿਵਲ ਵਾਰ ਦੇ ਅਜੇ ਵੀ ਉਹ ਲੋਕ ਜਿਹੜੇ ਆ ਉਹ ਨਤੀਜੇ ਭੁਗਤ ਰਹੇ ਨੇ, ਔਰ ਪਤਾ ਨਹੀਂ ਕਿੰਨੇ ਸਾਲ ਲੱਗਣਗੇ, ਮਤਲਬ ਕਿੰਨੇ ਉਹਨਾਂ ਨੂੰ ਦਹਾਕੇ ਹੋ ਗਏ ਨੇ ਉਹ ਕਲੀਅਰ ਕਰਨ ਦੇ ਲਈ, ਪਰ ਅਜੇ ਵੀ ਉਹ ਪੂਰੀ ਤਰ੍ਹਾਂ ਨਾਲ ਕਲੀਅਰ ਨਹੀਂ ਕਰ ਪਾਏ। ਮਾਈਨਸ ਜਿਹੜੀਆਂ ਜ਼ਮੀਨ ਦੇ ਵਿੱਚ ਦੱਬੀਆਂ ਹੋਈਆਂ ਨੇ, ਔਰ ਅਸੀਂ ਵੀ ਜਦੋਂ ਗਏ ਤਾਂ ਸਾਨੂੰ ਇੱਕ ਖਾਸ ਹੀ ਏਰੀਏ ਦੇ ਵਿੱਚ ਲਿਜਾਇਆ ਗਿਆ ਵਿਖਾ ਕੇ, ਕਿਉਂਕਿ ਬਹੁਤ ਵੱਡਾ ਖਤਰਾ ਸੀ ਕਿ ਬਹੁਤ ਵੱਡੇ ਏਰੀਏ ਦੇ ਵਿੱਚ ਉਹ ਉੱਥੇ ਵੀ ਜਿਹੜਾ ਆਫਟਰ ਲੰਮਾ ਸਮਾਂ ਜਿਹੜਾ ਖਾਕ ਤੋਂ ਬਾਅਦ ਜਿਹੜਾ ਹੈ ਉਹ ਲੋਕ ਆਪਸ ਵਿੱਚ ਕਨਸੀਲੀਏਸ਼ਨ ਹੋਈ ਉਹਨਾਂ ਦੀ, ਔਰ ਉੱਥੇ ਅੱਜ ਸ਼ਾਂਤੀ ਨਾਲ ਲੋਕ ਜਿਹੜੇ ਆ ਉਹ ਰਹਿ ਰਹੇ ਨੇ, ਚਾਹੇ ਪ੍ਰੋਬਲਮਸ ਅਜੇ ਵੀ ਉੱਥੇ ਆ। ਇਸੇ ਤਰ੍ਹਾਂ ਦੇ ਨਾਲ ਜਿਹੜਾ ਪੈਲਸਟਾਈਨ ਔਰ ਇਜ਼ਰਾਈਲ ਦਾ ਜਿਹੜਾ ਇਸ਼ੂ ਹੈ, ਇਹਦੇ ਵਿੱਚ ਬੜੀ ਵਧੀਆ ਇੱਕ ਸੰਧੀ ਹੋਈ ਸੀ, ਜਿਹਦੇ ਵਿੱਚ ਸੀ ਕਿ ਦੋਨੋਂ ਦੇਸ਼ ਜਿਹੜੇ ਆ ਬਰਾਬਰ ਆਪਸ ਵਿੱਚ ਚੰਗੇ ਹਮਸਾਇਆ ਵਾਂਗ, ਚੰਗੇ ਗੁਆਂਢੀਆਂ ਦੇ ਵਾਂਗ ਰਹਿਣ, ਇਜ਼ਰਾਈਲ ਤੇ ਪੈਲਸਟਾਈਨ। ਪਰ ਜਿਹੜਾ ਇਜ਼ਰਾਈਲ ਹੈ, ਜਿਹਦੀ ਇੱਕ ਨੀਤੀ ਹੈ ਜਿਹਨੂੰ ਐਕਸਪੈਂਸ਼ਨਿਸਟ ਨੀਤੀ ਕਹਿੰਦੇ ਆ, ਕਿ ਆਪਣਾ ਆਪ ਨੂੰ ਹੋਰ ਵਧਾਉਣਾ, ਦੂਜੇ ਦੇ ਜ਼ਮੀਨ ਦੇ ਉੱਤੇ ਕਬਜ਼ਾ ਕਰਨਾ, ਇੱਕ ਜਿਹੜੀ ਉਹ ਨੀਤੀ ਉਹਦੇ ਵਿੱਚ ਬੈਠੀ ਆ, ਉਸ ਨੀਤੀ ਨੇ ਜਿਹੜਾ ਉਹ ਸਮਝੌਤਾ ਯਾਸਰ ਅਰਾਫਾਤ ਤੇ ਉਸ ਵੇਲੇ ਦੇ ਇਜ਼ਰਾਈਲ ਦੇ ਆਗੂ ਦੇ ਵਿੱਚ ਹੋਇਆ ਸੀ, ਉਸ ਸਮਝੌਤੇ ਨੂੰ ਇਜ਼ਰਾਈਲ ਨੇ ਤਾਰਪੀਡੋ ਕੀਤਾ। ਔਰ ਉਹ ਤਾਰਪੀਡੋ ਕਰਨ ਦਾ ਇਹ ਅੱਜ ਹਸ਼ਰ ਹੋਇਆ ਕਿ ਪੈਲਸਟਾਈਨ, ਜਿਹਨੇ ਕਿ ਇੱਕ ਇੰਡੀਪੈਂਡੈਂਟ ਦੇਸ਼ ਬਣਨਾ ਸੀ, ਫੁੱਲ ਫਲੈਜਡ ਦੇਸ਼ ਬਣਨਾ ਸੀ, ਔਰ ਆਪਣੀ ਆਜ਼ਾਦੀ ਦੇ ਨਾਲ ਔਰ ਇੱਜ਼ਤ ਮਾਣ ਦੇ ਨਾਲ ਰਹਿਣਾ ਸੀ ਇਜ਼ਰਾਈਲ ਦੇ ਬਰਾਬਰ ਰਹਿ ਕੇ, ਉਹ ਅੱਜ ਆਜ਼ਾਦ ਦੇਸ਼ ਜਿਹੜਾ ਨਹੀਂ ਬਣ ਸਕਿਆ। ਬਲਕਿ ਇਜ਼ਰਾਈਲ ਨੇ ਜਿਹੜਾ ਵਾ ਉਹਦੀਆਂ ਜਿਹੜੀਆਂ ਜ਼ਮੀਨ, ਕਿਉਂਕਿ ਤੁਹਾਨੂੰ ਦੱਸ ਦੇਵਾਂ ਕਿ ਜਿਹੜੀ ਬੇਸਿਕਲੀ ਜਿੱਥੇ ਅੱਜ ਇਜ਼ਰਾਈਲ ਬਣਿਆ ਹੋਇਆ, ਉਹ ਸਾਰੀ ਜ਼ਮੀਨ ਪੈਲਸਟਾਈਨ ਦੀ, ਹਿਸਟੋਰੀਕਲੀ ਪੈਲਸਟਾਈਨ ਦੀ ਜਿਹੜੀ ਜ਼ਮੀਨ ਹੈ, ਜਿੱਥੇ ਆ ਕੇ ਅੱਜ ਇਜ਼ਰਾਈਲ ਜਿਹੜਾ ਉਹ ਬਣਿਆ ਬੈਠਾ। ਪਰ ਕਿਉਂਕਿ ਪੈਲਸਟਾਈਨ ਦੇ ਲੋਕ ਉਸ ਵੇਲੇ ਗਰੀਬ ਸੀ ਬਹੁਤ ਸਾਰੇ, ਔਰ ਇਜ਼ਰਾਈਲੀਆਂ ਨੇ ਆ ਕੇ ਉੱਥੇ ਜ਼ਮੀਨਾਂ ਖਰੀਦ ਕੇ ਔਰ ਉਹਨਾਂ ਗਰੀਬ ਲੋਕਾਂ ਨੂੰ ਜਿਹੜਾ ਵਾ ਉਹ ਧੱਕ ਕੇ ਪਾਸੇ ਕਰ ਦਿੱਤਾ। ਬਹੁਤ ਵੱਡੀ ਗਿਣਤੀ ਦੇ ਵੀ ਅੱਜ ਜਿਹੜੇ ਆ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਆ ਸ਼ਰਨਾਰਥੀ ਦੇ ਤੌਰ ਦੇ ਉੱਤੇ ਪੈਲਸਟਾਈਨ ਰਹਿ ਰਹੇ। ਔਰ ਉੱਥੇ ਲੜਾਈ ਦੇਖੋ ਕਿਸ ਤਰ੍ਹਾਂ ਦੀ ਹੈ। ਲੜਾਈ ਉੱਥੇ ਜਿਹੜੀ ਬਰਾਬਰਤਾ ਦੀ ਲੜਾਈ ਨਹੀਂ ਹੈ। ਇੱਕ ਪਾਸੇ ਉਹ ਦੱਬੇ ਕੁਚਲੇ ਪੈਲਸਟੀਨੀ ਲੋਕ ਨੇ ਜਿਨ੍ਹਾਂ ਕੋਲੇ ਕੋਈ ਟੈਂਕ ਨਹੀਂ, ਕੋਈ ਹਵਾਈ ਜਹਾਜ਼ ਨਹੀਂ, ਕੋਈ ਹੈਲੀਕਾਪਟਰ ਨਹੀਂ, ਕੋਈ 에ਅਰਪੋਰਟ ਨਹੀਂ, ਕੋਈ ਸਮੁੰਦਰੀ ਜਹਾਜ਼ ਨਹੀਂ। ਦੂਜੇ ਪਾਸੇ ਇੱਕ ਨਿਊਕਲੀਅਰ ਪਾਵਰ ਹੈ ਇਜ਼ਰਾਈਲ, ਜਿਹਦੇ ਕੋਲੇ ਵੱਡੇ ਤੋਂ ਵੱਡੇ ਜਿਹੜੇ ਟੈਂਕ ਹੈ, ਰੀਸੈਂਟ ਜਿਹੜੇ ਡਿਵੈਲਪਡ ਜਿਹੜੇ ਅਮਰੀਕਾ ਵੱਲੋਂ ਦਿੱਤੇ ਗਏ ਹਵਾਈ ਜਹਾਜ਼ ਹੈ, ਸਮੁੰਦਰੀ ਬੇੜੇ ਹੈ, ਹੋਰ ਹਰ ਤਰ੍ਹਾਂ ਦੇ ਜਿਹੜੇ ਮਾਡਰਨ ਹਥਿਆਰ ਹੈ। ਤੁਹਾਨੂੰ ਪਤਾ ਹੋਊਗਾ ਕਿ ਇੰਡੀਆ ਵਾਲੇ ਵੀ ਈਵਨ ਉਹ ਇਜ਼ਰਾਈਲ ਤੋਂ ਕਾਫੀ ਹਥਿਆਰ ਜਿਹੜਾ ਉਹ ਖਰੀਦਿਆ, ਇੰਨੇ ਡਿਵੈਲਪਡ ਨੇ। ਹੁਣ ਦੋਨਾਂ ਦੀ ਅਸੀਂ ਕਹਿ ਦਈਏ ਵੀ ਦੋਨਾਂ ਦੀ ਬਰਾਬਰ ਦੀ ਲੜਾਈ ਹੈ ਜੀ, ਇਜ਼ਰਾਈਲ ਤੇ ਜੇ ਉਹ ਵੀ ਲੜ ਰਹੇ ਤੇ ਉਹ ਵੀ ਲੜ ਰਹੇ। ਹੁਣ ਉਹ ਲੜਾਈ ਜਿਹੜੀ ਹੈ
ਬਰਾਬਰ ਲੜਾਈ ਜੇ ਕਿਤੇ ਹੁੰਦੀ ਹੈ ਤਾਂ ਸ਼ੇਰਾਂ ਦੇ ਵਿੱਚ ਸ਼ੇਰਾਂ ਦੇ ਬਰਾਬਰ ਦੀ ਹੋਊਗੀ, ਹਾਥੀ ਤੇ ਹਾਥੀ ਦੇ ਵਿੱਚ ਹੋਊਗੀ, ਤੇ ਸ਼ੇਰ ਤੇ ਬਿੱਲੀ ਦੀ ਜਿਹੜੀ ਲੜਾਈ ਹੈ ਉਹ ਕਦੇ ਬਰਾਬਰਤਾ ਦੀ ਲੜਾਈ ਜਿਹੜੀ ਹੈ ਉਹ ਨਹੀਂ ਹੋ ਸਕਦੀ। ਇਸ ਕਰਕੇ ਉੱਥੇ ਲੋਕਾਂ ਦੇ ਉੱਤੇ ਜਿਸ ਤਰ੍ਹਾਂ ਜ਼ੁਲਮ ਕੀਤਾ ਜਾ ਰਿਹਾ ਇਸਰਾਈਲ ਦੇ ਵੱਲੋਂ, ਔਰ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਹੈ ਉਹ ਉਹਦੇ ਤੇ ਡਟ ਕੇ ਉਹਦਾ ਵਿਰੋਧ ਨਹੀਂ ਕਰ ਰਹੀ, ਇਹ ਵੀ ਇੱਕ ਜਿਹੜੀ ਸਮੱਸਿਆ ਸਾਡੀ ਇੱਕ ਖਤਰਾ ਵਾ ਸਾਡੀ ਵਿਸ਼ਵ ਸ਼ਾਂਤੀ ਨੂੰ, ਇੱਕ ਅਮਨ ਨੂੰ ਇਹ ਖਤਰਾ ਹੈ। ਦੂਸਰੇ ਪਾਸੇ ਦੇਖੀਏ ਕਿ ਅਮਰੀਕਾ ਦੀਆਂ ਜਿਹੜੀਆਂ ਪਾਲਿਸੀਜ਼ ਨੇ ਕਿ ਸਿਰਫ ਉਹ ਡੋਮੀਨੇਟ ਕਰੇ ਹਰ ਜਗ੍ਹਾ ਦੇ ਉੱਤੇ। ਅੱਜ ਜਿਹੜੇ ਹੈ UN ਦਾ ਮਤਲਬ ਹੈ ਕਿ ਸਾਰੇ ਦੇਸ਼ ਬਰਾਬਰਤਾ ਦੇ, ਚਾਹੇ ਉਹ ਛੋਟਾ ਦੇਸ਼ ਹੈ ਚਾਹੇ ਉਹ ਬਹੁਤ ਵੱਡਾ ਦੇਸ਼ ਹੈ, ਇੱਕ ਬਰਾਬਰਤਾ ਦਾ ਸਿਧਾਂਤ ਹੈ। ਵੋਟ UN ਦੇ ਵਿੱਚ ਅਮਰੀਕਾ ਦੀ ਵੀ ਇੱਕ ਹੈ ਤੇ ਨੇਪਾਲ ਦੀ ਵੀ ਇੱਕ ਹੈ, ਜਿਹੜਾ ਇੱਕ ਛੋਟਾ ਜਿਹਾ ਲੈਸ ਡਿਵੈਲਪਡ ਕੰਟਰੀ ਹੈ, ਉਹਦੀ ਵੀ ਇੱਕ ਹੀ ਵੋਟ ਹੈ। ਪਰ ਕਿਉਂਕਿ ਉਹ ਅਮੀਰ ਦੇਸ਼ ਹੈ, ਉਹਦੇ ਕੋਲ ਸੋਰਸ ਬਹੁਤ ਵੱਧ ਰਹੇ, ਉਹ ਚਾਹੁੰਦਾ ਕਿ ਮੈਂ ਹੋਰ ਜਿਹੜੇ ਉੱਥੇ ਦੇ ਸਰਮਾਏਦਾਰ ਨੇ, ਜਿਹੜੇ ਕੈਪੀਟਲਿਸਟ ਨੇ, ਕਿ ਉਹਨਾਂ ਦੇ ਲਈ ਜਿਹੜੀਆਂ ਮਲਟੀਨੈਸ਼ਨਲਸ ਕੰਪਨੀਆਂ ਨੇ ਕਿ ਮੈਂ ਜਿਹੜੇ ਰਿਸੋਰਸਿਸ ਨੇ ਜਿਹੜੇ ਸਾਡੇ ਥਰਡ ਵਰਲਡ ਕੰਟਰੀਜ਼, ਜਿਹੜੇ ਸਾਡੇ ਲੈਸ ਡਿਵੈਲਪ ਕੰਟਰੀ ਨੇ, ਗਰੀਬ ਲੋਕ, ਕਿ ਮੈਂ ਉਹਨਾਂ ਦੇ ਉੱਤੇ ਹੋਰ ਕਬਜ਼ਾ ਜਾ ਕੇ ਕਰਾਂ। ਉਸ ਹੋੜ ਦੇ ਵਿੱਚ ਉਹਨਾਂ ਦੇ ਨੈਚੁਰਲ ਰਿਸੋਰਸਿਸ ਨੂੰ, ਕੁਦਰਤੀ ਸਰੋਤਾਂ ਨੂੰ ਜਿਹੜਾ ਕਬਜ਼ਾ ਕਰਨ ਦੇ ਲਈ, ਜਿਨ੍ਹਾਂ ਦੇ ਵਿੱਚ ਜਿਹੜਾ ਲੋਹਾ ਹੋਇਆ, ਕੋਇਲਾ ਹੋਇਆ, ਹੋਰ ਜਿਹੜੇ ਨਿਊਕਲੀਅਰ ਹਥਿਆਰਾਂ ਦੇ ਵਿੱਚ ਕੰਮ ਆਉਣ ਵਾਲੇ ਜਿਹੜੇ ਨੇ ਉਹ ਮੈਟਲਸ ਜਿਹੜੀਆਂ ਨੇ ਉਹ ਨੇ, ਹੋਰ ਬਹੁਤ ਸਾਰੇ ਜਿਹੜੀਆਂ ਈਵਨ ਜ਼ਮੀਨ ਜਿਹੜੀ ਆ ਬਹੁਤ ਵੱਡੀ ਗਿਣਤੀ ਦੇ ਉਪਜਾਊ ਜ਼ਮੀਨ ਜਿਹੜੀ ਹੈ ਸਾਡੇ ਲੋਕਾਂ ਕੋਲੇ ਹੈ, ਉਹ ਸਾਰੇ 'ਤੇ ਕਬਜ਼ਾ ਕਰਨ ਦੇ ਲਈ ਜਿਹੜੀ ਇੱਕ ਹੋੜ ਹੈ ਉਹਦੇ ਵਿੱਚ ਜਿਹੜਾ ਇਹੀ ਕਰਨਾ ਕਿ ਮੈਂ ਹੀ ਸਾਰਾ ਕੁਝ ਕਬਜ਼ਾ ਕਰ ਲਵਾਂ ਤੇ ਬਾਕੀ ਸਾਰੀ ਦੁਨੀਆ ਜਿਹੜੀ ਹੈ ਉਹ ਚਾਹੇ ਭੁੱਖੀ ਮਰ ਜਾਵੇ, ਇਹ ਇੱਕ ਬਹੁਤ ਨਾਪੱਖੀ ਕਦਮ ਹੈ। ਔਰ ਯੂਨਾਈਟਿਡ ਨੇਸ਼ਨ ਵੀ ਇਹਦੇ ਉੱਤੇ ਕੋਈ ਜਿਹੜਾ ਖਾਸ ਤਰ੍ਹਾਂ ਐਕਸ਼ਨ ਨਹੀਂ ਕਰ ਰਹੀ, ਕਿਉਂਕਿ ਉਹ ਵੀ ਹੈ ਕਿ ਜਿਹਦਾ ਜ਼ੋਰ ਜ਼ਿਆਦਾ ਹੈ ਉਹ ਬਸ ਠੀਕ ਹੈ ਜੋ ਮਰਜ਼ੀ ਕਰੀ ਜਾਵੇ ਤੇ ਬਾਕੀ ਕੁਝ ਨਹੀਂ। ਤੁਹਾਨੂੰ ਹੈਰਾਨੀ ਹੋਏਗੀ ਕਿ ਕਿਊਬਾ ਦੇ ਵਿੱਚ ਜਿਹੜਾ ਉਹ ਪਿਛਲੇ ਕਿੰਨਿਆਂ ਦਹਾਕਿਆਂ ਤੋਂ UN ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਹਰ ਵਾਰ ਰੈਜ਼ੋਲੂਸ਼ਨ ਪਾਸ ਕਰਦੇ ਆ ਕਿ ਜਿਹੜਾ ਤੁਸੀਂ ਛੋਟਾ ਜਿਹਾ ਦੇਸ਼ ਹੈ ਕਿਊਬਾ, ਜਿਹੜਾ ਉਹਦਾ ਬਲੌਕਡ ਕੀਤਾ ਹੋਇਆ ਹੈ ਉਹਨੂੰ ਖਤਮ ਕਰੋ। ਪਰ ਅਜੇ ਤੱਕ ਉਹਦੇ ਜਿਹੜੇ ਰੈਜ਼ੋਲੂਸ਼ਨ ਨੇ, ਜਿਹੜੇ ਮਤੇ ਨੇ ਯੂਨਾਈਟਿਡ ਨੇਸ਼ਨ ਦੇ, ਉਹ ਲਾਗੂ ਨਹੀਂ ਕਰਤੇ। ਜਦੋਂ ਵੀ ਇਹ ਗੱਲ ਆਉਂਦੀ ਹੈ ਤੇ ਅਮਰੀਕਾ ਵੀਟੋ ਉਹਦੇ ਉੱਤੇ ਕਰ ਦਿੱਤਾ। ਇਸੇ ਤਰ੍ਹਾਂ ਨਾਲ ਜਦੋਂ ਨੈਟੋ ਨੇ ਯੂਗੋਸਲਾਵੀਆ ਤੇ ਹਮਲਾ ਕੀਤਾ ਜਹਾਜ਼ਾਂ ਦੇ ਨਾਲ, ਮੈਂ ਉਸ ਵੇਲੇ ਉੱਥੇ ਸੀ, ਮੈਂ ਮੌਕੇ ਦੇ ਉੱਤੇ ਵੀ ਬੈਲਗ੍ਰੇਡ ਦੇ ਵਿੱਚ ਜਾ ਕੇ ਆਇਆ ਸਾਰੀ ਸਿਚੁਏਸ਼ਨ ਨੂੰ ਐਨਾਲਾਈਜ਼ ਕਰਨ ਦੇ ਲਈ, ਤੇ ਉੱਥੇ ਵੀ ਦੇਖਿਆ ਕਿ ਕਿਸ ਤਰੀਕੇ ਨਾਲ, ਕਿਉਂਕਿ ਜਿਹੜੀ ਉਸ ਵੇਲੇ ਦੀ ਯੂਗੋਸਲਾਵੀਆ ਸੀ ਉਹਦੀ ਜਿਹੜੀ ਸਰਕਾਰ ਹੈ ਉਹ ਅਮਰੀਕਾ ਦੇ ਅੱਗੇ ਨਹੀਂ ਝੁਕ ਰਹੀ ਸੀ, ਤਾਂ ਇਹਦਾ ਮਤਲਬ ਹੈ ਜੇ ਨਹੀਂ ਕੋਈ ਝੁਕਦਾ ਹੈ ਤਾਂ ਮੈਂ ਇਹਨੂੰ ਖਤਮ ਕਰਤਾ। ਇਸੇ ਤਰ੍ਹਾਂ ਸੀਰੀਆ ਬਾਰੇ ਤੁਸੀਂ ਪਿੱਛੇ, ਸੀਰੀਆ ਦੇ ਵਿੱਚ ਵੀ ਸੇਮ ਜਿਹੜਾ ਇਸ਼ੂ ਹੈ ਕਿ ਇੱਕ ਹੀ ਉਹ ਦੇਸ਼ ਸੀ ਜਿਹੜਾ ਆਪਣੇ ਆਪ ਦੇ ਵਿੱਚ ਸੈਕੂਲਰ ਕਿਸਮ ਦਾ ਦੇਸ਼ ਸੀ, ਜਿਹੜਾ ਸੋਵੀਅਤ ਦੇ ਨਾਲ ਤੇ ਬਾਅਦ ਦੇ ਵਿੱਚ ਰਸ਼ੀਆ ਦੇ ਨਾਲ ਜ਼ਿਆਦਾ ਕਾਫੀ ਨੇੜਤਾ ਉਹਦੀ ਸੀ, ਤੇ ਉਹ ਅਮਰੀਕਾ ਦੇ ਅੱਗੇ ਨਹੀਂ ਝੁਕਦਾ। ਤਾਂ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਕਿ ਅਸੀਂ ਕਿਸੇ ਤਰੀਕੇ ਨਾਲ ਇਹਨੂੰ ਜਿਹੜਾ ਵਾ ਤਬਾਹ ਕਰਨਾ, ਤੇ ਉੱਥੋਂ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹਨੂੰ ਹਰ ਹਾਲਤ ਦੇ ਵਿੱਚ ਜਿਹੜਾ ਉਹਨੂੰ ਡਿਪੋਜ਼ ਕਰਨਾ, ਉਹਨੂੰ ਲਾਉਣਾ, ਤੇ ਇਸ ਦੇਸ਼ ਦੇ ਉੱਤੇ ਜਿਹੜੇ ਨੈਚੁਰਲ ਰਿਸੋਰਸਿਸ ਨੇ, ਜਿਹੜਾ ਤੇਲ ਹੈ ਉੱਥੇ ਬੜਾ ਕੀਮਤੀ ਹੈ, ਬੜਾ ਵੈਲਿਊਏਬਲ ਹੈ, ਕੁਆਲਿਟੀ ਉਹਦੀ ਬੜੀ ਅੱਛੀ ਹੈ, ਉਸ 'ਤੇ ਕਬਜ਼ਾ ਕਰਨਾ ਹੈ। ਜਿਵੇਂ ਇਰਾਕ ਦੇ ਉੱਤੇ ਕਰ ਲਿਆ ਸੀ, ਜਿਵੇਂ ਅਫਗਾਨਿਸਤਾਨ ਦੇ ਵਿੱਚ ਵੀ ਲੰਬੇ ਸਮੇਂ ਤੋਂ ਚੱਲ ਰਿਹਾ ਕਿ ਅਸੀਂ ਸਾਰੇ ਜਿਹੜੇ ਨੈਚੁਰਲ ਰਿਸੋਰਸ ਜਿਹੜੇ ਕਾਬੂ ਕਰਨੇ ਆ, ਇਹ ਇੱਕ ਖਤਰਾ ਹੈ। ਇਸ ਖਤਰੇ ਨੂੰ ਜਿਹੜਾ ਉਹ ਲੜਨ ਦੇ ਲਈ, ਸਾਹਮਣਾ ਕਰਨ ਦੇ ਲਈ ਬਹੁਤ ਵੱਡੀ ਲੋੜ ਹੈ ਕਿ ਸਾਰੇ ਦੁਨੀਆ ਦੇ ਜਿਹੜੇ ਪ੍ਰੋਗਰੈਸਿਵ ਕਿਸਮ ਦੇ ਲੋੜ ਹੈ, ਜਿਹੜੇ ਅਮਨ ਭਾਈਚਾਰਾ ਚਾਹੁੰਦੇ ਨੇ, ਉਹ ਇਕੱਠੇ ਹੋ ਕੇ ਇੱਕ ਦਬਾਅ ਇੰਟਰਨੈਸ਼ਨਲ ਕਮਿਊਨਿਟੀ ਦੇ ਪਾਉਣ ਕਿ ਅਸੀਂ ਇਹੋ ਜਿਹੀ ਇਕੁਐਲਿਟੀ ਇਨਇਕੁਐਲਿਟੀ ਜਿਹੜੀ ਹੈ ਉਹ ਬਰਦਾਸ਼ਤ ਨਹੀਂ ਕਰਨੀ, ਤਾਂ ਹੀ ਅਮਨ ਜਿਹੜੀ ਉਹ ਸਦੀਵੀ ਰਹਿ ਸਕਦੀ। ਭੱਟ ਸਾਹਿਬ, ਜਿੱਦਾਂ ਕਿ ਸਾਰੇ ਦੇਸ਼ਾਂ ਨੂੰ ਅਲੱਗ-ਅਲੱਗ ਥਾਵਾਂ ਤੋਂ ਇਹਦੇ ਉੱਪਰ ਕੰਮ ਕਰਨ ਦੀ ਲੋੜ ਆ। ਮੇਰੇ ਖਿਆਲ ਦੇ ਵਿੱਚ ਕਈ ਥਾਵਾਂ ਦੇ ਉੱਤੇ ਆਪਣੇ ਪੱਧਰ ਦੇ ਉੱਪਰ ਕੰਮ ਹੋ ਵੀ ਰਿਹਾ, ਕਿਉਂਕਿ ਜੇ ਅਸੀਂ ਇਸ ਵੇਲੇ ਸ਼ਾਂਤੀ ਦੀ ਕਾਮਨਾ ਕਰ ਰਹੇ ਹਾਂ ਤਾਂ ਇਹੀ ਥੋੜੇ ਜਿਹੜੇ ਇੰਡੀਪੈਂਡੈਂਟ ਲੋਕ ਅਸੀਂ ਤੁਸੀਂ ਰਲ ਮਿਲ ਕੇ ਲੱਗੇ ਹੋਏ ਹਾਂ, ਉਹਨਾਂ ਤੋਂ ਹੀ ਆਸ ਕਰਨੀ ਬਣਦੀ ਆ। ਜੇ ਅਸੀਂ ਇੰਡੀਆ ਦੇ ਕੰਟੈਕਸਟ ਦੇ ਵਿੱਚ ਦੇਖੀਏ ਵਿਸ਼ਵ ਸ਼ਾਂਤੀ ਨੂੰ, ਤੇ ਭਾਰਤ ਇਸ ਵੇਲੇ ਕੀ ਰੋਲ ਨਿਭਾ ਰਿਹਾ ਜਾਂ ਕੀ ਰੋਲ ਨਿਭਾ ਸਕਦਾ, ਉਹਦੇ ਬਾਰੇ ਵੀ ਥੋੜਾ ਦੱਸੋ। ਮੈਂ ਜਿਹੜੀ ਤੁਹਾਡੀ ਗੱਲ ਜੀ ਬਿਲਕੁਲ ਠੀਕ ਹੈ, ਮੈਂ ਉਹਦੀ ਤਾਇਦ ਕਰਦਾ ਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਅੱਛੇ ਲੋਕ ਬੈਠੇ ਹੋਏ ਨੇ, ਉਹ ਲੋਕ ਬੈਠੇ ਹੋਏ ਨੇ ਜਿਹੜੇ ਨਹੀਂ ਚਾਹੁੰਦੇ ਕਿ ਦੁਨੀਆ ਦੇ ਵਿੱਚ ਕਨਫਲਿਕਟ ਵਧੇ, ਦੁਨੀਆ ਦੇ ਵਿੱਚ ਲੜਾਈਆਂ ਵਧਣ, ਉਹ ਅਮਨ ਤੇ ਭਾਈਚਾਰੇ ਦੇ ਨਾਲ ਰਹਿਣਾ ਚਾਹੁੰਦੇ ਆ। ਹਰ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਬੈਠੇ ਹੋਏ ਆ, ਉਹਨਾਂ ਦੀਆਂ ਹੀ ਕੋਸ਼ਿਸ਼ਾਂ ਦਾ ਸਦਕਾ ਹੈ ਕਿ ਇੱਕ ਬਹੁਤ ਵੱਡੀ ਬਰਾਡਰ ਮੂਵਮੈਂਟ ਬਣੀ, ਔਰ ਇਹਦੀਆਂ ਹੀ ਜਿਹੜਾ ਇੱਕ ਨਤੀਜਾ ਸੀ ਇੰਟਰਨੈਸ਼ਨਲ ਕਮਿਊਨਿਟੀ ਦਾ। ਜਦੋਂ ਅਮਰੀਕਾ ਲਗਾਤਾਰ ਬੰਬਿੰਗ ਵੀਅਤਨਾਮ ਤੇ ਕਰ ਰਿਹਾ ਸੀ, ਤਾਂ ਉੱਥੋਂ ਵਿਡਰਾ ਕਰਨਾ ਅਮਰੀਕਾ ਦਾ
ਇਹ ਇੱਕ ਜਿਹੜੀ ਪੂਰੀ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜੀ ਇੱਕ ਪਬਲਿਕ ਓਪੀਨੀਅਨ ਬਣੀ, ਉਹ ਖਾਸ ਕਰਕੇ ਅਮਰੀਕਾ ਦੇ ਵਿੱਚ ਕਿ ਲੱਖਾਂ ਜਿਹੜੇ ਨੌਜਵਾਨ ਸੀ, ਲੱਖਾਂ ਲੋਕ ਜਿਹੜੇ ਅਮਰੀਕਾ ਦੀ ਸਰਕਾਰ ਦੇ ਖਿਲਾਫ ਉੱਥੇ ਸੜਕਾਂ ਦੇ ਉੱਤੇ ਆਏ ਕਿ ਵੀਅਤਨਾਮ ਦੇ ਵਿੱਚ ਜਿਹੜੀ ਗਰੀਬ ਲੋਕਾਂ ਦੇ ਉੱਤੇ ਬੰਬਿੰਗ ਕਰ ਰਿਹਾ, ਇਨੋਸੈਂਟ ਲੋਕਾਂ ਦੇ ਬੰਬਿੰਗ ਕਰ ਰਿਹਾ, ਉਸ ਦੇਸ਼ ਨੂੰ ਜਿਹੜਾ ਤਬਾਹ ਕਰ ਰਿਹਾ ਅਮਰੀਕਾ ਦੀ ਗਵਰਨਮੈਂਟ, ਇਹ ਗਲਤ ਹੈ। ਤਾਂ ਹੀ ਜਿਹੜਾ ਵਾ ਅਮਰੀਕਾ ਨੂੰ ਉੱਥੋਂ ਵੀਅਤਨਾਮ ਦੇ ਵਿੱਚੋਂ ਜਿਹੜਾ ਸੀ ਉਹ ਹਾਰ ਦਾ ਸਾਹਮਣਾ ਕਰਕੇ ਵਾਪਸ ਆਪਣੀਆਂ ਫੌਜਾਂ ਬੁਲਾਉਣੀਆਂ ਪਈਆਂ। ਇਹ ਤੁਹਾਡੀ ਗੱਲ ਦੀ ਤਾਇਦ ਹੈ ਕਿ ਇੱਕ ਇੰਟਰਨੈਸ਼ਨਲ ਪੱਧਰ ਦੇ ਉੱਤੇ ਇੱਕ ਮੂਵਮੈਂਟ ਹੈ। ਹਾਂ, ਕਦੇ ਮੂਵਮੈਂਟ ਜਿਹੜੀ ਸਟਰੋਂਗ ਹੁੰਦੀ ਆ, ਜ਼ਿਆਦਾ ਵੋਕਲ ਹੋ ਕੇ ਬੋਲਦੀ ਹੈ, ਕਦੇ ਘੱਟ ਹੋ ਕੇ ਬੋਲਦੀ ਹੈ। ਹਾਂ, ਜਿੱਥੋਂ ਤੱਕ ਹਿੰਦੁਸਤਾਨ ਦਾ ਤੁਹਾਡਾ ਸਵਾਲ ਹੈ, ਸਾਡੇ ਦੇਸ਼ ਦਾ, ਸਾਡਾ ਦੇਸ਼ ਜਿਹੜਾ ਵਾ ਸ਼ੁਰੂ ਤੋਂ ਹੀ ਸਾਡੇ ਦੇਸ਼ ਦੀ ਜਿਹੜੀ ਹਿਸਟਰੀ ਹੈ, ਜਿਹੜਾ ਸਾਡਾ ਪਿਛੋਕੜ ਹੈ, ਸਾਡੇ ਦੇਸ਼ ਨੇ ਹਮੇਸ਼ਾ ਹੀ ਅਮਨ ਤੇ ਭਾਈਚਾਰੇ ਦਾ ਪੈਗਾਮ ਦਿੱਤਾ ਹੈ। ਔਰ ਸਾਡੇ ਗੁਰੂ ਪੀਰ ਹੋਣ, ਸੂਫੀ ਸੰਤ ਹੋਣ, ਸਾਡਾ ਇਤਿਹਾਸ ਹੋਵੇ, ਉਹਨਾਂ ਸਾਰਿਆਂ ਨੇ ਜਿਹੜੀ ਆ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਸਾਡੇ ਦੇਸ਼ ਦੇ ਵਿੱਚ ਅਮਨ ਤੇ ਭਾਈਚਾਰਾ ਹੋਵੇ ਤੇ ਅਸੀਂ ਜਿਹੜਾ ਵਾ ਵਾਇਲੈਂਸ ਦੇ ਖਿਲਾਫ ਤੇ ਅਨਿਆਂ ਦੇ ਖਿਲਾਫ ਡਟ ਕੇ ਲੜਨਾ ਵਾ। ਇਹ ਹਮੇਸ਼ਾ ਹੀ ਸਾਡਾ ਸੁਨੇਹਾ ਜਿਹੜਾ ਰਿਹਾ। ਔਰ ਖਾਸ ਤੌਰ ਦੇ ਉੱਤੇ ਜਿਹੜੀ ਸਾਡੀ ਆਜ਼ਾਦੀ ਦੀ ਲੜਾਈ ਜਦੋਂ ਅਸੀਂ ਲੜੀ, ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਵੇਖਿਆ ਕਿ ਕਿਵੇਂ ਅੰਗਰੇਜ਼ ਸਾਮਰਾਜ ਸਾਡੇ ਲੋਕਾਂ ਦੇ ਉੱਤੇ ਜ਼ੁਲਮ ਕੀਤੇ ਆ, ਉਦੋਂ ਵੀ ਸਾਡੇ ਲੋਕ ਜਿਹੜੇ ਆ ਉਹ ਲੜੇ। ਇਹ ਇੱਕ ਜਿਹੜੀ ਸਾਡੀ ਸਪਿਰਿਟ ਸੀ, ਹਿਸਟੋਰੀਕਲ ਇਤਿਹਾਸਕ ਜਿਹੜੀ ਸਾਡੀ ਸਪਿਰਿਟ ਸੀ, ਜਿਹੜੀ ਲੜਾਈ ਦੇ ਵਿੱਚੋਂ ਨਿਕਲੀ ਕਿ ਅਸੀਂ ਇਕੱਠੇ ਹੋ ਕੇ ਲੜਨਾ ਹੈ, ਚਾਹੇ ਉਹ ਹਿੰਦੂ ਆ, ਚਾਹੇ ਮੁਸਲਮਾਨ ਹੈ, ਚਾਹੇ ਕ੍ਰਿਸਚੀਅਨ ਹੈ, ਚਾਹੇ ਸਿੱਖ ਹੈ। ਉਸ ਜਿਹੜੀ ਸਪਿਰਿਟ ਸੀ ਇਕੱਠੇ ਹੋ ਕੇ ਲੜਨ ਦੀ, ਉਹ ਸਾਡੀ ਆਜ਼ਾਦੀ ਤੋਂ ਬਾਅਦ ਵੀ ਜਿਹੜੀ ਜਾਰੀ ਰਹੀ, ਜਿਹਦੇ ਵਿੱਚੋਂ ਲਿਬਰੇਸ਼ਨ ਸਟਰਗਲ ਦਾ ਸਾਡੇ ਦਾ ਅਸਰ ਸੀ। ਔਰ ਉਸ ਵਿੱਚੋਂ ਉਸ ਵੇਲੇ ਜਿਹੜੀ ਸਾਡੀ ਲੀਡਰਸ਼ਿਪ ਸੀ, ਉਹਨੂੰ ਜਿੰਨੇ ਅਸੀਂ ਕਹਿੰਦੇ ਹਾਂ ਗੁੱਟ ਰੇਪ ਦੇਸ਼, ਨੌਨ ਅਲਾਈਨ ਮੂਵਮੈਂਟ ਜਿਹੜੀ ਹੈ, ਉਸ ਵੇਲੇ ਤੁਹਾਨੂੰ ਪਤਾ ਹੈ ਕਿ ਇੱਕ ਕੋਲਡ ਵਾਰ ਸ਼ੁਰੂ ਹੋਈ ਸੀ। ਜਦੋਂ ਸੋਵੀਅਤ ਸੈਕੰਡ ਵਰਲਡ ਵਾਰ ਤੋਂ ਬਾਅਦ ਬਹੁਤ ਸਾਰੇ ਜਿਹੜੇ ਹੋਰ ਦੇਸ਼ ਸੀ ਉਹ ਵੀ ਸੋਵੀਅਤ ਦੇ ਨਾਲ ਚਲੇ ਗਏ, ਸੋਵੀਅਤ ਯੂਨੀਅਨ ਨਾਲ ਤੇ ਰੂਸ ਦੇ ਨਾਲ ਚਲੇ ਗਏ। ਇੱਕ ਪਾਸੇ ਅਮਰੀਕਾ ਦਾ ਜਿਹੜਾ ਧੜਾ ਬਣ ਗਿਆ, ਇੱਕ ਪਾਸੇ ਵਾਰਸਾ ਜਿਹੜਾ ਰੂਸ ਦਾ ਧੜਾ ਬਣ ਗਿਆ। ਔਰ ਇਹਨਾਂ ਦੋਵਾਂ ਧੜਿਆਂ ਦੇ ਵਿੱਚ ਇੱਕ ਕੋਲਡ ਵਾਰ, ਜਿਹਨੂੰ ਠੰਡੀ ਜੰਗ ਦੇ ਨਾਲ ਅਸੀਂ ਕਹਿੰਦੇ ਹਾਂ, ਉਹ ਇੱਕ ਚੱਲ ਪਈ। ਤਾਂ ਉਸ ਵੇਲੇ ਸਾਡੇ ਦੇਸ਼ ਦੇ ਲਈ ਇੱਕ ਬੜਾ ਵੱਡਾ ਚੈਲੰਜ ਸੀ ਇਸ ਗੱਲ ਦਾ ਕਿ ਅਸੀਂ ਕਿਸ ਪਾਸੇ ਵੱਲ ਚਾਹੀਏ। ਇਤਿਹਾਸਕ ਤੌਰ ਤੇ ਕਿਉਂਕਿ ਰਸ਼ੀਆ ਦੇ ਵਿੱਚ ਜਿਹੜਾ ਸੋਵੀਅਤ ਯੂਨੀਅਨ ਦੇ ਵਿੱਚ ਅਸੀਂ ਜਿਹੜੇ ਵਰਕਰਸ ਤੇ ਜਿਨ੍ਹਾਂ ਦੀ ਲੜਾਈ ਸੀ, ਦੱਬੇ ਕੁਚਲੇ ਲੋਕਾਂ ਦੀ ਲੜਾਈ ਸੀ, ਜਿਹਦੇ ਵਿੱਚ ਇੱਕ ਚੰਗਾ ਮਨੁੱਖ ਨੂੰ ਪੈਦਾ ਕਰਨ ਦੀ ਲੜਾਈ ਸੀ, ਜਿਹੜਾ ਪੀਸ ਚਾਹੁੰਦਾ ਸੀ, ਅਸੀਂ ਉਹਨਾਂ ਦੇ ਨਾਲ ਜਾਈਏ ਜਾਂ ਅਸੀਂ ਉਸ ਅਮਰੀਕਨ ਇੰਪੀਰੀਅਲਿਜ਼ਮ ਦੇ ਨਾਲ ਚਾਹੀਏ, ਜਿਹੜਾ ਹਮੇਸ਼ਾ ਜਿਹਨੇ ਸਾਡੀ ਲਿਬਰੇਸ਼ਨ ਦੀ ਲੜਾਈ ਦਾ ਕਦੇ ਵੀ ਸਮਰਥਨ ਨਹੀਂ ਕੀਤਾ, ਜਿਹੜਾ ਖੁਦ ਜਿਹੜਾ ਹੈ ਉਹ ਕੋਸ਼ਿਸ਼ ਕਰ ਰਿਹਾ ਕਿ ਅਸੀਂ ਵੱਧ ਤੋਂ ਵੱਧ ਦੇਸ਼ਾਂ ਨੂੰ ਹੋਰ ਗੁਲਾਮ ਬਣਾਈਏ ਤੇ ਉਹਨਾਂ ਦੇ ਕੁਦਰਤੀ ਸਰੋਤਾਂ ਨੂੰ ਕਬਜ਼ਾ ਕਰੀਏ। ਇਸ ਲਈ ਸਾਡੇ ਦੇਸ਼ ਲਈ ਬੜੀ ਵੱਡਾ ਚੈਲੰਜ ਸੀ ਕਿ ਅਸੀਂ ਕਿਸ ਪਾਸੇ ਚਾਹੀਏ। ਇਹਨਾਂ ਹਾਲਾਤਾਂ ਦੇ ਵਿੱਚ, ਇਤਿਹਾਸਕ ਹਾਲਾਤਾਂ ਦੇ ਵਿੱਚ, ਨਹਿਰੂ ਔਰ ਯੂਗੋਸਲਾਵੀਆ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਟੀਟੋ, ਔਰ ਇਜਿਪਟ ਦਾ, ਮਿਸਰ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਨਾਸਰ, ਇਹ ਤਿੰਨ ਮੁੱਖ ਦੇਸ਼ ਸੀ ਜਿਨ੍ਹਾਂ ਨੇ ਇਕੱਠੇ ਹੋ ਕੇ ਕਿਹਾ ਕਿ ਅਸੀਂ ਇਹ ਨਹੀਂ ਵੇਖਣਾ ਹੈ ਕਿ ਅਸੀਂ ਸੋਵੀਅਤ ਨਾਲ ਜਾਈਏ ਜਾਂ ਅਸੀਂ ਅਮਰੀਕਾ ਨਾਲ ਜਾਈਏ, ਅਸੀਂ ਇਹ ਵੇਖੀਏ ਕਿ ਸਾਡੇ ਆਪਣੇ ਦੇਸ਼ਾਂ ਦੇ ਲਈ ਕਿਹੜੀ ਚੰਗੀ ਗੱਲ। ਅਸੀਂ ਆਜ਼ਾਦੀ ਦੇ ਵਿੱਚੋਂ ਹੁਣੇ ਆਜ਼ਾਦੀ ਦੇ ਲੈ ਕੇ ਹੁਣੇ ਨਿਕਲੇ ਹਾਂ, ਸਾਡੇ ਲੋਕਾਂ ਦੀ ਡਿਵੈਲਪਮੈਂਟ ਹੋਣੀ ਹੈ, ਸਾਡੇ ਲੋਕਾਂ ਦੀ ਜ਼ਿੰਦਗੀ ਬਿਹਤਰ ਕਰਨੀ ਹੈ। ਇਸ ਕਰਕੇ ਅਸੀਂ ਜਿਹੜਾ ਵਾ ਗੁੱਟ ਨਿਰਰੇਪ ਰਵਾਂਗੇ, ਨਾ ਅਸੀਂ ਉਹਨਾਂ ਦੇ ਧੜੇ ਫੌਜੀ ਧੜੇ 'ਚ ਜਾਵਾਂਗੇ, ਨਾ ਇਹਨਾਂ ਦੇ ਫੌਜੀ ਧੜੇ 'ਚ ਜਾਵਾਂਗੇ। ਜਿਹੜੀ ਕੋਈ ਚੰਗੀ ਗੱਲ ਕਰੇਗਾ, ਜਿਹੜਾ ਸਾਡਾ ਪੱਖ ਦੇਵੇਗਾ, ਜਿਹੜਾ ਸਾਥ ਦੇਵਾਂਗੇ, ਉਹਦੇ ਨਾਲ ਜਾਵਾਂਗੇ। ਤਾਂ ਇਹ ਗੁੱਟ ਨਿਰਲੇਪ ਦੀ ਜਿਹੜੀ ਨੀਤੀ ਸੀ, ਜਿਹਦੇ ਨਾਲ ਅਮਨ ਨੂੰ, ਜਿਹਦੇ 'ਚ ਇੱਕ ਜਿਹੜਾ ਮੁੱਖ ਜਿਹੜਾ ਉਹ ਕੰਮ ਸੀ, ਜਿਹੜਾ ਆਬਜੈਕਟਿਵ ਸੀ ਕਿ ਅਸੀਂ ਜਿਹੜਾ ਅਮਨ ਦਾ ਸੰਦੇਸ਼ ਜਿਹੜਾ ਪਹੁੰਚਾਉਣਾ ਹੈ, ਅਸੀਂ ਜਿਹੜੀ ਲੜਾਈ ਦੇ ਖਿਲਾਫ, ਜਿਹੜਾ ਜੰਗ ਦੇ ਖਿਲਾਫ ਲੜਨਾ ਹੈ। ਇਹ ਗੁੱਟ ਨਿਰਲੇਪ ਦੀ ਜਿਹੜੀ ਨੀਤੀ ਸੀ, ਇਹਨੂੰ ਅਸੀਂ ਜਿਹੜਾ ਉਹ ਲੜ ਕੇ ਚੱਲੇ। ਇਹਦੇ ਵਿੱਚ ਅਸੀਂ ਜਿਹੜੇ ਹਿੰਦੁਸਤਾਨ ਨੇ ਔਰ ਗੁੱਟ ਨਿਰਲੇਪ ਦੇਸ਼ਾਂ ਨੇ, ਵੀਅਤਨਾਮ ਦੇ ਵਿੱਚ ਜਿਹੜੀ ਉੱਥੋਂ ਦੇ ਲੋਕਾਂ ਦੀ ਅਮਰੀਕਨ ਦੇ ਖਿਲਾਫ ਲੜਾਈ ਸੀ ਉਹਦੀ ਮਦਦ ਕੀਤੀ, ਪੈਲਸਟਾਈਨ ਦੇ ਵਿੱਚ ਜਿਹੜੇ ਫਲਸਤੀਨੀ ਲੋਕਾਂ ਦਾ ਜਿਹੜਾ ਸਟਰਗਲ ਸੀ ਉਹਦੀ ਮਦਦ ਕੀਤੀ, ਔਰ ਹੋਰ ਜਿੱਥੇ ਜਿੱਥੇ ਵੀ ਜਿਹੜੀਆਂ ਲਿਬਰੇਸ਼ਨ ਦੀਆਂ ਲੜਾਈਆਂ ਚੱਲਦੀਆਂ ਸੀ, ਅਫਰੀਕਾ ਦੇ ਵਿੱਚ, ਸਾਊਥ ਅਫਰੀਕਾ ਦੇ ਵਿੱਚ ਜਿਹੜਾ ਰੇਸਿਜ਼ਮ, ਜਿਹੜਾ ਉਸ ਵੇਲੇ ਅਪਾਰਥਾਈਡ ਸੀ, ਕਾਲੇ ਲੋਕਾਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ, ਉਹਦੇ ਖਿਲਾਫ ਜਿਹੜਾ ਨੈਲਸਨ ਮੰਡੇਲਾ ਦੀ ਸਪੋਰਟ, ਇਹ ਸਾਰੀ ਇੱਕ ਬਹੁਤ ਵੱਡੀ ਮੂਵਮੈਂਟ ਸਾਡੀ ਜਿਹੜੀ ਬਣੀ, ਜਿਹਨੇ ਇੱਕ ਦੁਨੀਆ ਦੇ ਵਿੱਚ ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਇਮੇਜ ਜਿਹੜਾ ਵਾ ਉਹ ਕ੍ਰੀਏਟ ਕੀਤਾ। ਔਰ ਲੋਕ ਇੱਜ਼ਤ ਨਾਲ ਵੇਖਦੇ ਕਿ ਹਾਂ, ਇਹ ਲੋਕ ਹੈ, ਇੰਡੀਆ ਜਿਹੜਾ ਕਿਸੇ ਨੂੰ ਕਿਸੇ ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ, ਜਿਹੜਾ ਆਪਣੀ ਇੰਡੀਪੈਂਡੈਂਟ ਪਾਲਿਸੀ ਦੇ ਉੱਤੇ ਚੱਲ ਰਿਹਾ। ਇਹ ਇੱਕ ਲੰਮਾ ਸਮਾਂ ਜਿਹੜਾ ਸਾਡਾ ਚੱਲਿਆ, ਪਰ ਜਦੋਂ ਸੋਵੀਅਤ ਯੂਨੀਅਨ ਜਿਹੜਾ ਸੀ ਉਹ
ਟੈਰੀਟਰੀ ਹੋ ਗਿਆ, ਜੇ ਅਮਰੀਕਾ ਦੀ ਜਿਹੜੀ ਡੋਮੀਨੇਸ਼ਨ ਬਣ ਗਈ, ਤਾਂ ਫਿਰ ਇੱਕ ਹਾਲਾਤ ਜਿਹੜੇ ਆ ਇਹੋ ਜਿਹੇ ਬਣੇ ਜਿਹਦੇ ਵਿੱਚ ਸਾਡੇ ਹਿੰਦੁਸਤਾਨ ਦੇ ਗੁਆਂਢੀ ਦੇਸ਼ਾਂ ਦੇ ਨਾਲ ਜਿਹੜੇ ਸੰਬੰਧ ਹੈ ਉਹ ਕੁਝ ਕੁੜੱਤਣ ਭਰੇ ਹੋਏ, ਜਿਹਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਬੰਗਲਾਦੇਸ਼ ਬਣਿਆ ਉਸ ਵੇਲੇ ਸੀ ਜਿਹੜੀ ਫਰੀडम ਦੀ ਲੜਾਈ ਸੀ ਬੰਗਲਾਦੇਸ਼ ਦੇ ਲੋਕਾਂ ਦੀ, ਹਿੰਦੁਸਤਾਨ ਨੇ ਉਹਨੂੰ ਸਪੋਰਟ ਕੀਤਾ। ਤਾਂ 71 ਦੀ ਜਿਹੜੀ ਲੜਾਈ ਸੀ ਉਹ ਪਾਕਿਸਤਾਨ ਦੇ ਨਾਲ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਚੀਨ ਦਾ ਜਿਹੜਾ ਹਮਲਾ ਸੀ ਉਹ ਵੀ ਸਾਡੇ ਤੇ ਜਿਹੜਾ ਉਹ ਹਿੰਦੁਸਤਾਨ ਤੇ ਹੋਇਆ, ਇੱਕ ਮਾੜੀ ਗੱਲ ਹੋਈ। ਇਸੇ ਤਰ੍ਹਾਂ ਦੇ ਨਾਲ ਜਿਹੜੀ ਅਸੀਂ ਫੌਜ ਭੇਜੀ ਸ਼੍ਰੀਲੰਕਾ ਦੇ ਵਿੱਚ, ਚਾਹੇ ਅਸੀਂ ਅਮਨ ਦੇ ਨਾਂ ਦੇ ਉੱਤੇ ਫੌਜ ਭੇਜੀ, ਪਰ ਇਹ ਤਾਂ ਸਾਫ਼ ਹੀ ਹੈ ਕਿ ਜਦੋਂ ਕਿਸੇ ਦੂਜੇ ਦੇਸ਼ 'ਚ ਫੌਜ ਜਾਂਦੀ ਹੈ ਤਾਂ ਇੱਕ ਉਹਨੂੰ ਜਿਹੜਾ ਇੱਕ ਸ਼ੱਕ ਦੀ ਨਿਗਾਹ ਦੇ ਨਾਲ ਵੇਖਿਆ ਜਾਂਦਾ। ਇਸ ਕਰਕੇ ਜਿਹੜੇ ਇਹੋ ਜਿਹੇ ਹਾਲਾਤ ਪੈਦਾ ਹੋਏ ਉਹਦੇ ਵਿੱਚ ਜਿਹੜਾ ਹਿੰਦੁਸਤਾਨ ਦਾ ਇੱਕ ਜਿਹੜਾ ਇੱਕ ਵੱਖਰੀ ਤਰ੍ਹਾਂ ਦਾ ਨਾਂ ਸੀ, ਜਿਹੜਾ ਜਿਹਦਾ ਇੰਪ੍ਰੈਸ਼ਨ ਇੱਕ ਵੱਖਰੀ ਤਰ੍ਹਾਂ ਦਾ ਸੀ, ਉਹ ਥੋੜ੍ਹਾ ਜਿਹਾ ਜ਼ਰੂਰ ਬਦਲਿਆ। ਤੇ ਜਿਹੜੇ ਸਾਡੇ ਗੁਆਂਢੀ ਦੇਸ਼ਾਂ ਦੇ ਨਾਲ ਜਿਹੜੇ ਸੰਬੰਧ ਸੀ ਉਹਨਾਂ ਦੇ ਵਿੱਚ ਵੀ ਇੱਕ ਤਣਾਅ ਆਇਆ, ਜਿਹੜਾ ਕਿ ਇੱਕ ਬਦਕਿਸਮਤੀ ਦੀ ਗੱਲ ਸੀ। ਚੰਗਾ ਹੁੰਦਾ ਕਿ ਅਸੀਂ ਗੁਆਂਢੀ ਦੇਸ਼ਾਂ ਦੇ ਨਾਲ ਬੈਠ ਕੇ ਤੇ ਜਿਹੜੇ ਵੀ ਮਸਲੇ ਨੇ ਉਹਨਾਂ ਨੂੰ ਅਸੀਂ ਆਪਸ ਵਿੱਚ ਬੈਠ ਕੇ ਭਰਾਤਰੀ ਤਰੀਕੇ ਦੇ ਨਾਲ, ਗੱਲਬਾਤ ਤਰੀਕੇ ਦੇ ਨਾਲ ਹੱਲ ਕਰਦੇ, ਪਰ ਉਹ ਨਹੀਂ ਹੋ ਸਕਿਆ। ਜਿਹੜੀ ਕਿ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ ਕਿ ਬਹੁਤ ਜ਼ਰੂਰੀ ਅੱਜ ਕੱਲ੍ਹ ਜਿਹੜਾ ਸਭ ਤੋਂ ਵੱਡਾ ਜਿਹੜਾ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਉਹ ਇਹ ਹੈ ਕਿ ਅਸੀਂ ਜਿਹੜੇ ਗੁਆਂਢੀ ਦੇਸ਼ ਹੈ ਉਹ ਆਪਸ ਵਿੱਚ ਬੜੇ ਗੂੜ੍ਹੇ ਸੰਬੰਧ ਬਣਾਈਏ, ਜਿਨ੍ਹਾਂ ਦੇ ਬਹੁਤ ਕੜਤਣ ਵਾਲੇ ਰਿਲੇਸ਼ਨ ਵੀ ਸੀ, ਉਹ ਵੀ ਇਹਨਾਂ ਹਾਲਤਾਂ ਦੇ ਵਿੱਚ ਜਿਹੜਾ ਆਪਸ ਵਿੱਚ ਬੈਠ ਕੇ ਗੱਲਬਾਤ ਕਰਕੇ ਮਸਲੇ ਜਿਹੜੇ ਉਹ ਹੱਲ ਕਰਨ ਲੱਗੇ। ਔਰ ਸਾਡਾ ਸਾਊਥ ਏਸ਼ੀਆ ਜਿਹਦੇ ਵਿੱਚ ਪਾਕਿਸਤਾਨ ਹੈ, ਨੇਪਾਲ ਹੈ, ਬੰਗਲਾਦੇਸ਼ ਹੈ, ਭੂਟਾਨ ਹੈ, ਸ਼੍ਰੀਲੰਕਾ ਹੈ, ਔਰ ਇੰਡੀਆ ਨੋ ਡਾਊਟ ਇੱਕ ਬਹੁਤ ਵੱਡੀ ਪਾਵਰ ਜਿਹੜੀ ਸਾਊਥ ਏਸ਼ੀਆ ਦੇ ਵਿੱਚ ਹੈ, ਇਕਨੋਮਿਕਲੀ ਵੀ, ਪੋਲੀਟੀਕਲੀ ਵੀ, ਆਬਾਦੀ ਦੇ ਤੌਰ ਦੇ ਉੱਤੇ ਵੀ, ਔਰ ਇੱਕ ਡੈਮੋਕ੍ਰੇਸੀ ਜਿਹੜੀ ਲਗਾਤਾਰ ਜਿਹਦੇ ਨਾਲ ਇੱਜ਼ਤ ਦੁਨੀਆ ਦੇ ਵਿੱਚ ਬਣੀ ਹੈ ਕਿ ਕਦੀ ਵੀ ਇੱਥੇ ਫੌਜੀ ਰਾਜ ਉਸ ਤਰੀਕੇ ਨਾਲ ਨਹੀਂ ਹੈ, ਸਿਵਾਏ 2 ਸਾਲ ਜਿਹੜੀ ਐਮਰਜੈਂਸੀ ਲੱਗੀ। ਡੈਮੋਕ੍ਰੇਸੀ ਦੀਆਂ ਜਿਹੜੀਆਂ ਜੜ੍ਹਾਂ ਵੀ ਜਿਹੜੀਆਂ ਉਹ ਕਾਫੀ ਡੂੰਘੀਆਂ ਨੇ। ਫਿਰ ਸਾਡਾ ਜਿਹੜਾ ਸੈਕੂਲਰ ਜਿਹੜਾ ਸਾਡਾ ਸੰਵਿਧਾਨ ਹੈ ਉਹ ਵੀ ਇੱਕ ਬਹੁਤ ਵੱਡੀ ਸਾਡੀ ਤਾਕਤ ਹੈ, ਔਰ ਇਸ ਦੇ ਨਾਲ ਜਿਹੜਾ ਅਸੀਂ ਹੋਰ ਵੱਡਾ ਰੋਲ ਪਲੇ ਕਰ ਸਕਦੇ ਹਾਂ। ਐਜ਼ ਏ ਬਿਗ ਬ੍ਰਦਰ ਸੀ ਕਹੀਏ, ਇੱਕ ਵੱਡੇ ਭਰਾ ਦੀ ਵੱਧ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਛੋਟਿਆਂ ਨੂੰ ਨਾਲ ਲੈ ਕੇ ਚੱਲੇ, ਉਹਨਾਂ ਨੂੰ ਨਾਲ ਲੈ ਕੇ ਚੱਲੇ, ਉਹਨਾਂ ਦੀ ਅਗਵਾਈ ਕਰੇ। ਉਸ ਅਗਵਾਈ ਦੇ ਵਿੱਚ ਹਿੰਦੁਸਤਾਨ ਨੂੰ ਚਾਹੀਦਾ ਹੈ ਕਿ ਇੱਕ ਵੱਡਾ ਰੋਲ ਅਸੀਂ ਜਿਹੜਾ ਪਲੇ ਕਰ ਸਕੀਏ। ਈਵਨ ਕਿ ਹੁਣ ਤੁਸੀਂ ਵੇਖੋ ਇੱਕ ਅਨਫੋਰਚੂਨੇਟ ਹੋਇਆ ਚੀਨ ਨਾਲ ਤਾਂ ਸਾਡਾ ਕਾਫੀ ਸਮੇਂ ਦਾ ਸੀ ਕਿ ਇੱਕ ਨੇਪਾਲ ਦੇ ਨਾਲ ਵੀ ਇੱਕ ਜਿਹੜਾ ਬਾਰਡਰ ਦਾ ਇਸ਼ੂ ਹੈ ਇਹ ਖਾਸ ਤੌਰ ਤੇ ਪੈਦਾ ਹੋ ਗਿਆ। ਨੋ ਡਾਊਟ ਕਿ ਵੇਖੋ ਬਹੁਤ ਵੱਡਾ ਬਾਰਡਰ ਹੈ ਨੇਪਾਲ ਦੇ ਨਾਲ, ਕੋਈ 1800 ਕਿਲੋਮੀਟਰ ਦਾ ਬਾਰਡਰ ਹੈ, ਚੀਨ ਦੇ ਨਾਲ ਕੋਈ 3000 ਕਿਲੋਮੀਟਰ ਦਾ ਬਾਰਡਰ ਹੈ। ਏਡੇ ਵੱਡੇ ਬਾਰਡਰਸ ਦੇ ਉੱਤੇ, ਔਰ ਉਹ ਵੀ ਇੱਕ ਪਹਾੜੀ ਇਲਾਕਿਆਂ ਦੇ ਵਿੱਚ, ਜਿਹਦੇ ਵਿੱਚ ਕਦੇ ਵੀ ਕੋਈ ਜਿਹੜੀ ਐਕਚੁਅਲ ਬਾਰਡਰ ਜਿਹੜਾ ਉਹ ਨਹੀਂ ਰਿਹਾ ਹੋਵੇ, ਜਿਹਨੂੰ ਅਸੀਂ ਇੱਕ ਮੈਕਮੋਨ ਲਾਈਨ ਕਹਿ ਦਿੰਦੇ ਹਾਂ ਅੰਗਰੇਜ਼ਾਂ ਦੇ ਵੇਲੇ, ਜਿਹੜੇ ਬਾਰਡਰ ਜਿਹੜੇ ਉਹ ਕ੍ਰੀਏਟ ਉਸ ਵੇਲੇ ਹੋਏ। ਪਰ ਕਿਤੇ ਨਾ ਕਿਤੇ ਤਾਂ ਸਾਨੂੰ ਜਿਹੜਾ ਵਾ ਉਹ ਮੰਨਣਾ ਪਊਗਾ ਕਿ ਅਸੀਂ ਇੱਕ ਹਕੀਕਤ ਹੋ ਕੇ ਇੱਕ ਹਿਸਟੋਰੀਕਲ ਦਸਤਾਵੇਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਤਰ੍ਹਾਂ ਦੇ ਜਿਹੜੇ ਬਾਰਡਰਸ ਦੇ ਮਸਲੇ ਨੇ ਉਹਨਾਂ ਨੂੰ ਸਾਰੇ ਦੇਸ਼ ਆਪਸ ਵਿੱਚ ਬੈਠ ਕੇ ਗੱਲਬਾਤ ਦੇ ਤਰੀਕੇ ਨਾਲ ਜਿਹੜਾ ਉਹ ਹੱਲ ਕਰੀਏ। ਤੇ ਕਿਉਂਕਿ ਲੜਾਈ ਦੇ ਨਾਲ ਕਦੇ ਵੀ ਕੋਈ ਮਸਲਾ ਨਹੀਂ ਹੱਲ ਹੁੰਦਾ ਸੀ। ਪਾਕਿਸਤਾਨ ਦੇ ਨਾਲ ਵੀ 2 ਜੰਗਾਂ ਦੇ ਲੜ ਲਈਆਂ ਸੀ, ਕੋਈ ਮਸਲਾ ਹੱਲ ਹੋਇਆ, ਅਜੇ ਵੀ ਉਂਝ ਦੇ ਉਂਝ ਜਿਹੜਾ ਇਸ਼ੂ ਹੈ ਉਹ ਪਏ। ਚੀਨ ਦੇ ਨਾਲ ਵੀ ਅਸੀਂ ਜਿਹੜੀ ਲੜਾਈ ਬਾੜ ਦੀ ਲੜ ਲਈ, ਉਹ ਬਾਰਡਰ ਦਾ ਇਸ਼ੂ ਉਂਝ ਦਾ ਉਂਝ ਹੈ, ਚਾਹੇ ਉਹਨੇ ਸਾਡੇ ਕੁਝ ਜਿਹੜੇ ਏਰੀਆ ਨੇ ਉਹ ਦੱਬੇ ਵੀ ਹੋਏ ਨੇ, ਪਰ ਫਿਰ ਵੀ ਮਸਲਾ ਜਿਹੜਾ ਵਾ ਉਹ ਪੂਰੀ ਤਰ੍ਹਾਂ ਨਾਲ ਹੱਲ ਨਹੀਂ ਹੋਇਆ। ਇਸ ਕਰਕੇ ਜ਼ਰੂਰੀ ਅੱਜ ਇਹ ਹੈ ਕਿ ਜੇ ਅਸੀਂ ਆਪਸ ਵਿੱਚ ਵਪਾਰ ਕਰਦੇ ਹਾਂ ਇਸ ਏਰੀਏ ਦੇ ਵਿੱਚ, ਸਾਊਥ ਏਸ਼ੀਆ ਦੇ ਵਿੱਚ ਖੁੱਲ੍ਹਾ ਵਪਾਰ ਇੱਕ ਦੂਜੇ ਨਾਲ ਹੁੰਦਾ, ਪਾਕਿਸਤਾਨ ਦੇ ਨਾਲ ਅਸੀਂ ਜਿਹੜੇ ਆ ਉਹ ਬਾਰਡਰ ਖੋਲ੍ਹੀਏ ਤੇ ਵਪਾਰ ਜਿਹੜਾ ਵਾ ਸਾਡੇ ਤੋਂ ਬਹੁਤ ਵੱਡਾ ਪੋਟੈਂਸ਼ੀਅਲ ਆ ਸਾਡੇ ਦੇਸ਼ ਦੇ ਵਿੱਚ, ਜਿਹੜਾ ਅਸੀਂ ਪਾਕਿਸਤਾਨ ਦੇ ਵਿੱਚ ਐਕਸਪੋਰਟ ਕਰ ਸਕਦੇ ਹਾਂ, ਜਿਹਦੇ ਨਾਲ ਸਾਡੀ ਖੇਤੀਬਾੜੀ, ਸਾਡੀ ਇੰਡਸਟਰੀ, ਸਾਡਾ ਜਿਹੜਾ ਟੂਰਿਜ਼ਮ ਜਿਹੜਾ ਹੈ ਹੋਰ ਬਹੁਤ ਵੱਡੀ ਤਰੱਕੀ ਕਰ ਸਕਦਾ ਹੈ। ਇਸੇ ਤਰ੍ਹਾਂ ਦੇ ਨਾਲ ਨੇਪਾਲ ਦੇ ਵਿੱਚ ਤਾਂ ਸਾਡਾ ਸੰਬੰਧ ਹੈ ਹੀ ਹੈ, ਬਹੁਤ ਇਤਿਹਾਸਕ ਗੂੜਾ ਸਾਡਾ ਸੰਬੰਧ ਆ, ਬਾਰਡਰ ਸਾਡੇ ਨੇਪਾਲ ਦੇ ਨਾਲ ਖੁੱਲ੍ਹੇ ਨੇ। ਇਸੇ ਤਰ੍ਹਾਂ ਨਾਲ ਅਸੀਂ ਚੰਗੇ ਹੋਰ ਜਿਹੜੇ ਬੈਟਰ ਰਿਲੇਸ਼ਨ ਜਿਹੜੇ ਬੰਗਲਾਦੇਸ਼, ਸ਼੍ਰੀਲੰਕਾ ਦੇ ਨਾਲ ਅਸੀਂ ਕਰੀਏ ਤਾਂ ਇਸ ਖਿੱਤੇ ਦੇ ਵਿੱਚ, ਇਸ ਸਾਊਥ ਏਸ਼ੀਆ ਦੇ ਵਿੱਚ ਅਸੀਂ ਸਫਲ ਹੋ ਜਾਈਏ। ਇੱਕ ਅਮਨ ਨੂੰ ਜਿਹੜਾ ਸਦੀਮੀ ਤੌਰ ਦੇ ਉੱਤੇ ਬੰਨਣ ਦੇ ਲਈ, ਸਦੀਮੀ ਤੌਰ ਦੇ ਉੱਤੇ ਦੀ ਗਰੰਟੀ ਕਰਨ ਦੇ ਲਈ ਤੇ ਇੱਕ ਬਹੁਤ ਵੱਡਾ ਰੋਲ ਜਿਹੜਾ ਵਾ ਇਹ ਖਿੱਤਾ ਪੂਰੀ ਦੁਨੀਆ ਦੇ ਵਿੱਚ ਅਦਾ ਕਰ ਸਕਦਾ। ਬਾਟ ਸਾਹਿਬ, ਜਿੱਦਾਂ ਤੁਸੀਂ ਗੱਲ ਕੀਤੀ ਹੈਗੀ ਆ ਕਿ ਭਾਰਤ ਦੀ ਇੱਕ ਲੈਗੇਸੀ ਰਹੀ ਆ, ਇਤਿਹਾਸ ਰਿਹਾ
ਤੇ ਈਵਨ ਅਸੀਂ ਦੇਖਿਆ ਵੀ ਜਿਹੜੀਆਂ ਗਵਰਨਮੈਂਟਸ ਰਹੀਆਂ ਨੇ, ਅਸੀਂ ਜਿਹੜੀ ਨਿਰਪੱਖ ਨਿਰਲੇਪ ਨੀਤੀ ਦੇ ਦਾ ਹਿੱਸਾ ਰਹੇ ਹਾਂ, ਗੁੱਟ ਨਿਰਲੇਪ ਨੀਤੀ ਦਾ ਹਿੱਸਾ ਰਹੇ ਹਾਂ, ਤੇ ਅਸੀਂ ਅਲੱਗ-ਅਲੱਗ ਕੋਸ਼ਿਸ਼ਾਂ ਦੇ ਰਾਹੀਂ ਜਿਹੜੀ ਵਿਸ਼ਵ ਸ਼ਾਂਤੀ ਹੈਗੀ ਆ ਉਹਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹਾਂ। ਪਰ ਕੁਝ ਸਮੇਂ ਤੋਂ ਜਿੱਦਾਂ ਕਿ ਭਾਰਤ ਦੀਆਂ ਨੀਤੀਆਂ ਤੋਂ ਕੁਝ ਲੱਗ ਰਿਹਾ, ਜਿੱਦਾਂ ਕਿ ਨਿਤਿਆਂਚੂ ਇੰਡੀਆ ਦੇ ਵਿੱਚ ਕਈ ਵਾਰੀ ਮੋਦੀ ਸਾਹਿਬ ਦੇ ਨਾਲ ਉਹਨਾਂ ਨੇ ਚੱਕਰ ਮਾਰਿਆ, ਜਾਂ ਮੋਦੀ ਸਾਹਿਬ ਨੇ ਉਹਨਾਂ ਨੂੰ ਆਪਣੀ ਮੀਡੀਆ ਦੇ ਰਾਹੀਂ ਕਾਫੀ ਵਾਰੀ ਗਲੈਮਰਾਈਜ਼ ਕੀਤਾ, ਕਿਉਂਕਿ ਇੱਕ ਪਾਸੇ ਧਾੜਵੀ ਨੇ, ਇੱਕ ਪਾਸੇ ਆਮ ਲੋਕ ਨੇ। ਫਲਸਤੀਨ ਦੀ ਲੜਾਈ ਦਾ ਮਾਮਲਾ, ਚਲੋ ਅਸੀਂ ਜੇ ਉਸ ਲੜਾਈ ਦਾ ਹਿੱਸਾ ਨਾ ਵੀ ਬਣੀਏ, ਦੂਜੇ ਪਾਸੇ ਟਰੰਪ ਸਾਹਿਬ ਨੇ ਉਹਨਾਂ ਦੇ ਨਾਲ ਵੀ ਕੁਝ ਇਹ ਅਲਾਈਅੰਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਜਿਹੜੇ ਬੰਦੇ ਵਿਸ਼ਵ ਸ਼ਾਂਤੀ ਨੂੰ ਖਤਰਾ ਨੇ ਜਾਂ ਇਦਾਂ ਕਹਦੀ ਵੀ ਅਨਸਟੇਬਲਾਈਜ਼ ਕਰਨ ਲੱਗੇ ਹੋਏ ਨੇ, ਕੀ ਜਿਹੜੀਆਂ ਜਿਹੜੀਆਂ ਲੰਘ ਰਹੀਆਂ ਗਵਰਨਮੈਂਟਸ ਨੇ, ਇਹ ਜਿਹੜੀ ਸਾਡੀ ਲੀਗੇਸੀ ਰਹੀ ਹੈ ਉਸ ਤੋਂ ਥੋੜਾ ਪਾਸੇ ਨੂੰ ਨਹੀਂ ਜਾ ਰਹੀ? ਤੁਹਾਡਾ ਬਹੁਤ ਸਵਾਲ ਵਾਜਿਬ ਹੈ ਜੀ। ਹਾਂ, ਜ਼ਰੂਰ ਜਿਹੜੀ ਹੈ ਗੁੱਟ ਨਿਰਲੇਪ ਦੇਸ਼ਾਂ ਦੀ ਜਿਹੜੀ ਲਹਿਰ ਹੈ ਉਹ ਕਮਜ਼ੋਰ ਹੋਈ ਹੈ। ਕਿਤੇ ਬਹੁਤ ਵੱਡੀ ਲਹਿਰ ਹੁੰਦੀ ਸੀ, ਔਰ ਜਦੋਂ ਕਿਤੇ ਇਹਨਾਂ ਦੀ ਕਾਨਫਰੰਸ ਹੁੰਦੀ ਸੀ ਜਿਹਦੇ ਵਿੱਚ ਜਿਹੜਾ ਯਾਸਰ ਅਰਾਫਾਤ ਤੋਂ ਲੈ ਕੇ ਟੀਟੋ ਤੱਕ ਤੇ ਮਿਸਰ ਦੇ ਨਾਸਰ ਤੱਕ ਤੇ ਪੰਡਿਤ ਨਹਿਰੂ ਤੇ ਉਸ ਤੋਂ ਬਾਅਦ ਇੰਦਰਾ ਗਾਂਧੀ, ਤੇ ਇੱਕ ਬਹੁਤ ਵੱਡੀ ਪਾਵਰਫੁਲ 100 ਤੋਂ ਵੱਧ ਦੇਸ਼ਾਂ ਦੇ ਜਿਹੜੇ ਇਹਦੇ ਮੈਂਬਰ ਸੀ, ਔਰ ਬੜੇ ਵੱਡਾ ਇੱਕ ਇੰਪੈਕਟ ਸੀ ਇਹਦਾ ਪੂਰੇ ਦੁਨੀਆ ਦੇ ਵਿੱਚ। ਉਹ ਜਿਹੜਾ ਹੈ, ਕਿਉਂਕਿ ਇੱਕ ਸੋਵੀਅਤ ਜਿਹੜੀ ਧਿਰ ਸੀ ਉਹ ਟੈਟੇਰੀ ਹੋ ਗਈ, ਤੇ ਸਿਰਫ ਇੱਕੋ ਯੂਨੀਪੋਲਰ ਸਿਸਟਮ ਜਿਹੜਾ ਸੀ ਜਿਹਨੂੰ ਕਹਿ ਦਈਏ ਕਿ ਉਹ ਸਿਰਫ ਅਮਰੀਕਾ ਤੇ ਉਹਦੇ ਅਲਾਈ ਰਹਿ ਗਏ। ਇੱਕ ਨੈਟੋ ਦਾ ਜਿਹੜਾ ਅਲਾਇੰਸ ਹੈ ਉਹੀ ਰਹਿ ਗਿਆ, ਜਿਹੜਾ ਕੋਸ਼ਿਸ਼ ਕਰਦਾ ਸੀ ਕਿ ਅਸੀਂ ਹੁਣ ਜਿਹੜਾ ਵੀ ਸਾਡੇ ਖਿਲਾਫ ਬੋਲੇ ਉਹਨੂੰ ਅਸੀਂ ਦੱਬ ਦੇਣਾ। ਤੁਸੀਂ ਸੁਣਿਆ ਹੋਵੇਗਾ ਕਿ ਜਦੋਂ ਬੁਸ਼ ਸੀ, ਉਸ ਨੇ ਜਦੋਂ ਅਫਗਾਨਿਸਤਾਨ ਦਾ ਕ੍ਰਾਈਸਿਸ ਪੈਦਾ ਹੋਇਆ ਤਾਂ ਉਹਨੇ ਜਿਹੜਾ ਸੀ ਦੁਨੀਆ ਦੇ ਸਾਹਮਣੇ ਇਹ ਕਿਹਾ ਕਿ ਜਾਂ ਤਾਂ ਤੁਸੀਂ ਮੇਰੇ ਨਾਲ ਹੋ ਤੇ ਜਾਂ ਮੇਰੇ ਖਿਲਾਫ। ਠੀਕ ਹੈ, ਇਹ ਨਹੀਂ ਹੈ ਕਿ ਮੈਂ ਜਿਹੜਾ ਨਿਊਟਰਲ ਰਹਿਣਾ ਚਾਹੁੰਦਾ ਵਾਂ ਤੇ ਸਾਡਾ ਦੇਸ਼ ਤੇ ਸਾਨੂੰ ਨਿਊਟਰਲ ਰਹਿਣ ਦੀ ਵੀ ਆਗਿਆ ਨਹੀਂ ਕਿ ਜਾਂ ਮੇਰੇ ਨਾਲ ਹੋ ਤੇ ਜਾਂ ਮੇਰੇ ਅਗੇਂਸਟ ਹੋ। ਇਸ ਤਰੀਕੇ ਦੀਆਂ ਜਿਹੜੀਆਂ ਨੀਤੀਆਂ ਘੜ ਕੇ ਤੇ ਇਹਨਾਂ ਦੇਸ਼ਾਂ ਦੇ ਉੱਤੇ ਜਿਹੜਾ ਆਪਦਾ ਦਬਾਅ ਪਾ ਕੇ ਤੇ ਇੱਕ ਫੋਰਨ ਪਾਲਿਸੀ ਜਿਹੜੀ ਸਾਡੀ ਸੀ ਉਹਦੇ ਵਿੱਚ ਇੱਕ ਚੇਂਜ ਜਿਹੜੀ ਪਿਛਲੇ ਸਮੇਂ ਦੇ ਵਿੱਚ ਆਈ, ਜਿਹਦੇ ਵਿੱਚ ਸਾਡੇ ਫੰਦੇ ਬੜੇ ਕਲੀਅਰ ਸੀ। ਸਾਡੀ ਵਿਦੇਸ਼ ਨੀਤੀ ਦੇ ਸਾਡੇ ਇੰਟਰਨਲ ਡਿਫਰੈਂਸ ਜ਼ਰੂਰ ਹੁੰਦੇ ਸੀ, ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ, ਸਾਡੇ ਇਕਨੋਮਿਕ ਇਸ਼ੂਜ਼ ਤੇ ਹੋਣ, ਪੋਲੀਟੀਕਲ ਇਸ਼ੂ ਦੇ ਹੋਣ, ਪਰ ਜਦੋਂ ਫੋਰਨ ਪਾਲਿਸੀ ਦਾ ਸੰਬੰਧ ਹੁੰਦਾ ਸੀ ਤਾਂ ਯੂਨਾਨੀ ਮਸਲੇ ਹਰੇਕ ਪੋਲੀਟੀਕਲ ਫੋਰਸ ਕਹਿੰਦੀ ਸੀ ਗੁੱਟ ਨਿਰਲੇਪ ਨੀਤੀ ਕਿ ਅਸੀਂ ਇਹਦੇ ਨਾਲ ਖੜੇ ਹਾਂ। ਇਸ ਕਰਕੇ ਇਹ ਜਿਹੜੀ ਨੀਤੀ ਹੈ, ਇਹ ਜਿਹੜੀ ਸਾਡੀ ਪਾਲਿਸੀ ਸੀ ਉਹਦੀ ਡੈਵੀਏਸ਼ਨ ਹੋਈ ਹੈ। ਸਾਡਾ ਝੁਕਾਅ ਜਿਹੜਾ ਵੱਧ ਉਹ ਅਮਰੀਕਾ ਦੇ ਵੱਲ ਹੋਇਆ, ਇਹਦੇ 'ਚ ਕੋਈ ਜਿਹੜਾ ਉਹ ਸ਼ੱਕ ਨਹੀਂ ਹੈ ਪਿਛਲੇ ਸਮੇਂ ਦੇ ਵਿੱਚ। ਪਰ ਅਸੀਂ ਇਹ ਨਹੀਂ ਕਹਿੰਦੇ ਕਿ ਅਮਰੀਕਾ ਦੇ ਨਾਲ ਸੰਬੰਧ ਨਾ ਰੱਖੇ ਜਾਣ। ਅਸੀਂ ਕਹਿੰਦੇ ਹਾਂ ਕਿ ਇਸ ਵੇਲੇ ਜਿਹੜੀ ਦੁਨੀਆ ਦੇ ਵਿੱਚ ਜੋ ਆਰਥਿਕ ਨੀਤੀਆਂ ਨੇ, ਜੋ ਦੁਨੀਆ ਦੇ ਹਾਲਾਤ ਨੇ, ਕੋਈ ਵੀ ਇੱਕ ਦੇਸ਼ ਜਿਹੜਾ ਹੈ ਉਹ ਆਈਸੋਲੇਸ਼ਨ ਦੇ ਵਿੱਚ ਤਰੱਕੀ ਨਹੀਂ ਕਰ ਸਕਦਾ। ਵੀ ਆਰ ਇੰਟਰਡਿਪੈਂਡੈਂਟ। ਜਿਹੜੀ ਪੂਰੀ ਦੁਨੀਆ ਜਿਹੜੀ ਹੈ ਉਹ ਗਲੋਬਲਾਈਜੇਸ਼ਨ ਦੀ ਵਜ੍ਹਾ ਦੇ ਕਰਕੇ ਬਹੁਤ ਛੋਟੀ ਹੋ ਗਈ ਹੈ। ਹਰ ਦੇਸ਼ ਨੂੰ ਕੁਝ ਨਾ ਕੁਝ ਦੂਸਰੇ ਦੇਸ਼ ਤੋਂ ਲੈਣਾ ਪੈਣਾ ਤੇ ਕੁਝ ਨਾ ਕੁਝ ਉਸ ਦੇਸ਼ ਨੂੰ ਦੂਸਰੇ ਦੇਸ਼ ਤੋਂ ਲੈਣਾ ਪੈਣਾ। ਇਸ ਕਰਕੇ ਇੰਟਰਡਿਪੈਂਡੈਂਟ ਇੱਕ ਜਿਹੜੀ ਚੀਜ਼ ਹੈ ਉਹ ਹੋ ਗਈ। ਅੱਜ ਤੁਸੀਂ ਵੇਖੋਗੇ ਚਾਈਨਾ ਜਿਹੜਾ ਵਾ ਇੰਨਾ ਸਮਾਨ, ਜੇ ਤੁਹਾਨੂੰ ਕਿਤੇ ਮੌਕਾ ਮਿਲੇ ਜਾਣ ਦਾ ਯੂਰਪ ਦੇ ਵਿੱਚ ਜਾਂ ਅਮਰੀਕਾ ਕੈਨੇਡਾ ਦੇ ਵਿੱਚ, ਕਿ ਸਾਰਾ ਜਿਹੜਾ 60% 70% ਦੇ ਕਰੀਬ ਜਿਹੜਾ ਸਮਾਨ ਹੈ ਉਹ ਸਾਰਾ ਉਹਨਾਂ ਦੇਸ਼ਾਂ ਦੇ ਵਿੱਚ ਭਰਿਆ। ਗਾਲਾਂ ਕੱਢੀ ਜਾਂਦਾ ਨਾ ਟਰੰਪ, ਚਾਈਨਾ ਨੂੰ ਕੱਢੀ ਜਾਂਦਾ, ਉਹਨਾਂ ਨੇ ਕਿਹਾ ਇੱਥੇ ਇੰਝ ਹੈ ਜੀ ਇੰਝ ਹੈ। ਕੀ ਉਹ ਰੋਕ ਸਕਦਾ ਕਿ ਚਾਈਨਾ ਦੇ ਨਾਲ ਜਿੰਨੀਆਂ ਚਾਈਨਾ ਦੀਆਂ ਐਪਲ ਦਾ ਫੋਨ ਤੁਸੀਂ ਲੈ ਲਓ, ਸੈਮਸੰਗ ਦੇ ਫੋਨ ਤੁਸੀਂ ਲੈ ਲਓ, ਹੋਰ ਜਿੰਨੀਆਂ ਵੀ ਚੀਜ਼ਾਂ ਜਿਹੜੀਆਂ ਉਹ ਲੈ ਲਓ, ਸਾਰੀ ਦੀਆਂ ਸਾਰੀਆਂ ਭਾਵੇਂ ਅਮਰੀਕਨ ਕੰਪਨੀਜ਼ ਹੈ ਪਰ ਬਣ ਚੀਨ ਦੇ ਵਿੱਚ ਰਹੀਆਂ। ਉੱਥੋਂ ਜਿਹੜਾ ਸਾਰਾ ਸਮਾਨ ਜਿਹੜਾ ਵਾ ਉੱਥੇ ਜਾ ਰਿਹਾ, ਤੇ ਚੀਨ ਦਾ ਆਪਣਾ ਬੜਿਆ ਵੀ ਸਮਾਨ ਜਿਹੜਾ ਉਹ ਜਾ ਰਿਹਾ। ਸਾਡੇ ਵੀ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਸੀ ਜੀ ਬਾਈਕਾਟ ਕਰੋ ਜੀ, ਬਾਈਕਾਟ ਕਰੋ। ਵੀ ਬਾਈਕਾਟ ਕਰਨਾ ਤਾਂ ਰੋਕ ਲਓ, ਇੰਪੋਰਟ ਰੋਕ ਦਿਓ, ਉਹਨਾਂ ਦੀ ਆਪਣੇ ਆਪ ਹੀ ਬਾਈਕਾਟ ਹੋ ਜਾਏਗਾ। ਕਿਵੇਂ ਰੋਕ ਲਓਗੇ? ਕੀ ਜਿਹੜਾ ਅਸੀਂ ਰੋਕ ਲਵਾਂਗੇ ਕਿ ਸਾਡੇ ਜਿਹੜੇ ਮੋਬਾਈਲ ਫੋਨਸ ਨੇ, ਸਾਡੇ ਜਿਹੜੇ ਟੀਵੀਜ਼ ਨੇ, ਸਾਡੀਆਂ ਜਿਹੜੀਆਂ ਕਾਰਾਂ ਨੇ, ਕਿੰਨੀਆਂ ਸਾਡੀਆਂ ਲੋਕਲ ਕਾਰਾਂ, ਕਿੰਨੀਆਂ ਕੰਪਨੀਆਂ ਨੇ। ਇੱਕ ਅਮਰੂਤੀ ਨੂੰ ਅਸੀਂ ਸਭ ਤੋਂ ਵੱਧ ਸਮਝਦੇ ਸੀ, ਉਹ ਵੀ ਤਾਂ ਜਿਹੜੀ ਸੁਜ਼ੂਕੀ ਕੰਪਨੀ ਜਿਹੜੀ ਜਾਪਾਨ ਦੀ ਹੈ, ਉਹਨੂੰ ਅਸੀਂ ਜਿਹੜਾ ਸਭ ਤੋਂ ਵੱਧ ਸਮਝਦੇ ਸਾਡੀ ਮਰੂਤੀ, ਉਹ ਵੀ ਸੁਜ਼ੂਕੀ ਹੈ। ਤੇ ਸਭ ਤੋਂ ਵੱਧ ਸਾਡੀ ਜਿਹੜੀ ਉਹ ਅੰਬੈਸਡਰ ਜਿਹੜੀ ਰਹਿ ਗਈ ਉਹ ਤਾਂ ਉਂਝ ਖਤਮ ਹੋ ਗਈ। ਫਿਰ ਏਸੀ ਤੋਂ ਲੈ ਕੇ ਫਿਰ ਹਰ ਚੀਜ਼ ਜਿਹੜੀ ਸਾਡੀ ਲੋੜ ਦੀ, ਜਿਹੜੀ ਡੇਲੀ ਯੂਜ਼ ਦੀ ਲੋੜ ਹੈ, ਉਹ ਅਸੀਂ ਕਿਤੇ ਨਾ ਕਿਤੇ ਸਾਨੂੰ ਮੰਗਵਾਉਣੀ ਪੈਣੀ ਹੈ। ਤੇ ਕਿਤੇ ਨਾ ਕਿਤੇ ਸਾਡਾ ਸਮਾਨ ਵੀ
ਬਾਹਰ ਜਾਣਾ, ਕਿਉਂਕਿ ਇੰਟਰਡਿਪੈਂਡੈਂਟ ਜਿਹੜੀ ਦੁਨੀਆ ਜਿਹੜੀ ਆ ਉਹ ਹੈ। ਇਸ ਕਰਕੇ ਇਹਦੇ ਵਿੱਚ ਅਸੀਂ ਕਹਿੰਦੇ ਕਿ ਜਿਹੜੇ ਸਬੰਧ ਹੈ ਅਮਰੀਕਾ ਨਾਲ ਸਬੰਧ ਹੋਣ ਤੇ ਬਰਾਬਰਤਾ ਦੇ ਸਬੰਧ ਹੋਣ, ਆਪਸ ਵਿੱਚ ਸਵੈਮਾਨ ਉਹ ਵੀ ਸਾਡੀ ਇੱਜ਼ਤ ਕਰੇ, ਅਸੀਂ ਵੀ ਉਹਦੀ ਇੱਜ਼ਤ ਕਰੀਏ। ਇਸੇ ਤਰ੍ਹਾਂ ਦੇ ਨਾਲ ਜਿਹੜਾ ਜੇ ਇਜ਼ਰਾਈਲ ਦੇ ਨਾਲ ਸਬੰਧ ਸਾਡੇ ਇੰਡੀਆ ਦੇ, ਤਾਂ ਉਸੇ ਬਰਾਬਰਤਾ ਦੇ ਨਾਲ ਫਲਸਤੀਨ ਦੇ ਨਾਲ ਵੀ ਹੋਣੇ ਚਾਹੀਦੇ, ਬਲਕਿ ਫਲਸਤੀਨ ਦੇ ਨਾਲ ਵੱਧ ਹੋਣੇ ਚਾਹੀਦੇ, ਕਿਉਂਕਿ ਦੱਬੇ ਕੁਚਲੇ ਲੋਕ ਨੇ, ਉਹਨਾਂ ਦੀ ਜਿਹੜੀ ਅਜੇ ਆਜ਼ਾਦੀ ਹੈ ਜਿਹਦੇ ਲਈ ਉਹ ਲੋਕ ਲੜ ਰਹੇ ਨੇ ਇੰਨੇ ਸਾਲਾਂ ਤੋਂ, ਉਹ ਆਜ਼ਾਦੀ ਜਿਹੜੀ ਇਜ਼ਰਾਈਲ ਨੇ ਵੀ ਮੰਨੀ ਸੀ, ਉਹ ਆਜ਼ਾਦੀ ਉਹਨਾਂ ਨੂੰ ਨਹੀਂ ਮਿਲੀ। ਉਹ ਅਜੇ ਵੀ ਇੰਡੀਪੈਂਡੈਂਟ ਦੇਸ਼ ਨਹੀਂ ਮਿਲਿਆ, ਚਾਹੇ ਕੁਝ ਦੇਸ਼ਾਂ ਨੇ ਉਹਨੂੰ ਜਿਹੜਾ ਵਾ ਇੰਡੀਪੈਂਡੈਂਟ ਦੇਸ਼ ਦੇ ਤੌਰ ਤੇ ਮਾਨਤਾ ਦੇ ਦਿੱਤੀ ਆ, ਫਰਾਂਸ, ਸਵੀਡਨ ਤੇ ਕੁਝ ਦੇਸ਼ ਹੋਰ ਨੇ ਉਹਨਾਂ ਨੇ ਮਾਨਤਾ ਦੇ ਦਿੱਤੀ ਹੈ। ਪਰ ਜੇ ਹਿੰਦੁਸਤਾਨ ਦਾ ਅਸੀਂ ਅਜੇ ਜਿਹੜੇ ਸਭ ਤੋਂ ਵੱਧ ਪਹਿਲਾਂ ਅਸੀਂ ਮਾਨਤਾ ਦਿੰਦੇ ਸੀ ਇਹੋ ਜਿਹੇ ਲਿਬਰੇਟਡ ਕੰਟਰੀਜ਼ ਨੂੰ, ਅਸੀਂ ਅਜੇ ਉਹ ਮਾਨਤਾ ਇਜ਼ਰਾਈਲ ਨੂੰ ਐਜ਼ ਏ ਫਲਸਤੀਨ ਨੂੰ ਐਜ਼ ਏ ਦੇਸ਼ ਦੇ ਤੌਰ ਦੇ ਉੱਤੇ ਉਹਨਾਂ ਨੂੰ ਨਹੀਂ ਕੀਤਾ ਹੈ। ਇਸ ਕਰਕੇ ਅਜੇ ਵੀ ਸਾਡੇ ਲੋਕ ਜਿਹੜੇ ਆ, ਸਾਡੇ ਦੋ ਪੱਖ ਹੈ, ਸਾਡੀ ਸਰਕਾਰ ਜਿਹੜੀ ਹੈ ਉਹ ਹੋਰ ਤਰੀਕੇ ਨਾਲ ਸੋਚਦੀ ਹੈ, ਪਰ ਸਾਡੇ ਲੋਕ ਜਿਹੜੇ ਆ ਹੋਰ ਤਰ੍ਹਾਂ ਨਾਲ ਸੋਚਦੇ। ਸਾਡੇ ਲੋਕ ਅਜੇ ਵੀ ਸੋਚਦੇ ਆ ਕਿ ਅਸੀਂ ਜਿਹੜਾ ਧਾੜਵੀਆਂ ਦੇ ਨਾਲ ਨਹੀਂ ਖੜਨਾ ਹੈ, ਅਸੀਂ ਲੜ ਰਹੇ ਲੋਕਾਂ ਦੇ ਨਾਲ ਖੜਨਾ ਵਾ। ਅਸੀਂ ਸਾਮਰਾਜ ਨੂੰ ਦੇਖਿਆ ਹੋਇਆ 200 ਸਾਲ ਕੀ ਕੀਤਾ, ਸਾਡੇ ਤੇ ਜ਼ੁਲਮ ਕੀਤੇ, ਅਸੀਂ ਉਹਨਾਂ ਦੇ ਨਾਲ ਨਹੀਂ ਖੜਨਾ। ਹਾਂ, ਸੰਬੰਧ ਅਸੀਂ ਰੱਖਣੇ ਉਹਨਾਂ ਦੇ ਨਾਲ, ਸੰਬੰਧ ਰੱਖਣੇ ਆ, ਬਰਾਬਰਤਾ ਦੇ ਸੰਬੰਧ ਰੱਖਣੇ ਆ, ਪਰ ਅਸੀਂ ਜਿਹੜਾ ਵਾ ਅਜੇ ਵੀ ਜਿੱਥੇ ਅਨਿਆਂ ਹੁੰਦਾ ਉਸ ਅਨਿਆਂ ਦੇ ਖਿਲਾਫ ਬੋਲਣਾ, ਉਹਦੇ ਖਿਲਾਫ ਲੜਨਾ ਤੇ ਦੱਬੇ ਕੁਚਲੇ ਜਿਹੜੇ ਲੋਕ ਹੈ ਉਹਨਾਂ ਦੀ ਆਜ਼ਾਦੀ ਦੇ ਲਈ ਖੜਨਾ। ਜੀ ਤੁਸੀਂ ਪਾਕਿਸਤਾਨ ਵੀ ਤੁਹਾਡਾ ਕਾਫੀ ਵਾਰੀ ਜਾਣਾ ਹੋਇਆ। ਪਿਛਲੇ ਦਿਨਾਂ ਦੇ ਵਿੱਚ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਗਿਆ। ਸਾਡੇ ਰਿਲੇਸ਼ਨਾਂ ਦੇ ਵਿੱਚ ਕੁਝ ਕੁੜੱਤਨਾਂ ਰਹੀਆਂ ਨੇ। ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਗਿਆ ਤੇ ਮੈਨੂੰ ਲੱਗਦਾ ਦੋ ਦੇਸ਼ਾਂ ਦੇ ਵਿਚਕਾਰ ਸ਼ਾਇਦ ਸ਼ਾਂਤੀ ਲਈ ਵੀ ਰਾਹ ਬਣਿਆ ਹੈ। ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਰਤਾਰਪੁਰ ਸਾਹਿਬ ਲਾਂਘਾ ਖਾਸ ਕਰਕੇ? ਇਹਨਾਂ 'ਚ ਬੜਾ ਜਿਹੜਾ ਸੰਵੇਦਨਾਸ਼ੀਲ ਜਾਂ ਜਿਹਨੂੰ ਕਹਿ ਲਈਏ ਸੈਂਸਿਟਿਵ ਕਿਸਮ ਦਾ ਇਸ਼ੂ ਹੈ। ਖਾਸ ਕਰਕੇ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ, ਮੈਂ ਤੁਹਾਨੂੰ ਦੱਸ ਦਿਆਂ ਕਿ ਸਾਡਾ ਜਿਹੜਾ ਮੇਰਾ ਨਿੱਜੀ ਤੌਰ ਦੇ ਉੱਤੇ ਸਾਡਾ ਜਿਹੜਾ ਵੰਡ ਤੋਂ ਪਹਿਲਾਂ ਸਾਡਾ ਜ਼ਿਲ੍ਹਾ ਲਾਹੌਰ ਸੀ ਔਰ ਤਹਿਸੀਲ ਸਾਡੀ ਕਸੂਰ ਸੀ। ਕਸੂਰ ਜਿਹੜੀ ਤਹਿਸੀਲ ਹੈ ਉਹਦੇ ਕੁਝ ਪਿੰਡ ਜਿਹੜੇ ਆ ਉਹ ਇੰਡੀਆ ਵਾਲੇ ਪਾਸੇ ਰਹਿ ਗਏ ਤੇ ਕੁਝ ਪਿੰਡ ਜਿਹੜੇ ਆ ਉਹ ਪਾਕਿਸਤਾਨ ਦੇ ਵਿੱਚ ਚਲੇ ਗਏ। ਸਾਡਾ ਪਿੰਡ ਜਿਹੜਾ ਬਾਰਡਰ ਤੋਂ ਕੋਈ 15 ਕਿਲੋਮੀਟਰ ਇਸ ਪਾਸੇ ਵੱਲ ਇੰਡੀਆ, ਉਹ ਸਾਡਾ ਪਿੰਡ ਜਿਹੜਾ ਐਸੇ ਪਾਸੇ ਵੱਲ ਨੂੰ ਰਹਿ ਗਿਆ। ਤੇ ਅਜੇ ਵੀ ਇਕੱਲਾ ਮੈਂ ਨਹੀਂ ਜਾਂ ਮੇਰਾ ਪਿੰਡ ਨਹੀਂ ਜਾਂ ਸਾਡੇ ਏਰੀਆ ਦੇ ਵਿੱਚ ਅਜੇ ਵੀ ਲੋਕਾਂ ਨੂੰ ਜਿਹੜਾ ਵਾ ਉਹ ਅੰਮ੍ਰਿਤਸਰ ਨਹੀਂ ਕਿਹਾ ਜਾਂਦਾ, ਉਹਨਾਂ ਨੂੰ ਲਾਹੌਰੀਏ ਕਿਹਾ ਜਾਂਦਾ। ਚਾਹੇ ਸਾਡਾ ਉਸ ਤੋਂ ਬਾਅਦ ਜ਼ਿਲ੍ਹਾ ਜਿਹੜਾ ਵਾ ਅੰਮ੍ਰਿਤਸਰ ਬਣ ਗਿਆ, ਲਾਹੌਰ ਤੋਂ ਬਾਅਦ ਤੇ ਤੁਹਾਨੂੰ ਕਿਦਾਂ ਫਿਰ ਤਰਨਤਾਰਨ ਬਣ ਗਿਆ। ਮੈਨੂੰ ਵੀ ਕਿਉਂਕਿ ਸਾਡੀ ਬੋਲੀ ਜਿਹੜੀ ਆ ਉਹ ਅਜੇ ਵੀ ਲਾਹੌਰੀ ਹੈ। ਜੇ ਸਾਨੂੰ ਕਿਤੇ ਵੀ ਤੁਸੀਂ ਇੱਥੇ ਜਾ ਕੇ ਮਿਲ ਲਈਏ, ਪੁੱਛ ਲਈਏ, ਕਿਸੇ ਨਾਲ ਗੱਲ ਕਰ ਲਈਏ ਤੇ ਉਹ ਕਹਿ ਦਿੰਦੇ ਆ ਜੀ ਤੁਹਾਡੀ ਬੋਲੀ ਤਾਂ ਉਧਰ ਵਾਲੀ ਲੱਗਦੀ ਹੈ। ਤੇ ਸਾਡੀ ਜਿਹੜੀ ਸਾਰੇ ਪੰਜਾਬ ਦੀ ਸਾਹਿਬ ਤੁਹਾਡੀ ਇਹ ਗੱਲ ਦੇ ਵਿੱਚ ਮੈਨੂੰ ਗੱਲ ਯਾਦ ਆ ਗਈ। ਬਲਰਾਜ ਸਾਹਨੀ ਆਪਣੀ ਉਹ ਸਫ਼ਰਨਾਮੇ ਦੇ ਵਿੱਚ ਲਿਖਦਾ ਵੀ ਜਦੋਂ ਆਪਣੇ ਪਿੰਡ ਦੇ ਵਿੱਚ ਜਾਂਦਾ ਤੇ ਉੱਥੇ ਕਹਿੰਦੇ ਨੇ ਸਾਨੀਆ, ਹਾਂ ਤੂੰ ਸਾਨੀਆ ਦਾ ਮੁੰਡਾ। ਫਿਰ ਮੈਂ ਉਹੀ ਸਾਨੀਆ ਦਾ ਮੁੰਡਾ ਸਾਨੀ ਜਦੋਂ ਉੱਥੇ ਜਾਂਦਾ ਪਤਾ ਕਰਨ ਲਈ ਤੇ ਉਹ ਬੜੇ ਗੁੱਸੇ ਹੁੰਦੇ ਨੇ ਵੀ ਸਾਨੂੰ ਪਤਾ ਲੱਗਾ ਸੀ ਵੀ ਸਾਨੀ ਇੱਥੇ ਆਇਆ, ਤੂੰ ਸਾਡੇ ਘਰ ਨਹੀਂ ਆਇਆ। ਬਿਲਕੁਲ ਇਹਦਾ ਰਹਿੰਦਾ ਜੀ ਜੀ। ਤੇ ਇਸ ਕਰਕੇ ਕੱਲਾ ਸਾਡਾ ਤਾਂ ਮਤਲਬ ਬਹੁਤ ਨੇੜੇ ਤੋਂ ਤੇ ਬਾਕੀ ਸਾਰੇ ਪੰਜਾਬ ਦਾ, ਕਿਉਂਕਿ ਸਾਡੀ ਬੋਲੀ ਇੱਕ, ਸਾਡੇ ਜਿਹੜਾ ਇਤਿਹਾਸ ਇੱਕ, ਸਾਡੀਆਂ ਲੜਾਈਆਂ ਜਿਹੜੀਆਂ ਉਹ ਇੱਕ ਰਹੀਆਂ ਨੇ। ਔਰ ਜਿਹੜੇ ਵੀ ਇੱਥੋਂ ਮੁਸਲਮਾਨ ਬਣੇ ਨੇ ਉਹ ਇਹ ਨਹੀਂ ਕਿ ਬਾਹਰੋਂ ਤੁਰਕ ਆਏ ਨੇ ਜਾਂ ਜਿਹੜੇ ਬਾਹਰੋਂ ਆਏ ਨੇ, ਲੋਕਲ ਹੀ ਲੋਕ ਸੀ, ਹਿੰਦੂ ਜਾਂ ਸਿੱਖ ਸੀ, ਜਿਨ੍ਹਾਂ ਦੇ ਵਿੱਚੋਂ ਜਿਹੜੇ ਕੁਝ ਲੋਕਾਂ ਨੇ ਜਿਹੜਾ ਮੁਸਲਮ ਧਰਮ ਜਿਹੜਾ ਉਹ ਅਪਣਾ ਲਿਆ, ਪਰ ਇੱਥੋਂ ਦੀ ਹੀ ਜੰਪਲ ਸੀ। ਇਸ ਕਰਕੇ ਜਿਹੜੀ ਵੰਡ ਹੋਈ, ਵੰਡ ਤੋਂ ਬਾਅਦ ਇੱਕ ਜਿਹੜਾ ਬੜੇ ਬਿਟਰ ਜਿਹੜੇ ਕੜਵੇ ਸੰਬੰਧ ਵੀ ਰਹੇ ਲੋਕਾਂ ਦੇ ਵਿੱਚ। ਮਾਰ ਧਾੜ ਦੇ ਵਿੱਚ ਜਿਹੜਾ ਵਾ 1947 ਦੇ ਵਿੱਚ 10 ਲੱਖ ਦੇ ਕਰੀਬ ਪੰਜਾਬੀ ਜਿਹੜੇ ਆ ਉਹ ਆਪਣੀ ਜਾਨ ਜਿਹੜੀ ਉਹ ਗਵਾ ਦਿੱਤੀ। ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਜਾਨੀ ਤੇ ਮਾਲੀ ਨੁਕਸਾਨ ਵੀ ਜਿਹੜਾ ਹੋਇਆ। ਪਰ ਇਸ ਸਭ ਕਾਸੇ ਦੇ ਬਾਵਜੂਦ ਨਾ ਉਧਰ ਵਾਲੇ ਲੋਕ ਤੇ ਨਾ ਇੱਧਰ ਵਾਲੇ ਲੋਕ ਉਹ ਇਹ ਭੁੱਲੇ ਨਹੀਂ ਹੈ ਕਿ ਸਾਡਾ ਇਤਿਹਾਸ ਜਿਹੜਾ ਇੱਕ ਹੈ ਤੇ ਅਸੀਂ ਭਰਾ ਵਾਂਗੂ ਰਹਿੰਦੇ ਰਹੇ ਹਾਂ ਤੇ ਸਾਡੀ ਜ਼ੁਬਾਨ ਇੱਕ ਹੈ ਤੇ ਸਾਡਾ ਜਿਹੜਾ ਵਾ ਕਲਚਰ, ਸਾਡਾ ਜਿਹੜਾ ਵਾ ਸੱਭਿਆਚਾਰ ਸਾਡਾ ਜਿਹੜਾ ਵਾ ਉਹ ਇੱਕ ਹੈ। ਮੈਂ ਤੁਹਾਨੂੰ 2-3 ਦੀਆਂ ਛੋਟੀਆਂ ਗੱਲਾਂ ਸੁਣਾਵਾਂਗਾ। ਮੈਂ ਇੱਕ ਵਾਰ ਜਿਹੜਾ ਨਨਕਾਣਾ ਸਾਹਿਬ ਗਿਆ ਜਦੋਂ ਗੁਰੂ ਨਾਨਕ ਦੇਵ ਜੀ ਦਾ ਪੁਰਬ ਹੁੰਦਾ, ਤੇ ਉਹ ਉੱਥੇ ਦੇ ਵੀ ਜਿਹੜੇ ਮੁਸਲਮਾਨ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ, ਸਾਡੇ ਵੀ ਇੱਧਰੋਂ ਜਾਂਦੇ ਨੇ, ਦੁਨੀਆ ਭਰ ਚੋਂ ਆਉਂਦੇ ਨੇ।
ਤੇ ਮੈਂ ਉੱਥੇ ਦੇਖਿਆ ਸਵੇਰ ਇੱਕ ਵਾਰ ਜਾ ਰਹੇ ਕਿ ਬਹੁਤ ਬਜ਼ੁਰਗ ਕਿਸਮ ਦੇ ਲੋਕ ਜਿਹੜੇ ਸੀ ਨਾ, ਕੋਈ 80 ਸਾਲ ਦਾ, ਕੋਈ 85 ਸਾਲ ਦਾ, ਉਹ ਵੱਡੀ ਗਿਣਤੀ ਦੇ ਵਿੱਚ, ਉਦੋਂ ਥੋੜੀ ਠੰਡ ਹੋ ਜਾਂਦੀ ਹੈ ਤੇ ਕੰਬਲ ਲੈ ਕੇ ਤੇ ਘੁੰਮ ਰਿਹਾ ਤੇ ਐਂ ਲੱਗਦਾ ਜਿਵੇਂ ਬਾਹਰੋਂ ਆਏ। ਤੇ ਉਹ ਮੈਨੂੰ ਪੁੱਛ ਰਿਹਾ ਕਿ ਸਾਡਾ ਕੋਈ ਫਿਰੋਜ਼ਪੁਰ ਤੋਂ ਕੋਈ ਬੰਦਾ ਆਇਆ ਹੋਵੇ, ਫਿਰ ਥੋੜੀ ਦੇਰ ਬਾਅਦ ਕੋਈ ਪੁੱਛ ਰਿਹਾ ਕਿ ਕੋਈ ਜਿਹੜਾ ਜਲੰਧਰ ਤੋਂ ਆਇਆ ਹੋਵੇ, ਫਿਰ ਥੋੜੀ ਬਾਅਦ ਕੋਈ ਪੁੱਛ ਰਿਹਾ ਕਿ ਬਠਿੰਡੇ ਤੋਂ ਆਇਆ ਹੋਵੇ। ਫਿਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਕੀ ਗੱਲ ਹੈ, ਤੁਸੀਂ ਮਤਲਬ ਇਸੇ ਕੰਮ ਲਈ ਆਉਂਦੇ ਨੇ ਵੀ ਕੋਈ ਲੋਕ ਸਾਡੇ ਜਿਹੜੇ ਮਿਲਣ ਆ ਜਾਣ? ਕਹਿੰਦੇ ਜੀ ਸਾਡੀਆਂ ਅੱਖਾਂ ਅਜੇ ਵੀ ਤਰਸਦੀਆਂ ਨੇ, ਸਾਡੀ ਨਵੀਂ ਜਨਰੇਸ਼ਨ ਦਾ ਥੋੜਾ ਫਰਕ ਪੈਂਦਾ ਜਾਂਦਾ, ਪਰ ਕਿਉਂਕਿ ਸਾਡੀਆਂ ਯਾਦਾਂ ਜਿਹੜੀਆਂ ਪੂਰੀ ਤਰ੍ਹਾਂ ਸਾਡੇ ਪਿੰਡ ਦੇ ਨਾਲ ਜੁੜੀਆਂ ਨੇ ਤੇ ਅਸੀਂ ਹਰ ਸਾਲ ਇੱਥੇ ਆਉਂਦੇ ਆ ਇਹ ਲੱਭਣ ਦੇ ਲਈ ਕਿ ਕੋਈ ਸਾਡੇ ਪਿੰਡਾਂ ਦੇ ਵਿੱਚ ਜਾਂ ਸਾਡੇ ਏਰੀਏ ਦੇ ਵਿੱਚੋਂ ਕੋਈ ਬੰਦਾ ਇੱਥੇ ਆਇਆ ਹੋਵੇ ਤੇ ਅਸੀਂ ਪੁੱਛ ਲਈਏ ਕਿ ਸਾਡੇ ਯਾਰ ਹੁੰਦੇ ਸੀ ਜਿਹੜੇ ਸਾਡੇ ਨਾਲ ਖੇਡਦੇ ਹੁੰਦੇ ਸੀ, ਸਾਡੇ ਪਰਿਵਾਰ ਜਿਹੜੇ ਉੱਥੇ ਸੀ ਉਹਨਾਂ ਦਾ ਹਾਲ ਕੀ ਹੈ। ਅਸੀਂ ਤਾਂ ਆਹ ਚੀਜ਼ ਪੁੱਛਣ ਆਉਂਦੇ ਆ। ਅਸੀਂ ਨਾ ਤਾਂ ਹੁਣ ਉੱਥੋਂ ਕੁਝ ਲੈਣਾ, ਜੋ ਚਲਾ ਗਿਆ ਤੇ ਜੋ ਰਹਿ ਗਿਆ ਸੋ ਰਹਿ ਗਿਆ। ਇਹ ਗੱਲ ਤਾਂ ਮੈਂ ਤੁਹਾਨੂੰ ਦੱਸ ਰਿਹਾ, ਉਹਨਾਂ ਦੀ ਜਿਹੜੇ ਬਜ਼ੁਰਗ ਜਿਹੜੇ ਅਜੇ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉੱਥੇ ਹਰ ਸਾਲ ਆ ਕੇ ਤੇ ਅੱਖਾਂ ਉਹਨਾਂ ਦੀਆਂ ਵੇਖੋ ਤੇ ਅੱਖਾਂ ਅਜੇ ਵੀ ਲੱਭ ਰਹੀਆਂ ਕਿ ਕੋਈ ਇਹਨਾਂ ਨੂੰ ਦਿਸ ਜਾਵੇ ਕਿ ਹਾਂ ਇਹ ਬੰਦਾ ਸਾਡੀ ਜਨਮ ਭੂਮੀ ਦੇ ਵਿੱਚੋਂ ਆਇਆ, ਇਹ ਉੱਥੋਂ ਦੇ ਪਾਕਿਸਤਾਨ। ਦੂਸਰੀ ਜਦੋਂ ਮੈਂ ਉੱਥੇ ਸੀ, ਇੱਕ ਗੁਰਦਾਸਪੁਰ ਸੀ, ਚਾਹ ਪੀ ਰਿਹਾ, ਇੱਕ ਰੇਲਵੇ ਲਾਈਨ ਹੈ ਉੱਥੇ ਤੇ ਉਹਦੇ ਨਾਲ ਹੀ ਕਚਹਿਰੀ ਹੈ ਤੇ ਉੱਥੇ ਇੱਕ ਛੋਟਾ ਜਿਹਾ ਢਾਬਾ ਸੀ ਤੇ ਅਸੀਂ ਚਾਹ ਪੀ ਰਹੇ ਤੇ ਉੱਥੇ ਨਾ ਇੱਕ ਹੋਰ ਮੁੰਡਾ ਗੁਰਦਾਸਪੁਰ ਦਾ ਸੀ ਤੇ ਉਹ ਵੀ ਚਾਹ ਪੀ ਰਿਹਾ ਤੇ ਉਹਦੇ ਕੋਲ ਨਾ ਇੱਕ ਪੋਟਲੀ ਸੀ। ਅਸੀਂ ਪੁੱਛਿਆ, ਯਾਰ ਤੂੰ ਕੀ ਚੱਕਿਆ, ਪੋਟਲੀ 'ਚ ਕੀ ਰੱਖਿਆ ਗਿਆ, ਖਾਣ ਖੂਣ ਵਾਲੀ ਚੀਜ਼ਾਂ ਤਾਂ ਖਵਾ ਦੇ। ਉਹ ਕਹਿੰਦਾ ਪੁੱਛੋ ਨਾ ਕਿ ਅੱਗੇ ਗੱਲ ਕੀ ਹੈ। ਕਹਿੰਦਾ ਜੀ ਮੈਂ ਨਾ, ਮੈਨੂੰ ਘਰੋਂ ਕਿਹਾ ਸੀ ਗੁਰਦਾਸਪੁਰੋਂ ਮੇਰੇ ਮਾਪਿਆਂ ਨੇ, ਮੇਰੇ ਘਰ ਵਾਲਿਆਂ ਨੇ ਕਿ ਤੂੰ ਸਾਡੇ ਪਿੰਡ ਜਾ ਕੇ ਆਉਣਾ ਜੇ, ਜਦੋਂ ਚੱਲਿਆ ਤੇ ਜੇ ਪਿੰਡ ਸਾ ਨਾ ਜਾ ਕੇ ਆਇਆ ਤੇ ਉੱਥੋਂ ਦੀ ਮਿੱਟੀ ਨਾ ਚੱਕ ਕੇ ਲਿਆਂਦੀ ਤੇ ਅਸੀਂ ਤੇਰੇ ਛਿੱਤਰੋਂ ਮਾਰਾਂਗੇ ਜਿਹੜਾ 1000 ਰੁਪਇਆ। ਕਹਿੰਦਾ ਜੀ ਮੈਂ ਇੱਥੇ ਡੀਐਸਪੀ ਜਿਹੜਾ ਇੰਚਾਰਜ ਹੈ ਸਿਕਿਉਰਿਟੀ ਦਾ, ਮੈਂ ਉਹਨੂੰ ਪੁੱਛਿਆ ਵੀ ਮੈਂ ਆਪਣੇ ਪਿੰਡ ਜਾਣਾ। ਕਹਿੰਦਾ ਉਹਨੇ ਮੈਨੂੰ ਸਾਫ਼ ਕਹਿਤਾ, ਚੁੱਪ ਕਰਕੇ ਚੱਲ ਜਾ, ਜਾਣਾ ਚੜ ਕੇ ਕੋਈ ਨਹੀਂ ਤੈਨੂੰ ਪੁੱਛਦਾ, ਜੇ ਤੂੰ ਇੱਥੇ ਪੁੱਛਣ ਲੱਗ ਗਿਆ ਨਾ ਪਰਮਿਸ਼ਨ ਲੈਣ ਲੱਗਿਆ ਤਾਂ ਤੈਨੂੰ ਨਹੀਂ ਮਿਲਣੀ ਕੁਝ ਵੀ ਤੇ ਤੂੰ ਕਿਤੇ ਨਹੀਂ ਜਾ ਸਕਦਾ। ਕਹਿੰਦਾ ਜੀ ਮੈਂ ਫਿਰ ਖਾਧਾ ਗੁੱਸਾ, ਚੁੱਪ ਕਰਕੇ ਪੁੱਛ ਕੇ ਮੈਂ ਬੱਸੇ ਚੜ ਗਿਆ, ਚੜ ਕੇ ਤੇ ਮੈਂ ਪਿੰਡ ਪਹੁੰਚ ਗਿਆ। ਪਿੰਡ ਪਹੁੰਚ ਕੇ ਤੇ ਮੈਂ ਜਿਹੜਾ ਵਾ ਉਹ ਲੱਭ ਲਿਆ ਆਪਦਾ ਘਰ, ਲੋਕਾਂ ਤੋਂ ਪੁੱਛ 2 ਵਾਰੀ ਕਹਿੰਦਾ ਮੈਨੂੰ ਬੱਸਾਂ ਬਦਲਣੀਆਂ ਪਈਆਂ, ਜੜ ਵਾਲਾ ਦੇ ਲਾਗੇ ਉੱਥੇ ਕੋਈ ਪੈਂਦਾ ਉਹਦੇ ਲਾਗੇ ਪਿੰਡ ਸੀ ਤੇ ਮੈਂ ਉੱਥੋਂ ਜੀ ਫਿਰ ਆਪਦੀ ਮਿੱਟੀ ਮੈਂ ਲੈ ਕੇ ਆਇਆ। ਅਸੀਂ ਕਿਹਾ ਵੀ ਜੇ ਤੂੰ ਯਾਰ ਫੜਿਆ ਜਾਂਦਾ ਉੱਥੇ ਤੈਨੂੰ ਤੇਰੀ ਤਾਂ ਜ਼ਮਾਨਤ ਕੋਈ ਨਹੀਂ ਸੀ, ਤੈਨੂੰ ਪੁੱਛਣਾ ਕਿਹਨੇ ਸੀ ਇੱਥੇ। ਕਹਿੰਦਾ ਜੀ ਵੇਖੋ ਕੁਝ ਵੀ ਹੋ ਜਾਂਦਾ, ਮੈਨੂੰ ਤਾਂ ਇਹ ਸੀ ਵੀ ਪ੍ਰਮਾਤਮਾ ਜਿਹੜਾ ਮਿਹਰ ਕਰੂਗਾ, ਮੇਰੇ ਦਿਲ 'ਚ ਕੋਈ ਖੋਟ ਨਹੀਂ, ਮੈਂ ਕੋਈ ਗਲਤ ਕੰਮ ਨਹੀਂ ਕਰਨ ਚੱਲਿਆ ਤੇ ਪਰ ਮੈਂ ਜੇ ਇੱਥੋਂ ਜਾਂਦਾ ਤਾਂ ਚੱਲ ਮਹੀਨੇ ਨੂੰ ਛੁੱਟ ਜਾਂਦਾ, ਪਰ ਜੇ ਕਹਿੰਦਾ ਮੈਂ ਪਿੰਡ ਨਾ ਗਿਆ ਹੁੰਦਾ ਤੇ ਪਿੰਡ ਜਾ ਕੇ ਕਹਿ ਦਿੰਦਾ ਮੈਂ ਜਾ ਕੇ ਵਾਪਸ ਇੰਡੀਆ ਵੀ ਮੈਂ ਵੇਖੋ ਪਿੰਡ ਨਹੀਂ ਜਾ ਸਕਿਆ। ਤੇ ਕਹਿੰਦਾ ਮੇਰੀ ਹਾਲਤ ਉਹਨਾਂ ਨੇ ਉਹ ਕਰਨੀ ਸੀ ਵੀ ਮੈਂ ਸਾਰੀ ਉਮਰ ਜਿਹੜਾ ਪਿੰਡ 'ਚ ਮੂੰਹ ਵਿਖਾਉਣ ਜੋਗੇ ਨਹੀਂ ਸੀ ਰਹਿ। ਇਹ 2 ਚੀਜ਼ਾਂ ਤੁਸੀਂ ਦੇਖੋ ਦੋਨੋਂ ਪਾਸੇ ਤੜਪ, ਮਤਲਬ ਮੁੰਡਾ ਅਜੇ ਯੰਗ ਮੁੰਡਾ ਵਾ 30-35 ਸਾਲ ਦਾ, ਉਹਨੂੰ ਮਤਲਬ ਨੇ ਦੇਖਿਆ ਕੁਝ ਨਹੀਂ ਪਰ ਅਜੇ ਵੀ ਉਹਦੇ ਵਿੱਚ ਜਿਹੜਾ ਵਾ ਉਹ ਆਪਦਾ ਪਿੰਡ ਤੇ ਉਹ ਮਿੱਟੀ ਅਜੇ ਵੀ ਉਹਦੇ ਵਿੱਚ ਜਿਹੜੀ ਹੈ ਬੈਠੀ ਹੈ। ਇਸੇ ਤਰ੍ਹਾਂ ਮੈਂ ਦੱਸਾਂ, ਸਾਡਾ ਇੱਕ ਵਕੀਲਾਂ ਦਾ ਡੈਲੀਗੇਸ਼ਨ ਗਿਆ ਸੀ ਹਾਈ ਕੋਰਟ ਤੋਂ ਤੇ ਮੈਂ ਵੀ ਨਾਲ ਸੀ, 40-50 ਸਾਡੇ ਹਾਈ ਕੋਰਟ ਦੇ ਵਕੀਲ ਸੀ ਤੇ ਮੈਨੂੰ ਉੱਥੇ ਇੱਕ FM ਰੇਡੀਓ ਆ 93 ਪੁਆਇੰਟ ਕੁਛ ਕਿ 94 ਪੁਆਇੰਟ ਕੁਛ, ਜਿਹੜਾ ਪ੍ਰਾਈਮ ਟਾਈਮ ਤੇ 8 ਵਜੇ ਤੋਂ 10 ਵਜੇ ਤੱਕ ਪੂਰੇ ਪਾਕਿਸਤਾਨ ਦੇ ਜਿੰਨੇ ਉਹਦੇ FM ਦੇ ਅੱਗੇ ਨਾ ਸਬਸਿਡੀ, ਜਿਵੇਂ ਆਪਣੇ ਇੱਥੇ ਜਲੰਧਰ ਆ, ਪਟਿਆਲੇ ਹੋ ਗਿਆ, ਚੰਡੀਗੜ੍ਹ ਹੋ ਗਿਆ, ਇਸੇ ਤਰ੍ਹਾਂ ਉਹਨਾਂ ਦੇ ਜਿੰਨੇ ਸ਼ਹਿਰ ਨੇ ਪਾਕਿਸਤਾਨ ਦੇ ਵਿੱਚ ਉਹ ਇੱਕ ਹੀ ਪ੍ਰੋਗਰਾਮ ਦਿੰਦੇ ਤੇ ਮੈਨੂੰ ਉਹਨਾਂ ਨੇ ਲਾਹੌਰ ਦੇ ਵਿੱਚ ਜਿਹੜਾ ਸੀ ਉਹ ਬੁਲਾ ਲਿਆ ਲਾਈਵ 8 ਤੋਂ 10 ਪ੍ਰਾਈਮ ਟਾਈਮ ਉਹਨੂੰ ਕਹਿੰਦੇ ਨੇ ਤੇ ਉਹ ਲਾਈਵ ਚੱਲ ਰਿਹਾ ਸੀ ਤੇ ਜਿਹੜਾ ਮੁੰਡਾ ਮੇਰੀ ਇੰਟਰਵਿਊ ਲੈ ਰਿਹਾ ਸੀ ਉਹਦਾ ਨਾਮ ਸੀ ਤੈਮੂਰ ਤੇ ਮੈਂ ਇਹਨੂੰ ਕਿਹਾ ਯਾਰ ਤੈਮੂਰ ਤੂੰ ਇੰਜ ਕਰੀ, ਜਿਹੜਾ ਉਹ ਨਾਲ ਹੀ ਸੱਚ ਉਹ ਕਾਲਾਂ ਲੈਂਦਾ ਸੀ, ਜਿਵੇਂ ਆਪਣੇ ਕਹਿੰਦੇ ਆ ਰੇਡੀਓ ਤੇ ਮੈਂ ਕਾਲਾਂ ਖੋਲ ਦਿੱਤੀਆਂ ਤੇ ਉਹ ਨਾਲ ਹੀ ਜਿਹੜੀ ਲਾਈਵ ਕਾਲਾਂ ਲੋਕਾਂ ਨੂੰ ਨੰਬਰ ਦੇ ਰਿਹਾ ਸੀ ਕਿ ਇਹ ਨੰਬਰ ਦੇ ਉੱਤੇ ਜੇ ਕਿਸੇ ਨੇ ਕੋਈ ਪੁੱਛਣਾ ਤੇ ਕੋਈ ਵੀ ਸਵਾਲ ਆ ਤੁਸੀਂ ਜਿਹੜਾ ਇਹਦੇ ਤੇ ਲਾਈਵ ਕਰ ਸਕਦੇ ਹੋ। ਤੇ ਮੈਂ ਇਹਨੂੰ ਕਿਹਾ ਤੈਮੂਰ ਜਦੋਂ ਬ੍ਰੇਕ ਹੋਈ ਉਹ 15 ਮਿੰਟ ਬਾਅਦ ਬ੍ਰੇਕ ਲੈਂਦਾ ਸੀ, ਮੈਂ ਇਹਨੂੰ ਕਿਹਾ ਯਾਰ ਕਮਰਸ਼ੀਅਲ ਵੇ, ਮੈਂ ਕਿਹਾ ਇੰਜ ਕਰ ਤੈਮੂਰ ਇਹ ਨਾ ਕਰੀ ਵੀ ਜੇ ਕੋਈ ਜਿਹੜਾ ਸਵਾਲ ਹੈ ਨਾ ਉਹ ਮੈਨੂੰ ਕੋਈ ਗਾਲਾਂ ਕੱਢਦਾ ਹੋਵੇ ਜਾਂ ਸਾਡੇ ਕੋਈ ਖਿਲਾਫ ਬੋਲਦਾ ਹੋਵੇ ਤੇ ਉਹ ਤੂੰ ਦੱਸੇ ਨਾ, ਤੇ ਚੰਗੇ ਸਵਾਲ ਜਿਹੜੇ ਉਹ ਦੱਸੀ ਜਾਵੇ ਵੀ ਜਿਹੜੇ ਸਿਫਤ ਕਰਨ ਵਾਲੇ ਆ ਜਾਂ ਬੜੇ ਹਾਂਜੀ ਵਧੀਆ ਜੀ ਵਧੀਆ ਹੈ। ਕਹਿੰਦਾ ਨਾ ਮੈਂ ਕੁਝ ਨਹੀਂ ਕਰਨਾ ਹੈ, ਆਹਦਾ ਸਵਾਲ ਲਾਈਵ ਹੁੰਦਾ, ਮੈਂ ਤਾਂ ਜਿਹੜੀ ਉਂਗਲ ਨੱਪ ਦੇਣੀ ਹੈ, ਜੋ ਬੋਲਣਾ ਉਹਨੇ ਬੋਲਣਾ, ਅੱਗੇ ਤੁਹਾਡੀ ਕਿਸਮਤ, ਜਿਹੜਾ ਪੁੱਛਣ ਵਾਲਾ ਬੰਦਾ ਉਹਦੀ ਕਿਸਮਤ। ਮੈਂ ਤੁਹਾਨੂੰ ਦੱਸਾਂ ਜੇ 2 ਘੰਟੇ ਦੇ ਵਿੱਚ ਘੱਟੋ ਘੱਟ ਵੀ ਨਾ 25-30 ਕਾਲਾਂ ਆਈਆਂ ਹੋਣਗੀਆਂ
ਉਹਨਾਂ 'ਚੋਂ ਇੱਕ ਵੀ ਕਾਲ ਨਹੀਂ, ਇੱਕ ਵੀ ਕਲਰ ਨਹੀਂ। ਔਰਤਾਂ ਯੰਗ ਮੁੰਡੇ ਬੋਲਦੇ ਸੀ, ਕੁੜੀਆਂ ਬੋਲਦੀਆਂ ਸੀ, ਸਵਾਲ ਪੁੱਛ ਰਹੇ ਵੱਖਰੇ ਵੱਖਰੇ ਏਰੀਏ 'ਚੋਂ। ਕੋਈ ਪਸ਼ਾਵਰ ਤੋਂ ਕਰ ਰਿਹਾ, ਕੋਈ ਬਲੋਚਿਸਤਾਨ ਤੋਂ ਕਰ ਰਿਹਾ, ਕੋਈ ਕਰਾਚੀ ਤੋਂ ਕਰ ਰਿਹਾ, ਕੋਈ ਈਵਨ ਇੱਕ ਨੇ ਜਿਹੜਾ ਵਾ ਉਹ ਬਾਹਰੋਂ ਕਹਿ ਦਿੱਤਾ ਜੀ ਮੈਂ ਪੰਜਾਬੀ ਬੋਲ ਰਿਹਾ ਸੀ, ਮੈਨੂੰ ਕਹਿੰਦਾ ਜੀ ਉਰਦੂ 'ਚ ਤੁਸੀਂ ਕਰੋ, ਸਾਨੂੰ ਪੂਰਾ ਸਮਝ ਨਹੀਂ ਆਉਂਦਾ। ਮੈਂ ਕਿਹਾ ਉਰਦੂ ਤਾਂ ਨਹੀਂ ਗਾ, ਚੱਲ ਮੈਂ ਵਿੱਚ ਹਿੰਦੀ ਮਿਲੀ ਪੰਜਾਬੀ ਮਿਲਾ ਕੇ ਕਰ ਲੈਣਾ। ਮਤਲਬ ਉਹਨਾਂ 'ਚੋਂ ਇੱਕ ਵੀ ਕਲਰ ਨੇ ਇੱਕ ਵੀ ਮਾੜਾ ਸ਼ਬਦ ਨਹੀਂ ਬੋਲਿਆ 2 ਘੰਟੇ ਦੀ ਇੰਟਰਵਿਊ ਦੇ ਵਿੱਚੋਂ, ਮੈਂ ਤੁਹਾਨੂੰ ਦੱਸਾਂ। ਔਰ ਸਭ ਜਿਹੜਾ ਸੀ ਉਹ ਚਾਹ ਰਹੇ ਆ ਕਿ ਹਾਂ ਸਾਡੇ ਸਬੰਧ ਸੁਧਰਨ, ਐਪਰੀਸ਼ੀਏਟ ਕਰ ਰਹੇ ਆ। ਜਿਹੜੇ ਸਾਡੇ ਐਫਰਟ ਹੈ, ਅਸੀਂ ਵਕੀਲ ਉੱਥੇ ਗਏ ਸੀ, ਅਸੀਂ ਉਹਨਾਂ ਨੂੰ ਵੀ ਇੱਥੇ ਸੱਦਦੇ ਹਾਂ, ਹਾਈ ਕੋਰਟ ਦਿਆਂ ਨੂੰ ਵੀ, ਸੁਪਰੀਮ ਕੋਰਟ ਦੀ ਬਾਰ ਨੂੰ ਅਸੀਂ ਵੀ ਇੱਥੇ ਬੁਲਾਉਣੇ। ਇੱਕ ਐਕਸਚੇਂਜ ਸਾਡਾ ਚੱਲਦਾ ਹੈ, ਇੱਕ ਕੋਸ਼ਿਸ਼ ਹੈ ਕਿ ਦੋਨਾਂ ਦੇਸ਼ਾਂ ਦੇ ਵਿੱਚ ਸਬੰਧ ਜਿਹੜੇ ਉਹ ਚੰਗੇ ਹੋਣ। ਇਹ ਮੈਂ ਤੁਹਾਨੂੰ ਜਿਹੜੀ ਮੇਰੇ ਨਾਲ ਪਰਸਨਲੀ ਵਾਪਰੀ ਹੈ ਮੈਂ ਤੁਹਾਨੂੰ ਉਹ ਦੱਸ ਰਿਹਾ। ਹੁਣ ਆ ਤੁਸੀਂ ਜਿਹੜੀ ਗੱਲ ਕੀਤੀ ਹੈ ਕਰਤਾਰਪੁਰ ਸਾਹਿਬ ਦੀ, ਮੈਂ ਸਮਝਦਾ ਜੀ ਇੱਕ ਬਹੁਤ ਵੱਡਾ ਪੋਜ਼ਿਟਿਵ ਕਦਮ ਹੈ, ਬਹੁਤ ਵੱਡਾ ਪੋਜ਼ਿਟਿਵ ਕਦਮ ਜੇ ਉਹ ਲੋਕ ਜਿਹੜੇ ਕਦੇ ਮਿਲ ਨਹੀਂ ਸੀ ਸਕਦੇ ਵੀਜ਼ਾ ਪ੍ਰੋਬਲਮ ਕਰਕੇ, ਪਤਾ ਨਹੀਂ ਕਿੰਨੇ ਕਿੰਨੇ ਸਾਲ ਜਿਹੜੇ ਸੀ ਆਪਸ ਵਿੱਚ ਉਹਨਾਂ ਦਾ ਰਾਬਤਾ ਸੀ, ਤਾਲਮੇਲ ਹੋਊਗਾ, ਟੈਲੀਫੋਨ ਤੇ ਹੋ ਗਿਆ, ਚਿੱਠੀ ਪੱਤਰ 'ਚ ਹੋ ਗਿਆ, ਪਰ ਕਦੇ ਮਿਲ ਨਹੀਂ ਸਕੇ ਕਿਉਂਕਿ ਨਾ ਹੀ ਉੱਧਰੋਂ ਵੀਜ਼ਾ ਮਿਲਦਾ ਸੀ ਤੇ ਨਾ ਇੱਧਰੋਂ ਵੀਜ਼ਾ ਮਿਲਦਾ। ਇਹ ਜਿਹੜਾ ਸੀ ਨਾ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਉੱਤੇ ਇੱਕ ਇਹ ਸਰਬ ਸਾਂਝਾ ਪਲੇਟਫਾਰਮ ਦੋਨੋਂ ਪਾਸੇ ਦੇ ਲੋਕਾਂ ਨੂੰ ਮਿਲਿਆ ਜੇ, ਜਿਹਦੇ ਵਿੱਚ ਤੁਸੀਂ ਚਲੋ ਸਵੇਰੇ 9 ਵਜੇ ਜਾ ਕੇ ਤੇ ਸ਼ਾਮ ਨੂੰ 5 ਵਜੇ ਵਾਪਸ ਆ ਜਾਓ ਤੇ ਤੁਸੀਂ ਉੱਥੇ 7-8 ਘੰਟੇ ਇਕੱਠੇ, ਕਿਉਂਕਿ ਉਧਰ ਦੇ ਲੋਕਾਂ ਨੂੰ ਵੀ ਆਉਣ ਦੀ ਖੁੱਲ੍ਹ ਹੈ, ਸਾਡੇ ਲੋਕ ਵੀ ਜਾ ਸਕਦੇ ਆ, ਦੋਨੋਂ ਪਾਸੇ ਦੇ ਲੋਕ ਜਿਹੜੇ ਆ ਜਾ ਸਕਦੇ ਆ ਕਿ ਘੱਟੋ ਘੱਟ ਤੁਸੀਂ ਇੱਕ ਦਿਨ ਤਾਂ ਉਹਨਾਂ ਲੋਕਾਂ ਨੂੰ ਮਿਲ ਸਕਦੇ ਹੋ। ਔਰ ਜਦੋਂ ਅਸੀਂ ਹੁਣ ਗਏ, ਸਾਡੇ ਵਕੀਲ ਵੀ ਸੀ, ਬਹੁਤ ਸਾਰੇ ਹਾਈ ਕੋਰਟ ਦੇ ਜਿਹੜੇ ਸਾਡੇ ਨਾਲ ਸੀ, ਲਵਨੀਤ ਜੀ ਵੀ ਸਾਡੇ ਯੰਗ ਵਕੀਲ ਨੇ, ਉਹ ਵੀ ਸਾਡੇ ਨਾਲ ਸੀ, ਹੋਰ ਵੀ ਸੀ ਬਹੁਤ ਸਾਰੇ। ਔਰ ਉੱਥੇ ਤੁਸੀਂ ਮੰਨੋਗੇ ਨਹੀਂ ਕਿ ਬੜੇ ਦੂਰ ਦਰਾਡੇ ਦੇ ਜਿਹੜੇ ਵਕੀਲ ਹੈ, ਇਸਲਾਮਾਬਾਦ ਤੋਂ ਵਕੀਲ ਆ, ਉਹਨੂੰ ਪਤਾ ਲੱਗਾ ਕਿ ਅਸੀਂ ਆਣਾ, ਉਹ ਸਾਨੂੰ ਮਿਲਣਾ ਹੈ, ਹੋਰ ਏਰੀਏ ਤੋਂ ਲੋਕ ਜਿਹੜੇ ਆ ਉਹ ਮਿਲਣਾ ਹੈ। ਔਰ ਉੱਥੇ ਬੈਠ ਕੇ ਸਾਰਾ ਦਿਨ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ, ਸਾਰਾ ਦਿਨ ਪੁੱਛਦੇ ਨੇ ਔਰ ਇਬਾਦਤ ਕਰਦੇ ਨੇ। ਤੁਸੀਂ ਮੰਨੋ ਨਾ, ਇਬਾਦਤ ਕਰਦੇ ਨੇ, ਕਿਉਂਕਿ ਜਿੱਥੇ ਕਰਤਾਰਪੁਰ ਸਾਹਿਬ ਦੇ ਵਿੱਚ ਇੱਕ ਤਾਂ ਗੁਰਦੁਆਰਾ, ਮੇਨ ਗੁਰਦੁਆਰਾ, ਜਿੱਥੇ ਕਿਹਾ ਜਾਂਦਾ ਕਿ ਜਿਹੜੀ ਗੁਰੂ ਸਾਹਿਬ ਦੀ ਦੇਹ ਜਿਹੜੀ ਆ ਉਹ ਅਗਨ ਦੇਹ ਨਹੀਂ, ਜੋ ਵੀ ਉੱਥੇ ਮਿਲਿਆ ਕਪੜਾ ਜਿਹੜਾ ਸੀ ਉਹਨੂੰ ਅਗਨ ਦੇ ਹਵਾਲੇ ਕੀਤਾ, ਮਾਨ ਜੋ ਮਿਲਿਆ। ਤੇ ਇਸੇ ਤਰ੍ਹਾਂ ਨਾਲ ਜਿਹੜਾ ਉਹ ਦਰਬਾਰ ਸਾਹਿਬ ਤੋਂ, ਗੁਰਦੁਆਰਾ ਸਾਹਿਬ ਤੋਂ ਬਾਹਰ ਆ, ਉੱਥੇ ਉਹਨਾਂ ਨੇ ਇੱਕ ਕਬਰ ਬਣਾਈ ਹੈ, ਜਿੱਥੇ ਕਹਿੰਦੇ ਕਿ ਮੁਸਲਮਾਨਾਂ ਨੇ ਵੀ ਜਿਹੜਾ ਸੀ ਉਹਦਾ ਉੱਥੇ ਕਮਿਊਨਿਟੀ ਨੇ, ਸਮੁਦਾਇ ਨੇ ਉਹਨਾਂ ਨੂੰ ਦਫਨਾਇਆ। ਉਹ ਬਾਹਰ ਜੇ ਉਹਦੇ 'ਚ, ਪਰ ਜਿਹੜੇ ਉੱਥੇ ਲੋਕ ਹੈ ਉਹ ਦੋਨੋਂ ਜਗ੍ਹਾ ਜਾਂਦੇ, ਉਨੀ ਇਬਾਦਤ ਜਿਹੜੀ ਆ ਉੱਥੇ ਕਰਦੇ ਆ, ਉਨੀ ਇਬਾਦਤ ਜਿਹੜੀ ਆ ਉਹ ਅੰਦਰ ਹੈ। ਕਿਉਂਕਿ ਇੱਕ ਜਿਹੜੀ ਆ ਇਨਸਾਨੀਅਤ ਦੇ ਤੌਰ ਤੇ ਜੋ ਉਹਨਾਂ ਨੇ ਪੈਗਾਮ ਦਿੱਤਾ, ਜੋ ਉਹਨਾਂ ਨੇ ਸੁਨੇਹਾ ਪੂਰੀ ਦੁਨੀਆ ਨੂੰ ਅਮਨ ਦਾ ਤੇ ਭਾਈਚਾਰੇ ਦਾ ਤੇ ਲੋਕਾਂ ਨੂੰ ਆਪਸ ਵਿੱਚ ਪਿਆਰ ਦੇ ਨਾਲ ਰਹਿਣ ਦਾ, ਇਹ ਸੁਨੇਹਾ ਜਿਹੜਾ ਇਸ ਬਰੇ ਸਗੀਰ ਦੇ ਵਿੱਚ ਜਿਹੜਾ ਉਹ ਸ਼ਾਇਦ ਕਿਸੇ ਹੋਰ ਨੇ ਨਾ ਦਿੱਤਾ ਗਿਆ ਹੋਵੇ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਦੀ, ਜਿਹਨੂੰ ਪਾਕਿਸਤਾਨ ਦੇ ਵਿੱਚ ਬਾਬਾ ਨਾਨਕ ਕਹਿੰਦੇ ਸੀ, ਗੁਰੂ ਨਾਨਕ ਦੇਵ ਜੀ ਕਹਿੰਦੇ ਆ, ਉਹਨਾਂ ਦੀ ਜਿਹੜੀ ਮਾਨਤਾ ਹੈ ਉਹ ਬਹੁਤ ਵੱਡੀ ਹੈ ਦੋਨੋਂ ਕਮਿਊਨਿਟੀਜ਼ ਦੇ ਵਿੱਚ। ਔਰ ਤੁਸੀਂ ਹੈਰਾਨ ਰਹੋਗੇ ਕਿ ਮੈਂ ਸ਼੍ਰੀ ਨਨਕਾਣਾ ਸਾਹਿਬ ਵੀ ਦੇਖਿਆ ਔਰ ਇੱਥੇ ਕਰਤਾਰਪੁਰ ਸਾਹਿਬ ਵੀ ਦੇਖਿਆ ਕਿ ਬਹੁਤ ਸਾਰੀਆਂ ਔਰਤਾਂ, ਮੁਸਲਮਾਨ ਔਰਤਾਂ ਨੇ ਜਿਨ੍ਹਾਂ ਨੇ ਬੁਰਕਾ ਪਾਇਆ, ਉਹ ਵੀ ਅੰਦਰ ਆ ਕੇ ਇਬਾਦਤ ਕਰਦੀਆਂ, ਗੁਰਦੁਆਰਾ ਸਾਹਿਬ ਦੇ ਅੰਦਰ ਆ ਕੇ ਇਬਾਦਤ ਕਰਦੀਆਂ। ਦੇਖੋ, ਭਾਵੇਂ ਉਹਨਾਂ ਨੇ ਆਪਣਾ, ਉਹਨਾਂ ਦਾ ਮਜ਼ਹਬ ਹੈ, ਆਪਣੀ ਉਹਨਾਂ ਦੇ ਅਕੀਦੇ ਨੇ, ਰਹਿਣ ਸਹਿਣ ਦਾ ਢੰਗ ਹੈ, ਆਪਣਾ ਸਾਰਾ ਕੁਝ ਨੇ, ਪਰ ਫਿਰ ਵੀ ਇਹਦੇ ਬਾਵਜੂਦ ਵੀ ਉਹ ਆ ਕੇ ਮੰਗਦੇ ਨੇ ਕਿ ਇਹ ਗੁਰੂ ਨਾਨਕ ਹੀ ਹੈ, ਜਿਹੜਾ ਬਾਬਾ ਨਾਨਕ ਹੈ, ਸਾਨੂੰ ਜੋ ਮੰਗੋ ਇੱਥੋਂ ਖਾਲੀ ਨਹੀਂ ਜਾਂਦਾ, ਜੋ ਦਾਤ ਲਈਏ ਪੂਰੇ ਸਾਫ਼ ਦਿਲ ਨਾਲ ਆ ਕੇ ਜਿਹੜਾ ਉਹ ਇਬਾਦਤ ਕਰਦੇ ਨੇ ਤੇ ਉਹਨਾਂ ਨੂੰ ਰੂਹ ਨੂੰ ਸ਼ਾਂਤੀ ਮਿਲਦੀ ਹੈ, ਅਮਨ ਚੈਨ ਜਿਹੜਾ ਉਹ ਮਿਲਦਾ। ਇੱਕ ਬਹੁਤ ਵੱਡੀ ਗੱਲ ਹੈ। ਔਰ ਇਹ ਜਿਹੜੇ ਇਸ ਤਰੀਕੇ ਦੇ, ਮੈਂ ਸਮਝਦਾ ਕਿ ਇਹਨੂੰ ਹੋਰ ਵੀ ਖੁੱਲ੍ਹਾ ਹੋਣਾ ਚਾਹੀਦਾ, ਇਸ ਨੂੰ ਹੋਰ ਸਾਨੂੰ ਖੁੱਲ੍ਹਾ ਕਰਨਾ ਚਾਹੀਦਾ। ਇਕੱਲਾ ਹੀ ਕਿਉਂ, ਕਰਤਾਰ ਸਾਹਿਬ ਵੀ ਕਿਉਂ, ਨਨਕਾਣਾ ਸਾਹਿਬ ਕਿਉਂ ਨਹੀਂ, ਹੋਰ ਲਾਹੌਰ ਜਿਹੜਾ ਵਾ ਉਹ ਇੱਕ ਬਹੁਤ ਵੱਡਾ ਜਿਹੜਾ ਜਗ੍ਹਾ ਹੈ, ਉੱਥੇ ਵੀ ਕਿਉਂ ਨਾ ਹੋਰ ਬਾਰਡਰ ਜਿਹੜੇ ਆ ਉਹ ਖੁੱਲ੍ਹੇ ਜਾਣ। ਸਾਰਾ ਯੂਰਪ ਤਾਂ ਅੱਜ ਖੁੱਲ੍ਹ ਗਿਆ, 28 ਦੇਸ਼ਾਂ ਦੇ ਵਿੱਚ 21 ਵੀਜ਼ਾ, ਔਰ ਕਿਤੇ ਬਾਰਡਰ ਨਹੀਂ। ਇੱਕ ਪਾਸੇ ਤੁਸੀਂ ਰਮਾਨੀਆ ਤੋਂ ਚੱਲ ਪਓ ਤੇ ਉਹ ਤੁਸੀਂ ਜਰਮਨ ਤੇ ਬੈਲਜੀਅਮ ਤੱਕ ਜਿਹੜਾ ਤੁਹਾਨੂੰ ਰਾਹ ਦੇ ਵਿੱਚ ਜਿੰਨੇ ਦੇਸ਼ ਆਉਂਦੇ ਆ, ਕੋਈ ਨਹੀਂ ਪੁੱਛਦਾ ਹੈ, ਇੱਥੋਂ ਲੈ ਕੇ ਲਾਸਟ ਤੱਕ, ਸਾਈਪਰਸ ਤੱਕ ਵੀ ਜਿਹੜਾ ਉਹ ਤੁਹਾਨੂੰ ਕੋਈ ਨਹੀਂ, ਇੱਕ ਵੀਜ਼ੇ ਦੇ ਉੱਤੇ ਤੁਸੀਂ ਜਿੱਥੇ ਮਰਜ਼ੀ ਜਿਹੜਾ ਵਾ ਉਹਨਾਂ 28-30 ਦੇਸ਼ਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਯੂਰਪ ਦੇ ਵਿੱਚ, ਜਿਹਨੂੰ ਸ਼ੈਂਗਨ ਵੀਜ਼ਾ ਕਿਹਾ ਜਾਂਦਾ। ਤੇ ਅਸੀਂ ਇੱਥੇ ਜਿਹੜੀਆਂ ਵਾ
ਜਿਹੜੀਆਂ ਦੁਬਾਰਾ ਹੋਰ ਦੂਰ ਹੋਣੀਆਂ ਚਾਹੀਦੀਆਂ ਸੀ, ਜਿਹੜੇ ਵਿੱਥਾਂ ਜਿਹੜੀਆਂ ਘਟਣੀਆਂ ਚਾਹੀਦੀਆਂ ਸੀ, ਗੈਪ ਜਿਹੜੇ ਘਟਣੇ ਚਾਹੀਦੇ ਸੀ, ਉਹ ਹੋਰ ਅਸੀਂ ਜਿਹੜੇ ਆ ਉਹਨਾਂ ਨੂੰ ਜਿਹੜਾ ਮਜ਼ਬੂਤ ਕਰ ਰਹੇ ਆ। ਇਹ ਸਾਡੇ ਦੋਨਾਂ ਦੇਸ਼ਾਂ ਦੇ ਲੋਕਾਂ ਦੇ ਹਿੱਤ 'ਚ ਨਹੀਂ, ਸਰਕਾਰ ਦੇ ਹਿੱਤ 'ਚ ਤਾਂ ਕਿਆ ਹੋਣਾ, ਸਰਕਾਰ ਤਾਂ ਆਉਣੀ ਹੈ ਜਾਣੀ, ਸਾਡੇ ਲੰਮੇ ਸਮੇਂ ਦੇ ਲੋਕਾਂ ਦੇ ਹਿੱਤ 'ਚ ਨਹੀਂ। ਅੱਜ ਦੇਖੋ ਦੁਨੀਆ ਦੇ ਵਿੱਚ ਸਭ ਤੋਂ ਵੱਧ ਹੈ ਨਾ, ਕੋਈ ਆ ਲੋਕਡਾਊਨ ਰਿਹਾ ਵਾ, ਯੂਰਪ ਵਾਲਿਆਂ ਨੇ ਸਭ ਤੋਂ ਪਹਿਲਾਂ ਖੋਲ੍ਹਤਾ ਜੀ। ਸਾਨੂੰ ਟੂਰਿਜ਼ਮ ਜਿਹੜਾ ਇੱਕ ਸਭ ਤੋਂ ਵੱਡੀ ਇੱਕ ਇੰਡਸਟਰੀ ਅੱਜ ਬਣੀ ਹੈ ਲੋਕਾਂ ਦੀ ਇਕਨੋਮੀ ਲਈ, ਸਭ ਤੋਂ ਵੱਡੀ ਇੰਡਸਟਰੀ ਦੁਨੀਆ ਦੇ ਵਿੱਚ ਜੇ ਹੈ ਤੇ ਉਹ ਹੈਗੀ ਹੈ ਟੂਰਿਜ਼ਮ ਦੀ। ਪ੍ਰਮੋਟ ਕਰ ਰਹੇ ਨੇ, ਆਨਲਾਈਨ ਵੀਜ਼ਾ ਲੈ ਲਓ ਜੀ, ਅਰਾਈਵਲ ਵੀਜ਼ਾ ਲੈ ਲਓ ਜੀ, ਫ੍ਰੀ ਵੀਜ਼ਾ ਲੈ ਲਓ ਜੀ, ਆਪਾਂ ਸਾਰੇ ਪੜ੍ਹਦੇ, ਕਿਉਂਕਿ ਪਤਾ ਕਿ ਬਹੁਤ ਵੱਡੀ ਇੱਕ ਇੰਡਸਟਰੀ ਜਿਹਦੇ ਵਿੱਚ ਲੋਕ ਜਿਹੜੇ ਇੰਨਾ ਪੈਸਾ ਲਿਆਉਂਦੇ ਨੇ, ਇੰਨੀ ਜ਼ਿਆਦਾ ਅਪਰਚੁਨਿਟੀਜ਼ ਜਿਹੜੀਆਂ ਉਹਦੇ ਵਿੱਚ ਇਕਨੋਮੀ ਨੂੰ ਡਿਵੈਲਪ ਕਰਦੀਆਂ ਮਿਲਦੀਆਂ ਨੇ। ਤੇ ਉਹ ਟੂਰਿਜ਼ਮ ਜਿਹੜਾ ਅੱਜ ਸਾਰੇ ਉੱਥੇ ਡਿਵੈਲਪ ਕਰ ਰਹੇ ਨੇ ਕਿ ਲੋਕਡਾਊਨ ਤੋਂ ਬਾਅਦ ਜਿਹੜੇ ਪ੍ਰਮੋਟ ਕਰ ਰਹੇ ਨੇ। ਤੇ ਇੱਥੇ ਸਾਡੀ ਆਬਾਦੀ ਕਿੰਨੀ, ਸਾਡੀ 1.3 ਬਿਲੀਅਨ ਸਾਡੀ ਹੈ। ਇਸੇ ਤਰ੍ਹਾਂ ਨਾਲ 30-25 ਕਰੋੜ ਦੀ ਲੱਗੇ ਸਕੇ ਜਿਹੜੀ ਆ ਉਹ ਪਾਕਿਸਤਾਨ ਦੀ ਆ। ਤੁਸੀਂ 2-2.5 ਕਰੋੜ ਜਿਹੜਾ ਨੇਪਾਲ ਦੇ ਵਿੱਚ ਹੈ, 15 ਕਰੋੜ ਜਿਹੜਾ ਬੰਗਲਾਦੇਸ਼ ਹੈ, ਇਸੇ ਤਰ੍ਹਾਂ ਨਾਲ ਸ਼੍ਰੀਲੰਕਾ ਦੇ ਵਿੱਚ। ਏਡੀ ਵੱਡੀ ਸਾਡੀ ਆਬਾਦੀ ਲੋਕਾਂ ਦੀ, ਜੇ ਅਸੀਂ ਇਸ ਤਰ੍ਹਾਂ ਨਾਲ ਬਾਰਡਰ ਖੋਲ੍ਹ ਦਈਏ ਤਾਂ ਸਾਡੇ ਇੱਥੋਂ ਜਿਹੜੇ ਆ ਰੋਜ਼ 50,000 ਲੋਕ ਜਿਹੜੇ ਉਹ ਪਾਕਿਸਤਾਨ ਤੇ ਜਾਣ ਤੇ 50,000 ਲੋਕ ਇੱਧਰ ਆਉਣ, ਤੇ ਤੁਸੀਂ ਦੇਖੋ ਕਿੰਨੀਆਂ ਵੱਡੀਆਂ ਅਪਰਚੁਨਿਟੀ ਸਾਡੀਆਂ ਜਿਹੜੀਆਂ ਟੂਰਿਜ਼ਮ ਨੂੰ ਡਿਵੈਲਪ ਕਰਨ ਦੀਆਂ ਦੋਨਾਂ ਦੇਸ਼ਾਂ ਦੇ ਵਿੱਚ ਹੈ। ਔਰ ਸਾਡੇ ਦੋਨਾਂ ਦੇਸ਼ਾਂ ਦੇ ਵਿੱਚ ਇੰਨੀਆਂ ਵਧੀਆ ਟੂਰਿਜ਼ਮ ਸਪੌਟਸ ਹੈ, ਇਹਨਾਂ ਸਾਰਾ ਸਾਲ ਜਿਹੜੇ ਦੁਨੀਆ ਦੇ ਵਿੱਚ ਕਿਤੇ ਹੋਰ ਨਹੀਂ ਹੈ। ਆਲਮੋਸਟ ਜਿਹੜਾ ਵਾ ਯੂਰਪ ਜਿਹੜਾ ਵਾ ਠੰਡ ਦੇ ਵਿੱਚ ਆਲਮੋਸਟ ਬੰਦ ਹੋ ਜਾਂਦਾ, ਕਹਿੰਦੇ ਕਦ ਲਈ ਜਾਣਾ ਵੀ ਉੱਥੇ ਬਰਫ਼ ਦੇ ਵਿੱਚ ਤਾਂ ਜਿਹੜਾ ਵਾ ਉਹ ਤੁਹਾਡੇ ਪੈਰ ਹੀ ਜਿਹੜੇ ਉਹ ਜੰਮ ਜਾਣੇ ਆ, ਤੇ ਘੁੰਮਣਾ ਤੁਸੀਂ ਕਿੱਥੇ ਜੇ ਕੀ ਕਰਨ ਜਾਣਾ, ਇੰਨੀ ਠੰਡ ਆ, -20 ਡਿਗਰੀ ਤੱਕ ਜਿਹੜਾ 25 ਡਿਗਰੀ ਤੱਕ ਜਿਹੜਾ ਉਹ ਉੱਥੇ ਰਹਿੰਦਾ। ਤੇ ਸਾਡੇ ਤਾਂ ਇੰਨਾ ਵਧੀਆ ਕਲਾਈਮੇਟ ਆਲ ਦੀ ਈਅਰ, ਜਿਹੜਾ ਸਾਰਾ ਸਾਲ ਅਸੀਂ ਜਿਹੜਾ ਇੱਕ ਦੂਜੇ ਦੇ ਜਾ ਰਹੇ ਆ। ਔਰ ਲਾਹੌਰ ਵਰਗਾ ਸ਼ਹਿਰ ਔਰ ਪਿਸ਼ਾਵਰ ਵਰਗੇ ਜਿਹੜੇ ਉਹ ਉੱਧਰ ਪਹਾੜੀਆਂ, ਸਾਡਾ ਕਸ਼ਮੀਰ, ਸਾਡਾ ਜਿਹੜਾ ਕੇਰਲਾ ਜਿਹਨੂੰ ਜਿਹੜਾ ਦੁਨੀਆ ਦਾ ਜਿਹੜਾ ਸਵਰਗ ਕਿਹਾ ਜਾਂਦਾ, ਨੇਪਾਲ ਦੇ ਵਿੱਚ ਹਿਮਾਲਿਆ ਤੇ ਕਿੰਨੇ ਵਧੀਆ ਉੱਥੇ ਚੀਜ਼ਾਂ। ਇਸੇ ਤਰ੍ਹਾਂ ਬੰਗਲਾਦੇਸ਼ ਔਰ ਸ਼੍ਰੀਲੰਕਾ ਦੀਆਂ ਬੀਚਿਸ, ਇੰਨਾ ਕੁਝ ਸਾਡੇ ਜਿਹੜਾ ਪਿਆ ਜਿਹੜਾ ਦੁਨੀਆ ਦੇ ਵਿੱਚ ਕਿਤੇ ਹੋਰ ਨਹੀਂ ਹੈ। ਤੇ ਜੇ ਅਸੀਂ ਇਸ ਨੂੰ ਜਿਹੜਾ ਸੰਭਾਲ ਕੇ ਨੂੰ ਵਰਤ ਲਈਏ ਇਸ ਨੂੰ ਲੋਕਾਂ ਦੇ ਵਿੱਚ, ਕਿਉਂ ਨਹੀਂ ਕਾਰ ਤੇ ਚੜ੍ਹੇ ਇੱਥੋਂ ਚੰਡੀਗੜ੍ਹੋਂ ਬੰਦੇ ਚੜ੍ਹਨ, 4 ਜਾਣ ਚ ਕਾਰਾਂ ਜਾਣ ਪਾਕਿਸਤਾਨ ਦੇ ਵਿੱਚ, ਉੱਥੇ ਜਾਣ ਨਨਕਾਣਾ ਸਾਹਿਬ ਜਾਣ, ਲਾਹੌਰ ਜਾਣ, ਘੁੰਮਣ ਇੱਥੇ ਆ ਜਾਣ। ਇਸੇ ਤਰ੍ਹਾਂ ਉੱਧਰੋਂ ਲੋਕ ਆਉਣ, ਆਗਰੇ ਜਾਣ, ਇੱਥੇ ਜਿਹੜੀ ਆਪਣਾ ਰਾਜਸਥਾਨ ਦੇ ਵਿੱਚ ਆਪਣੇ ਬਾਬਾ ਕੀ ਇਹਨਾਂ ਦੇ ਪੀਰ ਜਿਹੜੀ ਜਗ੍ਹਾ ਅਜਮੇਰ ਸਾਹਿਬ ਦੇ ਵਿੱਚ, ਉੱਥੇ ਜਿਹੜਾ ਲੋਕ ਜਾਣ, ਉਹ ਵੀ ਬਾਰਡਰ ਖੋਲ੍ਹੇ। ਅੱਜ ਤੁਸੀਂ ਵੇਖੋ ਕਿ ਸਾਡੇ ਦਾ ਇੱਕ ਵਾਘਾ ਖੁੱਲ੍ਹਾ ਤੇ ਮੇਰੇ ਖਿਆਲ 1 ਜਾਂ 2 ਹੋਰ ਹੈ। ਬਾਕੀ ਯੂਰਪ ਦੇ ਵਿੱਚ ਤੁਸੀਂ ਵੇਖੋ ਕਿ ਹਰ 10 ਕਿਲੋਮੀਟਰ ਤੇ ਉਹਨਾਂ ਨੇ ਬਾਰਡਰ ਖੋਲ੍ਹ ਤਾਂ ਪਈ ਜਾਓ, ਲੰਘ ਜਾਓ, ਕਿਉਂ ਉੱਪਰ ਦੀ ਵੜ ਕੇ ਜਾਣਾ। ਤੇ ਸਾਡੇ ਤਾਂ ਇੰਨਾ ਵੱਡਾ ਇਹ ਏਰੀਆ ਹੈ ਕਿ ਇੰਨੇ ਬਾਰਡਰ ਖੁੱਲ੍ਹ ਜਾਣ ਤੇ ਇੰਨਾ ਵਪਾਰ ਸਾਡਾ ਜਿਹੜਾ ਵੱਧ ਜਾਵੇ। ਹੁਣ ਵੀ 2 ਵਾਰ ਹੁੰਦਾ, ਦੇਖੋ ਤੁਹਾਨੂੰ ਦੱਸਾਂ, ਹੁਣ ਵੀ ਵਪਾਰ ਇੰਡੀਆ ਦੇ ਵਿੱਚੋਂ ਪਾਕਿਸਤਾਨ ਜਾਂਦਾ ਔਰ ਪਾਕਿਸਤਾਨ ਤੇ ਇੱਧਰ ਜਾਂਦਾ। ਪਰ ਹੈ ਕੀ ਆ, ਪਹਿਲਾਂ ਅਸੀਂ ਦੁਬਈ 'ਚ ਭੇਜਣਾ, ਦੁਬਈ ਦੇ ਵਿੱਚੋਂ ਉੱਥੇ ਅਨਲੋਡ ਹੋ ਕੇ ਮੋਹਰਾਂ ਦੂਜੀਆਂ ਲੱਗਣੀਆਂ, ਫਿਰ ਪਾਕਿਸਤਾਨ 'ਚ ਉੱਥੇ ਤੱਕ ਪਹੁੰਚਦਾ ਉੱਥੇ ਤੱਕ ਪਹੁੰਚਦਾ ਰੇਟ ਵਧ ਜਾਣਾ, ਵੱਧ ਜਾਂਦਾ। ਤੇ ਜਿਹੜਾ ਦੇਰ ਕਿੰਨੀ ਲੱਗਦੀ, ਇੱਥੋਂ ਤੁਸੀਂ ਟਰੱਕ ਚੱਲੋ ਤੇ ਚੱਲੋ ਜੀ। ਉੱਥੇ ਕਿੰਨਾ ਸਾਡਾ ਐਗਰੀਕਲਚਰ ਦਾ ਕਿੰਨਾ ਸਾਡਾ ਸਮਾਨ ਹੈ ਜਿਹੜਾ ਅਸੀਂ ਇੱਕ ਦੂਜੇ ਨਾਲ ਸ਼ੇਅਰ ਜਿਹੜਾ ਉਹ ਕਰ ਸਕਦੇ। ਅਫਗਾਨਿਸਤਾਨ, ਸੈਂਟਰਲ ਏਸ਼ੀਆ ਤੱਕ ਸਾਡੀ ਜਿਹੜੀ ਮਾਰਕੀਟ ਹੈ ਉਹ ਬਣ ਸਕਦੀ, ਕਿਉਂਕਿ ਉੱਥੋਂ ਤੱਕ ਜੋ ਚੀਜ਼ਾਂ ਪੰਜਾਬ ਦੇ ਵਿੱਚ ਉਗਦੀਆਂ ਨੇ, ਸਬਜ਼ੀਆਂ ਤੋਂ ਲੈ ਕੇ ਹਰੀਆਂ ਸਬਜ਼ੀਆਂ ਤੋਂ ਲੈ ਕੇ ਹਰ ਚੀਜ਼, ਉਹ ਲੋੜ ਹੈ ਉੱਥੇ ਚੀਜ਼ਾਂ ਦੀ, ਉੱਥੇ ਜ਼ਰੂਰਤ ਹੈ। ਤੇ ਅਸੀਂ ਇੱਕ ਵੱਡੀ ਮਾਰਕੀਟ ਹੈ ਈਰਾਨ ਤੱਕ ਸਾਡੀ ਜਿਹੜੀ ਹੈ ਸੈਂਟਰਲ ਏਸ਼ੀਆ ਤੱਕ ਮਾਰਕੀਟ ਬਣ ਤੇ ਇੱਕ ਬਹੁਤ ਵੱਡਾ ਜਿਹੜਾ ਹੈ ਕੰਟਰੀਬਿਊਟ ਹੋਊਗਾ। ਔਰ ਮੈਂ ਤੁਹਾਨੂੰ ਕਹਿ ਦੇਵਾਂ ਦੁਬਾਰਾ ਕਿ ਜਿਹੜਾ ਲਾਂਘਾ ਬਣਿਆ ਸ਼੍ਰੀ ਕਰਤਾਰਪੁਰ ਸਾਹਿਬ ਦਾ, ਇੱਕ ਬੜਾ ਵੱਡਾ ਬੋਲਡ ਸਟੈਪ ਹੈ, ਦੋਨਾਂ ਦੇਸ਼ਾਂ ਨੇ ਐਪਰੀਸ਼ੀਏਟ ਕਰਨਾ ਚਾਹੀਦਾ। ਔਰ ਇਹਨੂੰ ਹੋਰ ਇਹਦੀਆਂ ਸ਼ਰਤਾਂ ਨਰਮ ਹੋਣੀਆਂ ਚਾਹੀਦੀਆਂ। ਕਿਉਂ ਪਾਸਪੋਰਟ ਮੰਗੋ ਜੀ ਤੁਸੀਂ, ਕਿਉਂ ਉੱਥੇ $20 ਜਿਹੜੇ ਆ ਦੇਣੇ ਪੈਣ, ਕਿਉਂ ਸਾਡਾ ਜਿਹੜੇ ਜੇ ਅਸੀਂ ਨੇਪਾਲ ਜਿਹੜਾ ਹੈ ਉਹ ਆਪਣੇ ਵੋਟਰ ਕਾਰਡ ਤੇ ਜਾ ਸਕਦੇ ਹਾਂ, ਪਾਸਪੋਰਟ ਦੀ ਲੋੜ ਨਹੀਂ, ਵੋਟਰ ਕਾਰਡ ਤੇ ਜਾ ਸਕਦੇ ਹਾਂ। ਤੇ ਕਰਤਾਰਪੁਰ ਸਾਹਿਬ ਅਸੀਂ ਕਿਉਂ ਨਾ ਵੋਟਰ ਕਾਰਡ ਵਿਖਾਈਏ ਤੇ ਅਸੀਂ ਚਲੇ ਜਾਈਏ ਉੱਥੇ। ਇਸ ਕਰਕੇ ਇਹਨੂੰ ਹੋਰ ਨਰਮ ਤੇ $10 ਵੀ ਕਿਉਂ ਦੇਣੇ ਆ, ਅਸੀਂ ਸ਼ਰਧਾ ਨਾਲ ਜਾਂਦੇ ਜਿਹੜੇ ਉੱਥੇ ਗੁਰੂ ਦੇ ਲੰਗਰ 'ਚ ਪਾਉਂਦੇ ਆ, ਉੱਥੇ ਚੜਾਉਂਦੇ ਆ, ਜਿਹੜਾ ਵੀ ਇਸ ਤਰ੍ਹਾਂ ਨਾਲ ਜਿਹੜਾ ਇੱਕ ਸ਼ਰਤਾਂ ਰੱਖਣੀਆਂ, ਇਹ ਵੀ ਇਹਨੂੰ ਹੋਰ ਨਰਮ ਕੀਤਾ ਜਾਵੇ ਤਾਂ ਕਿ ਲੋਕ ਵੱਧ ਤੋਂ ਵੱਧ ਜਿਹੜੇ ਆ ਉੱਥੇ ਜਾ ਸਕਣ। ਇਸੇ ਤਰ੍ਹਾਂ ਨਾਲ ਉੱਧਰੋਂ ਲੋਕ ਜਿਹੜੇ ਆ ਉਹ ਅਜਮੇਰ ਸ਼ਰੀਫ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਉਹ ਵੀ ਆ ਸਕਣ, ਉਹਨਾਂ ਨੂੰ ਵੀ ਜਿਹੜਾ ਵਾ ਇਸ ਤਰ੍ਹਾਂ ਦੀ ਸਹੂਲਤ ਹੋਵੇ ਤਾਂ ਕਿ ਸਾਡੇ ਲੋਕਾਂ ਦੇ ਸੰਬੰਧ ਜਿਹੜੇ ਆ ਪੀਪਲ ਟੂ ਪੀਪਲ ਰਿਲੇਸ਼ਨ ਜਿਹਨੂੰ ਕਹਿੰਦੇ ਆ
ਜਿਹੜਾ ਇੱਕ ਬਹੁਤ ਵੱਡਾ ਕਦਮ ਹੈ ਪੂਰੀ ਦੁਨੀਆ ਦੇ ਵਿੱਚ। ਪੀਪਲ ਟੂ ਪੀਪਲ ਰਿਲੇਸ਼ਨ ਤੋਂ ਬਿਨਾਂ ਦੋ ਦੇਸ਼ਾਂ ਦੇ ਜਿਹੜੇ ਸੰਬੰਧ ਹੈ ਉਹ ਸੁਧਰ ਨਹੀਂ ਸਕਦੇ। ਸਰਕਾਰ ਠੀਕ ਹੈ ਜੀ, ਜਿਹੜੇ ਆ ਦੋਨੋਂ ਪ੍ਰਧਾਨ ਮੰਤਰੀ ਚੰਗੀ ਤਰ੍ਹਾਂ ਹੱਥ ਮਿਲਾ ਲੈਣ, ਚੰਗੀ ਤਰ੍ਹਾਂ ਜੱਫੀਆਂ ਪਾ ਲੈਣ, ਫਿਰ ਕੱਲ੍ਹ ਨੂੰ ਜਿਹੜਾ ਗਾਲਾਂ ਕੱਢਣ ਲੱਗ ਜਾਣ, ਇਹ ਸੰਬੰਧ ਨਹੀਂ। ਸੰਬੰਧ ਜਿਹੜੇ ਸਭ ਤੋਂ ਉਹ ਪੀਪਲ ਟੂ ਪੀਪਲ, ਲੋਕਾਂ ਦੇ ਨਾਲ ਸੰਬੰਧ ਜਿਹੜੇ ਹੋਣ, ਔਰ ਉਹ ਸੰਬੰਧ ਤਾਂ ਹੀ ਬਣਦੇ ਆ ਤੁਹਾਡਾ ਆਉਣ ਜਾਣ ਜਿਹੜਾ ਵਾ ਵਧੇ ਇੱਕ ਦੂਜੇ ਵੱਲ। ਪੰਜਾਬੀ 'ਚ ਕਹਿੰਦੇ ਆ ਕਿ ਜੇ ਰਿਸ਼ਤੇਦਾਰੀਆਂ ਨਾਲ ਤੁਸੀਂ ਮਿਲਣੋਂ ਹਟ ਜਾਓ ਨਾ ਤੇ ਰਿਸ਼ਤੇਦਾਰੀਆਂ ਖਤਮ ਹੋ ਜਾਂਦੀਆਂ। ਇਸੇ ਤਰ੍ਹਾਂ ਦੇ ਨਾਲ ਜੇ ਤੁਸੀਂ ਜਿਹੜਾ ਜਿਹੜੀਆਂ ਸਾਡੀਆਂ ਜਿਹੜੀਆਂ ਬਾਉਂਡਰੀਜ਼ ਆ ਉਹਨਾਂ ਨੂੰ ਹੋਰ ਪੱਕਾ ਕਰ ਦਿਓ, ਬਰਲਨ ਦੀਆਂ ਦੀਵਾਰਾਂ ਵਾਂਗੂ ਹੋਰ ਮਜ਼ਬੂਤ ਕਰ ਦਿਓ, ਤਾਂ ਇਹ ਸਾਡੇ ਲਈ ਨੁਕਸਾਨਦੇਹ ਹੈ, ਸਾਡੇ ਲੋਕਾਂ ਦੇ ਲਈ ਨੁਕਸਾਨਦੇਹ ਹੈ, ਸਾਡੀ ਆਰਥਿਕਤਾ ਦੇ ਲਈ ਨੁਕਸਾਨਦੇਹ ਹੈ, ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਨੁਕਸਾਨਦੇਹ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੀ ਮਾਫ ਨਹੀਂ ਕਰਨਗੀਆਂ। WhatsApp ਤੁਸੀਂ ਪੂਰੇ ਵਰਲਡ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਗਏ, ਪੀਸ ਦੇ ਉੱਪਰ ਕੰਮ ਕੀਤਾ, ਲੋਕਾਂ ਨੂੰ ਲਾਮਬੰਦ ਕੀਤਾ, ਲੋਕਾਂ ਦੇ ਨਾਲ ਜੁੜੇ, ਬੜਾ ਕੁਝ ਦੇਖਿਆ। ਇਸ ਸਾਰੇ ਕੁਝ ਦੇ ਵਿੱਚ ਇੱਕ ਪੰਜਾਬ ਵੀ ਆ ਜਾਂਦਾ। ਇਹ ਆਪਾਂ ਜੇ ਕਹੀਏ ਇਸ ਸਾਂਝ ਦੇ ਪੱਖੋਂ, ਪੀਸ ਦੇ ਪੱਖੋਂ, ਕਲਚਰ ਦੇ ਪੱਖੋਂ ਪੰਜਾਬ ਦਾ ਕੀ ਇਸ ਪੂਰੇ ਵਿਸ਼ਵ ਦੇ ਵਿੱਚ ਪੰਜਾਬ ਨੂੰ ਤੁਸੀਂ ਕਿੱਥੇ ਗਿਣਦੇ ਹੋ? ਇਹ ਬੜਾ ਤੁਹਾਡਾ ਵਧੀਆ ਸਵਾਲ ਹੈ ਜੀ, ਤੇ ਇਹਦਾ ਮੈਂ ਤੁਹਾਨੂੰ ਜਵਾਬ ਤਾਂ ਇਹੀ ਦੇਵਾਂ ਕਿ ਮੈਂ ਮਤਲਬ ਜਿਹੜਾ ਕਿੰਨੇ ਦੇਸ਼ਾਂ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ, ਔਰ ਉੱਥੇ ਪੰਜਾਬੀਆਂ ਦੇ ਨਾਲ ਵੀ ਜਦੋਂ ਜਾਈਦਾ ਤੇ ਮਿਲੀਦਾ, ਔਰ ਉਹ ਜਿਹੜੇ ਜਿੱਥੇ ਵੀ ਜਾ ਕੇ ਪੰਜਾਬੀਆਂ ਦੇ ਨਾਲ ਮਿਲੇ ਆ, ਤੇ ਇੱਕ ਤਾਂ ਇਹ ਹੈ ਕਿ ਪੰਜਾਬੀ ਬੜੇ ਖੁੱਲੇ ਦਿਲ ਦੇ ਹਰ ਜਗ੍ਹਾ ਦੇ, ਚਾਹੇ ਉਹ ਪਾਕਿਸਤਾਨ ਦੇ ਹੋਣ ਪੰਜਾਬੀ, ਚਾਹੇ ਇੰਡੀਆ ਦੋਨੋਂ, ਕਿਉਂਕਿ ਉਹਨਾਂ ਦੀ ਜਿਹੜੀ ਕਲਚਰ ਜਿਹੜਾ ਬੈਕਗਰਾਉਂਡ ਜਿਹੜੀ ਇੱਕ ਹੈ, ਇਤਿਹਾਸ ਜਿਹੜਾ ਉਹਦੀ ਹਿਸਟਰੀ ਜਿਹੜੀ ਹੈ ਉਹ ਇੱਕ ਹੈ, ਜੰਮਣ ਪਲਣ ਜਿੱਥੋਂ ਨਿਕਲੇ ਨੇ ਉਹ ਚੀਜ਼ ਇੱਕ ਹੈ, ਤੇ ਸੁਭਾਅ ਜਿਹੜਾ ਬਲੱਡ ਹੈ ਉਹ ਸੇਮ ਚੀਜ਼ ਜਿਹੜੀ ਆ ਉਹਨਾਂ ਦੇ ਵਿੱਚ ਬਣੀ ਹੈ। ਤੁਸੀਂ ਅੱਜ ਹੀ ਵੇਖੋ ਕਿ ਜੇ ਇੱਥੇ ਜਿਹੜੇ ਸੰਧੂ ਆ ਤੇ ਉੱਥੇ ਵੀ ਸੰਧੂ ਬੈਠੇ ਨੇ, ਜੇ ਇੱਥੇ ਰਾਜਪੂਤ ਹੈ ਤੇ ਉੱਥੇ ਵੀ ਰਾਜਪੂਤ ਨੇ। ਸਿਮਿਲਰ ਚੀਜ਼ ਹੈ। ਮੈਂ ਗਿਆ ਹੁਣ ਤਾਂ ਦੱਸਿਆ, ਜਦੋਂ ਗਿਆ ਸੀ ਤੇ ਮੈਨੂੰ ਇੱਕ ਵਕੀਲ ਜਦੋਂ ਨਾ ਬੋਲਿਆ ਤੇ ਮੈਨੂੰ ਆਇਆ, ਮੈਂ ਥੱਲੇ ਬੈਠਾ ਬੋਲ ਕੇ ਆਪਦਾ, ਤੇ ਮੈਨੂੰ ਕਹਿੰਦਾ ਯਾਰ ਆ ਬਾਠ ਨਾ ਸਾਡੇ ਇੱਥੇ ਗੁਜਰਾਂਵਾਲੇ ਦੇ ਵਿੱਚ ਜਿਹੜੇ ਆ ਨਾ ਬਾਠ ਇੱਥੇ ਹੈਗੇ, ਤੇ ਉਹਨੇ ਮੈਨੂੰ ਉੱਥੇ ਫੋਨ ਤੇ ਗੱਲ ਵੀ ਕਰਾ ਦਿੱਤੀ ਵਕੀਲ ਦੇ ਨਾਲ, ਤਾਂ ਉਹਨੇ ਮੈਨੂੰ ਬੜਾ ਜ਼ੋਰ ਲਾਇਆ ਕਿ ਸਾਡੇ ਪਿੰਡ ਆ, ਉਹ ਪਿੰਡ ਹੀ ਦੋ ਤਿੰਨ ਉੱਥੇ ਬਾਠਾਂ ਦੇ ਕਿ ਅਸੀਂ ਤੈਨੂੰ ਜਿਹੜਾ ਇੱਥੇ ਸਨਮਾਨ ਕਰਾਂਗੇ ਵਧੀਆ ਤਰ੍ਹਾਂ ਨਾਲ, ਜਿਹੜਾ ਵਾ ਲੋਕਾਂ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ। ਜਿਹੜੀ ਹਾਂ ਗੱਲ ਕਰ ਰਹੇ ਸੀ, ਜਿੱਥੇ ਵੀ ਬੈਠੇ ਆ, ਇੱਕ ਤਾਂ ਕੋਈ ਗਰੀਬ ਨਹੀਂ ਹੈ, ਭੁੱਖਾ ਮਰਦਾ ਕੋਈ ਜਿਹੜੀ ਤੇ ਬੈਠਾ, ਦੂਸਰਾ ਕੋਈ ਵੀ ਜਿਹੜਾ ਸੌੜੇ ਦਿਲ ਦਾ ਨਹੀਂ ਹੈ, ਤੀਸਰਾ ਕੋਈ ਨਫ਼ਰਤ ਜਿਹੜਾ ਉਹ ਕਿਤੇ ਉਹਨਾਂ ਦੇ ਵਿੱਚ ਜਿਹੜੀ ਆ ਉਹ ਕਿਤੇ ਹੈ ਨਹੀਂ, ਚੌਥਾ ਜਿਹੜਾ ਵਾ ਜੰਗ ਦੇ ਖਿਲਾਫ ਆ, ਅਮਨ ਤੇ ਭਾਈਚਾਰੇ ਦੇ ਹੱਕ ਦੇ ਵਿੱਚ ਹੈ। ਜਿੱਥੇ ਵੀ ਰਹਿੰਦੇ ਆ, ਉਹ ਚਾਹੇ ਉੱਤਰਲੇ ਪੰਜਾਬ ਦੇ ਹੋਣ, ਔਰ ਉਹਨਾਂ ਦੇ ਚੰਗੇ ਸੰਬੰਧ ਨੇ, ਆਪਸ ਵਿੱਚ ਵਧੀਆ ਤਰ੍ਹਾਂ ਦੇ ਨਾਲ ਰਹਿੰਦੇ ਨੇ। ਖਾਸ ਕਰਕੇ ਬਾਹਰਲੇ ਦੇਸ਼ ਤਾਂ ਉਹ ਵੀ ਜਿਹੜੇ ਮਾਈਗ੍ਰੈਂਟ ਗਏ ਤੇ ਸਾਡੇ ਵੀ ਮਾਈਗ੍ਰੈਂਟ ਗਏ ਆ, ਤੇ ਸਾਂਝ ਤਾਂ ਉੱਥੇ ਇੱਕ ਹੀ ਹੈ ਕਿ ਜੇ ਉੱਥੇ ਲੜਨਾ ਵਾ ਤੁਸੀਂ, ਤੇ ਜਿਹੜਾ ਵਾਈਟ ਜਿਹੜੇ ਰੇਸਿਸਟ ਹੈ ਉਹਨਾਂ ਦੇ ਨਾਲ ਲੜਨਾ, ਚਾਹੇ ਤੁਸੀਂ ਕਿੰਨੇ ਵੀ ਆਪਣੇ ਆਪ ਨੂੰ ਇੰਡੀਆ ਦੇ ਵਿੱਚ ਗੋਰੇ ਸਮਝ ਲਓ, ਪਰ ਉਹਨਾਂ ਨੇ ਜਿਹੜਾ ਤੁਹਾਨੂੰ ਕਾਲੇ ਸਮਝਿਆ। ਹੁਣ ਅਮਰੀਕਾ ਦੇ ਵਿੱਚ ਜਿਹੜੀ ਚੱਲ ਰਿਹਾ ਵਾ, ਜਿਹੜਾ ਉੱਥੇ ਇੱਕ ਬਲੈਕ ਆਦਮੀ ਜਿਹੜਾ ਪੁਲਿਸ ਨੇ ਜਿਹੜਾ ਉਹਨੂੰ ਮਾਰਿਆ, ਤੇ ਉੱਥੇ ਅਮਰੀਕਾ ਦੇ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਰੇਸਿਸਟ ਨੇ ਨਾ, ਗੋਰੇ ਰੇਸਿਸਟ ਜਿਹੜੇ ਨੇ, ਉਹਨਾਂ ਲਈ ਚਾਹੇ ਇੰਡੀਅਨ, ਚਾਹੇ ਨੇਪਾਲੀ ਆ, ਤੇ ਚਾਹੇ ਪਾਕਿਸਤਾਨੀ ਆ, ਤੇ ਚਾਹੇ ਅਸੀਂ ਆਪਣੇ ਆਪ ਨੂੰ ਸਮਝਦੇ ਕਿ ਅਸੀਂ ਬਹੁਤ ਗੋਰੇ ਇੱਥੇ ਗਏ ਆ, ਪਰ ਉਹਨਾਂ ਲਈ ਅਸੀਂ ਕਾਲੇ ਆ। ਉਹਦੀ ਡੈਫੀਨੇਸ਼ਨ ਦੇ ਵਿੱਚ ਅਸੀਂ ਕਾਲੇ ਜਿਹੜੇ ਆ ਉਹ ਵੱਜਦੇ ਆ, ਤੇ ਜਿਹੜਾ ਇਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ, ਉਹ ਸੇਮ ਪ੍ਰੋਬਲਮ ਸਾਹਮਣੇ ਕਰਨੀਆਂ ਪੈਂਦੀਆਂ, ਚਾਹੇ ਉਹ ਪਬਲਿਕ ਟਰਾਂਸਪੋਰਟ ਦੇ ਵਿੱਚ ਹੋਵੇ, ਚਾਹੇ ਉਹ ਜਿਹੜੇ ਵਰਕ ਪਲੇਸਿਸ ਦੇ ਉੱਤੇ ਹੋਵੇ, ਚਾਹੇ ਜਿਹੜਾ ਉਹ ਗਵਰਨਮੈਂਟ ਲੈਵਲ ਤੇ ਅਜੇ ਵੀ ਬਹੁਤ ਸਾਰੀ ਜਗ੍ਹਾ ਤੇ ਇਸ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਜਿਹੜੀ ਹੈ ਉਹ ਮਿਲਦੀ ਹੈ। ਪਰ ਇਸ ਸਾਰੇ ਕੁਝ ਦੇ ਬਾਵਜੂਦ ਜਿਹੜਾ ਉਹ ਪੰਜਾਬੀ ਇਹਦੇ ਖਿਲਾਫ ਵੀ ਲੜਦੇ ਆ, ਔਰ ਆਪਣਾ ਜਿਹੜਾ ਕਲਚਰ ਆ, ਉਹਨਾਂ ਨੇ ਆਪਣਾ ਜਿਹੜਾ ਸੱਭਿਆਚਾਰ ਹੈ, ਉਹਨਾਂ ਨੂੰ ਜਿਹੜਾ ਉਹ ਜਿੱਥੇ ਵੀ ਬੈਠੇ ਨੇ ਬਚਾ ਕੇ ਰੱਖਿਆ ਹੋਇਆ ਓਪਨ ਦਿਲ ਦੇ ਨਾਲ। ਚਾਹੇ ਜਿਹੜੀਆਂ ਨਵੀਆਂ ਜਨਰੇਸ਼ਨ ਆ ਰਹੀਆਂ ਨੇ, ਜਿਹੜੀਆਂ ਉੱਥੇ ਪੜ੍ਹੀਆਂ ਲਿਖੀਆਂ ਨੇ, ਉਹਨਾਂ ਦਾ ਪ੍ਰਭਾਵ ਉੱਥੋਂ ਦਾ ਜਿਹੜਾ ਕਲਚਰ ਹੈ ਉਹਦੇ ਵੱਲ ਵਧਿਆ, ਖੁੱਲੇ ਤਰ੍ਹਾਂ ਦੇ ਸੁਭਾਅ ਜ਼ਿਆਦੇ ਨੇ, ਤੇ ਉਸ ਤਰ੍ਹਾਂ ਦਾ ਜਿਹੜਾ ਲੋਕਲ ਜਿਸ ਤਰ੍ਹਾਂ ਦੇ ਜਿਹੜੇ ਜਿੱਥੇ ਵੀ ਰਹਿ ਰਹੇ ਨੇ, ਉਹ ਉੱਥੋਂ ਦਾ ਕਲਚਰ ਨੈਚੁਰਲੀ ਅਡਾਪਟ ਹੋਏਗਾ, ਸਕੂਲੇ ਜਾਣਗੇ, ਪੜ੍ਹਨਗੇ, ਤੇ ਆਪਣੇ ਦੋਸਤ ਜਿਹੜੇ ਲੋਕਲ ਆ ਉਹਨਾਂ ਦੇ ਨਾਲ ਰਹਿਣਗੇ, ਤਾਂ ਇੱਕ ਅਲੱਗ ਤਰ੍ਹਾਂ ਦਾ ਹੈ। ਪਰ ਇਹਦੇ ਸਭ ਦੇ ਬਾਵਜੂਦ ਵੀ ਜਿਹੜਾ ਹੈ ਉਹ ਅਜੇ ਵੀ ਸਾਡੀ ਮਿੱਟੀ ਦੇ ਨਾਲ ਜੁੜੇ ਹੋਏ, ਖਾਸ ਕਰਕੇ ਜਿਹੜੀ ਪੁਰਾਣੀ ਜਨਰੇਸ਼ਨ ਆ, ਉਹਨਾਂ ਦਾ ਵੱਧ ਧਿਆਨ ਇੱਥੇ ਹੁੰਦਾ। ਤੁਸੀਂ ਪਿਛਲੇ ਸਮੇਂ ਚਾਹੇ ਪੋਲੀਟੀਕਲ ਗੱਲ ਆ, ਪਰ ਇਹਦੇ 'ਚ ਕੋਈ ਗਲਤ ਗੱਲ ਨਹੀਂ, ਕਿ ਤੁਸੀਂ ਵੇਖਿਆ ਹੋਊਗਾ ਕਿ ਜਦੋਂ ਆਮ ਆਦਮੀ ਪਾਰਟੀ ਦਾ
ਪਿਛਲੀਆਂ ਜਿਹੜੀਆਂ ਇਲੈਕਸ਼ਨਾਂ ਪੰਜਾਬ ਦੇ ਵਿੱਚ ਹੋਈਆਂ ਸੀ ਤੇ ਕਾਫੀ ਰੌਲਾ ਉਹਨਾਂ ਦਾ ਸੀ। ਉਹਦੇ ਵਿੱਚ ਇੱਕ ਬੜੀ ਵੱਡੀ ਬੜੀ ਵੱਡੀ ਉਹਦੇ 'ਚ ਜਿਹੜਾ ਰੋਲ ਸੀ ਉਹ ਸਾਡੇ ਜਿਹੜੇ ਪੰਜਾਬੀ ਆ ਉਹ ਉਹਨਾਂ ਦਾ ਸੀ ਬਾਹਰ ਬੈਠੇ ਦਾ, ਕਿਉਂਕਿ ਉਹਨਾਂ ਪੰਜਾਬੀਆਂ ਨੂੰ ਇਹ ਆਸ ਸੀ ਕਿ ਜਿਹੜੀ ਸਾਡੇ ਪੰਜਾਬ ਦੇ ਵਿੱਚ ਜੋ ਭ੍ਰਿਸ਼ਟਾਚਾਰ, ਜੋ ਸਾਡੇ ਪੰਜਾਬ ਦੇ ਵਿੱਚ ਜਿਹੜੀ ਵੱਡੀ ਖੋਰੀ 'ਚ ਚੱਲ ਰਹੀ ਹੈ, ਜੋ ਇੱਕ ਅਨਿਆਂ ਚੱਲ ਰਿਹਾ, ਜੋ ਇੱਕ ਜ਼ੁਲਮ ਜਿਹੜੇ ਆ ਲੋਕਾਂ ਦੇ ਕੀਤੇ ਜਾ ਰਹੇ ਨੇ, ਜੋ ਮਹਿੰਗਾਈ ਹੋ ਰਹੀ ਹੈ, ਜੋ ਮਾੜੇ ਇਨਫਰਾਸਟ੍ਰਕਚਰ ਹੈ, ਇਹ ਸਾਰੇ ਕੁਝ ਨੂੰ ਜੇ ਕੋਈ ਦੂਰ ਕਰ ਸਕਦਾ ਤੇ ਆਮ ਆਦਮੀ ਜਿਹਦੇ ਤੇ ਉਹਨੂੰ ਬਹੁਤ ਵੱਡੀਆਂ ਆਸਾਂ ਸੀ, ਇੱਕ ਨਵੀਂ ਲਹਿਰ ਸੀ, ਸਾਫ਼ ਸੀ, ਉਦੋਂ ਬੜੀਆਂ ਆਸਾਂ ਸੀ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਪੈਸੇ ਵੀ ਦਿੱਤੇ, ਆਪ ਆ ਕੇ ਵੀ ਹਜ਼ਾਰਾਂ ਗਿਣਤੀ ਦੇ ਵਿੱਚ ਆ ਕੇ ਲੋਕ ਇੱਥੇ ਕੰਮ ਕੀਤਾ। ਤੇ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਉਹ ਅਜੇ ਵੀ ਇੱਥੇ ਜਿਹੜੇ ਚਾਹੇ ਉਹ ਬਾਹਰ ਕਿੰਨੇ ਸਾਲਾਂ ਤੋਂ ਰਹਿੰਦੇ ਰਹੇ ਹੋਣ, ਪਰ ਉਹਨਾਂ ਦਾ ਅਜੇ ਵੀ ਦਿਲ ਤੇ ਦਿਮਾਗ ਇਸੇ ਪੰਜਾਬ ਦੇ ਵਿੱਚ ਹੀ ਬੈਠਾ, ਆਪਣੇ ਪਿੰਡ 'ਚ ਹੀ ਬੈਠਾ, ਤੇ ਅਜੇ ਵੀ ਉਹ ਚਾਹੁੰਦੇ ਆ ਕਿ ਕਿਸੇ ਦਾ ਕਿਸੇ ਤਰ੍ਹਾਂ ਨਾਲ ਜਿਹੜਾ ਇੱਕ ਸਾਫ਼ ਸੁਥਰਾ ਜ਼ਿੰਦਗੀ ਹੈ, ਜਿਹੜੀ ਸਾਫ਼ ਸੁਥਰਾ ਇੱਕ ਸਰਕਾਰ ਹੈ, ਇੱਕ ਸੰਸਥਾਵਾਂ ਨੂੰ ਚਲਾਉਂਦਾ, ਜਿਵੇਂ ਯੂਰਪ ਦੇ ਵਿੱਚ ਆ, ਕੈਨੇਡਾ ਦੇ ਵਿੱਚ ਆ, ਅਮਰੀਕਾ ਦੇ ਵਿੱਚ ਹੈ ਕਿ ਕਰਪਸ਼ਨ ਜਿਹੜੀ ਆ ਕਿਤੇ ਬਹੁਤ ਰੇਅਰ ਹੈ, ਤੁਹਾਡੇ ਕੰਮ ਜਿਹੜੇ ਆ ਉਹ ਹੋ ਜਾਣੇ ਆ। ਇਹ ਨਹੀਂ ਕਿ ਉਹ ਵਿਚਾਰੇ ਜਿਹੜੇ NRI ਆ ਉਹਨਾਂ ਦੀ ਜ਼ਮੀਨ ਨੂੰ ਵੇਚਣੀ ਆ ਤੇ ਇੱਕ ਪਟਵਾਰੀ ਫਰਦ ਹੀ ਨਹੀਂ ਦਿੰਦਾ, 10 ਦਿਨ ਪਿੱਛੇ ਤੁਰੇ ਫਿਰੋ, ਜੇ ਉਹ ਮਿਲ ਗਈ ਤਾਂ ਫਿਰ ਜਿਹੜੀ ਆ ਉਹਦੀ ਚੜ੍ਹਦੀ ਇੰਤਕਾਲ ਹੀ ਨਹੀਂ ਚੜ੍ਹਦਾ। ਜੇ ਕੋਈ ਹੋਰ ਉਹਨੂੰ ਛੋਟਾ ਮੋਟਾ ਵੀ ਕੰਮ ਆ ਤੇ ਉਹ ਨਹੀਂ ਹੁੰਦਾ। ਜੇ ਹੋਰ ਹੀ ਘਰ 'ਚ ਲੜਾਈ ਪੈ ਗਈ ਆ ਤਾਂ ਉਹਦੇ ਤੇ ਉਂਝ ਹੀ ਝੂਠਾ ਹੀ ਕੇਸ ਉਹਦੇ ਬਾਹਰ ਬੈਠੇ ਬਣਾ ਦੇਣਾ ਤਾਂ ਕਿ ਇੱਥੇ ਨਾ ਹੋਵੇ ਨੱਪ ਲਓ ਉਹਦੀ ਜ਼ਮੀਨ ਜਾਇਦਾਦ ਜਿਹੜੀ ਹੈਗੀ। ਇਹ ਚੀਜ਼ਾਂ ਜਿਹੜੀਆਂ ਵਾ ਉਹ ਕਿ ਸਾਡਾ ਜਿਹੜਾ ਇੱਕ ਵਧੀਆ ਤਰ੍ਹਾਂ ਦਾ ਇੱਥੇ ਸ਼ਾਸਨ ਹੋਵੇ, ਵਧੀਆ ਤਰ੍ਹਾਂ ਦੇ ਹਾਲਾਤ ਹੋਣ, ਭ੍ਰਿਸ਼ਟਾਚਾਰ ਜਿਹੜਾ ਵਾ ਉਹ ਨਾ ਹੋਵੇ, ਤੇ ਅਸੀਂ ਵੀ ਇੱਥੇ ਹੈਗੇ ਤੇ ਸਾਡੇ ਵੀ ਕੰਮ ਹੋਣ, ਤੇ ਜਿਹੜੀ ਸਾਡੀ ਜਿਹੜੀ ਅੱਗੇ ਨਵੀਂ ਜਨਰੇਸ਼ਨ ਆਉਣੀ ਹੈ, ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਅਸੀਂ ਇੱਥੇ ਲਿਆ ਕੇ ਵਿਖਾਈਏ। ਤੇ ਇੱਥੇ ਵੀ ਇਹ ਜਿਹੜਾ ਵਾ ਕੈਨੇਡਾ ਨਾਲੋਂ ਇੱਥੇ ਕੋਈ ਘੱਟ ਨਹੀਂ ਹੈ, ਇੰਗਲੈਂਡ ਨਾਲੋਂ ਇੱਥੇ ਕੁਝ ਘੱਟ ਨਹੀਂ ਹੈ, ਤੇ ਉਹ ਵੀ ਇੱਥੇ ਆ ਕੇ ਰਹਿਣ ਤੇ ਇੱਥੇ ਇਨਵੈਸਟ ਕਰਨ, ਇੱਥੇ ਜਿਹੜਾ ਵਾ ਹੋਰ ਡਿਵੈਲਪਮੈਂਟ ਸਾਡੇ ਇਸ ਏਰੀਏ ਦੀ ਹੋਵੇ। ਇਸ ਕਰਕੇ ਇਹ ਜ਼ਰੂਰਤ ਹੈ ਕਿ ਜੋ ਉਹਨਾਂ ਦੀਆਂ ਖਾਹਿਸ਼ਾਂ ਨੇ ਉਹਦੇ ਵੱਲ ਸਾਡਾ ਜਿਹੜੇ ਸਰਕਾਰਾਂ ਨੇ ਇਹ ਜ਼ਰੂਰ ਕੁਝ ਨਾ ਕੁਝ ਜਿਹੜਾ ਵਾ ਉਹ ਧਿਆਨ ਦੇਣ। ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਜਿਹੜਾ ਵਾ ਉਹ ਅਸੀਂ ਆਪਣੇ ਇਸ ਸੂਬੇ ਦੇ ਵਿੱਚ ਬਣਾਈਏ ਜੀ। ਤੇ WhatsApp ਅੰਤ ਦੇ ਵਿੱਚ ਅਸੀਂ ਚਾਹਾਂਗੇ ਕਿ ਜਿਹੜੇ ਯੂਥ ਹੈਗੇ ਆ ਖਾਸ ਕਰਕੇ ਅਲੱਗ-ਅਲੱਗ ਪਲੇਟਫਾਰਮਾਂ ਤੋਂ ਭਾਵੇਂ ਵਰਕ ਹੋ ਰਿਹਾ, ਤੇ ਇਹਨਾਂ ਯੂਥ ਨੂੰ ਵਿਸ਼ਵ ਸ਼ਾਂਤੀ ਦੇ ਸੰਬੰਧ ਦੇ ਵਿੱਚ ਜਾਂ ਕਲਚਰ ਦੇ ਸੰਬੰਧ ਦੇ ਵਿੱਚ ਜਾਂ ਸਾਂਝ ਦੇ ਸੰਬੰਧ ਦੇ ਵਿੱਚ ਤੁਸੀਂ ਅੰਤ ਦੇ ਉੱਪਰ ਕੀ ਮੈਸੇਜ ਦੇਣਾ ਚਾਹੁੰਦੇ? ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ ਜੀ, ਬਹੁਤ ਜ਼ਰੂਰੀ ਹੈ। ਜੇ ਅਸੀਂ ਜਿਹੜੇ ਆ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ, ਜਿਹੜੇ ਇੱਕ ਚੰਗੀ ਸੋਚ ਵਾਲੇ ਲੋਕ ਨੇ, ਜਿਹੜੇ ਅਮਨ ਤੇ ਭਾਈਚਾਰਾ ਚਾਹੁੰਦੇ ਆ, ਜਿਹੜੇ ਸਮਾਜਿਕ ਬੁਰਾਈਆਂ ਦੇ ਖਿਲਾਫ ਲੜਨਾ ਚਾਹੁੰਦੇ ਆ, ਜਿਹੜੇ ਭ੍ਰਿਸ਼ਟਾਚਾਰ ਦੇ ਖਿਲਾਫ ਲੜਨਾ ਚਾਹੁੰਦੇ ਆ, ਜਿਹੜੇ ਗਰੀਬੀ ਦੀ ਲਾਹਨਤ ਨੂੰ ਖਤਮ ਕਰਨਾ ਚਾਹੁੰਦੇ ਆ, ਚੰਗੀ ਵਿੱਦਿਆ ਆਪਣੇ ਬੱਚਿਆਂ ਲਈ, ਰੁਜ਼ਗਾਰ ਜਿਹੜਾ ਵਾ ਉਹ ਚਾਹੁੰਦੇ ਆ, ਉਹ ਇਕੱਲੇ ਸਾਡੇ ਦੇਸ਼ ਦੀ ਲੋੜ ਨਹੀਂ, ਉਹ ਪੂਰੇ ਵਿਸ਼ਵ ਦੀ ਲੋੜ ਹੈ। ਤੁਸੀਂ ਦੇਖੋ ਇੱਕ ਲਾਕਡਾਊਨ ਨੇ ਅਮਰੀਕਾ ਨੂੰ ਉੱਥੋਂ ਦਾ ਚੱਕ ਕੇ ਆਪ ਮਾਰਿਆ। ਜੇ ਤੁਸੀਂ ਵੇਖੋ 2 ਮਹੀਨੇ ਦੇ ਅਰਸੇ ਦੇ ਵਿੱਚ 5 ਕਰੋੜ ਦੇ ਕਰੀਬ ਜਿਹੜੇ ਆ ਉਹ ਸੜਕਾਂ ਦੇ ਲੋਕ ਲੈ ਕੇ ਰੱਖ ਦਿੱਤੇ ਆ। ਪਤਾ ਨਹੀਂ ਕਿੰਨਾ ਚਿਰ ਦੀ ਇਕਨੋਮੀ ਨਾ ਹੋਵੇ, ਅਸੀਂ ਤਾਂ ਚਲੋ ਸਫਰ ਕਰ ਹੀ ਰਹੇ ਹਾਂ, ਕਰੋੜਾਂ ਲੋਕ ਸਾਡੇ ਆ, ਪੂਰੀ ਦੁਨੀਆ ਦੇ ਵਿੱਚ ਮੈਂ ਕਹਿ ਰਿਹਾ। ਇਸ ਕਰਕੇ ਦੁਨੀਆ ਦੇ ਵਿੱਚ ਜਿਹੜੀ ਹਾਲਾਤ ਆ ਬੜੀ ਤੇਜ਼ੀ ਦੇ ਨਾਲ ਬਦਲਦੇ ਆ। ਡਿਵੈਲਪਮੈਂਟ ਵੀ ਜਿਹੜੀ ਹੋ ਰਹੀ ਹੈ ਨਾ ਉਹ ਵੀ ਵੇਖੋ ਤੁਸੀਂ ਬੜੀ ਤੇਜ਼ੀ ਦੇ ਨਾਲ ਹੋਈ। ਜਦੋਂ ਅਸੀਂ ਕਾਲਜ ਸਕੂਲ ਪੜ੍ਹਦੇ ਸੀ ਨਾ ਤੇ ਉਦੋਂ ਜਿਹੜੀ ਚੀਜ਼ ਜਿਹੜੀ ਆ 15 ਸਾਲਾਂ ਦੇ ਵਿੱਚ 10 ਸਾਲ ਦੇ ਵਿੱਚ ਹੁੰਦੀ ਸੀ ਨਾ, ਅੱਜ 1 ਸਾਲ ਦੇ ਵਿੱਚ ਹੋ ਰਹੀ ਹੈ। ਤੁਹਾਡਾ ਫੋਨ ਜਿਹੜਾ ਨਾ ਤੁਸੀਂ 1 ਸਾਲ ਬਾਅਦ ਹੀ ਜਿਹੜਾ ਲੱਗਦਾ ਵੀ ਇਹਨੂੰ ਅਸੀਂ ਬਦਲ ਲਈਏ। ਇਸੇ ਤਰ੍ਹਾਂ ਨਾਲ 3G 2G 3G 4G ਔਰ 5G ਅੱਗੇ ਪਤਾ ਨਹੀਂ ਕਿਆ ਮਤਲਬ ਜਿਹੜੀ ਜੋ ਟੈਕਨੋਲੋਜੀ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ, ਜੋ ਲੋਕ ਤੁਸੀਂ ਨੇੜੇ ਆ ਰਹੇ ਨੇ। ਕਦੇ ਸੋਚਿਆ ਸੀ ਕਿਸੇ ਨੇ ਕਿ ਅਸੀਂ ਹਾਈ ਕੋਰਟ ਤੇ ਕੋਰਟਾਂ ਦੇ ਵਿੱਚ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਵਾ ਉਹ ਘਰੋਂ ਬੈਠ ਕੇ ਕੇਸ ਲੜਿਆ ਕਰਾਂਗੇ? ਅੱਜ ਤੋਂ 2 ਮਹੀਨੇ ਪਹਿਲਾਂ ਤਾਂ ਕਿਸੇ ਕਿਆਸ ਹੀ ਨਹੀਂ ਸੀ ਕੀਤਾ ਹੈ, 2 ਮਹੀਨੇ ਪਹਿਲਾਂ ਸੋਚਿਆ ਨਹੀਂ ਸੀ। ਅਸੀਂ ਵੀ ਜਿਹੜੇ ਬੰਦੇ ਆਪਣੇ ਆਪ ਨੂੰ ਸਮਝਦੇ ਆ ਵੀ ਅਸੀਂ ਕਾਫੀ ਜਿਹੜੀ ਹੈ ਟੈਕਨੋਲੋਜੀ ਨੂੰ ਜਾਣਦੇ ਆ ਜਾਂ ਸਮਝਦੇ ਆ, ਅਸੀਂ ਵੀ ਕਦੇ ਨਹੀਂ ਸੀ ਸੋਚਿਆ। ਹੁਣ ਦੁਨੀਆ ਜਿਹੜੀ ਹੈ ਇੰਨੀ ਤੇਜ਼ੀ ਦੇ ਨਾਲ ਬਦਲ ਰਹੀ ਹੈ, ਔਰ ਇੰਨੀ ਤੇਜ਼ੀ ਦੇ ਨਾਲ ਬਦਲਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਜਿਹੜਾ ਵਾ ਪੂਰੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਤਾਕਤਾਂ ਜਿਹੜੀਆਂ ਉਹ ਇਕੱਠੀਆਂ ਹੋ ਕੇ ਤਾਂ ਕਿ ਜਿਹੜੀ ਟੈਕਨੋਲੋਜੀ ਹੈ ਇਸ ਟੈਕਨੋਲੋਜੀ ਨੂੰ ਇਸ ਬ੍ਰਹਿਮੰਡ ਨੂੰ ਤਬਾਹ ਕਰਨ ਲਈ ਨਾ ਵਰਤਿਆ ਜਾਵੇ। ਇਸ ਟੈਕਨੋਲੋਜੀ ਨੂੰ ਇਸ ਸਾਡੇ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ, ਸਾਡੀ ਤਰੱਕੀ ਕਰਨ ਦੇ ਲਈ, ਸਾਡੀ ਬੈਟਰ ਐਜੂਕੇਸ਼ਨ ਦੇ ਲਈ, ਗਰੀਬੀ ਦੀ ਲਾਹਨਤ ਨੂੰ ਖਤਮ ਕਰਨ ਦੇ ਲਈ ਇਹਨਾਂ ਚੀਜ਼ਾਂ ਲਈ ਜਿਹੜਾ ਵਰਤਿਆ ਜਾਵੇ। ਤੇ ਹਰ ਜਗ੍ਹਾ ਤੇ ਅਸੀਂ ਆਪਣੀ ਗਵਰਨਮੈਂਟ ਨੂੰ
ਜਿਹੜਾ ਆਪਣੇ ਸਰਕਾਰਾਂ ਨੂੰ ਜਿਹੜਾ ਇਹ ਦਬਾਅ ਪੈ ਗਏ ਸਾਰੇ ਇਕੱਠੇ ਹੋ ਕੇ ਇਸ ਤਰ੍ਹਾਂ ਚੰਗੀ ਸੋਚ ਵਾਲੇ ਲੋਕ ਕਿ ਨਾ, ਨੋ ਮੋਰ ਵਾਰਸ, ਲੜਾਈਆਂ ਬਹੁਤ ਹੋ ਗਈਆਂ, ਖਤਮ ਹੋ ਗਈ, ਹੋਰ ਲੜਾਈ ਹੋਊਗੀ, ਤਬਾਹ ਹੋਊਗੀ ਦੁਨੀਆ, ਇਸ ਤੋਂ ਇਲਾਵਾ ਕੁਛ ਨਹੀਂ ਜੇ ਬਚਣਾ ਹੈ ਇੱਥੇ। ਜੇ ਕੁਛ ਨਾ ਬਚਿਆ ਤੇ ਤੁਸੀਂ ਬੰਬ ਵੀ ਤੁਹਾਡੇ ਜਿਹੜੇ 4 ਹੈ ਉਹ ਰਹਿ ਜਾਣੇ ਆ। ਜਿਵੇਂ ਡਾਇਨਾਸੌਰ ਖਤਮ ਪਤਾ ਨਹੀਂ ਕਿੰਨੇ ਹਜ਼ਾਰਾਂ ਸਾਲ ਪਹਿਲਾਂ ਹੋਏ ਸੀ, ਅਜੇ ਤੱਕ ਉਹ ਦੁਬਾਰਾ ਉਹਦੀਆਂ ਹੱਡੀਆਂ ਹੀ ਜਿਹੜੀਆਂ ਦਿਸ ਰਹੀਆਂ ਸੀ। ਚੀਨ 'ਚ ਗਏ ਸੀ, ਉਹਨਾਂ ਨੇ ਸਾਨੂੰ ਵਿਖਾਈਆਂ ਕਿ ਇਹ ਡਾਇਨਾਸੌਰ ਜਿਹੜੇ ਚੀਨ 'ਚ ਬਹੁਤ ਹੁੰਦੇ ਸੀ, ਕਹਿ ਵੇਖੋ ਇਹ ਜਿਹੜੀ ਡਾਇਨਾਸੌਰ ਦੀ ਜਿਹੜੀ ਆ ਉਹ ਹੱਡੀਆਂ ਮਤਲਬ ਪਈਆਂ ਹੋਈਆਂ ਨੇ। ਤੇ ਸਾਡੇ ਵੀ ਇਹੀ ਕੁਝ ਨਿਕਲੇਗਾ, ਕਿੰਨੇ ਪਤਾ ਨਹੀਂ ਲੱਖਾਂ ਸਾਲ ਬਾਅਦ ਜਿਹੜਾ ਉਹ ਕੀ ਹੋਏਗਾ। ਇਸ ਕਰਕੇ ਜੇ ਅੱਜ ਨਾ ਕੀਤਾ ਦੈਨ ਟਾਈਮ ਵਿਲ ਗੋ। ਤੇ ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਨੂੰ ਅਸੀਂ ਪੂਰੇ ਦੁਨੀਆ ਦੇ ਵਿੱਚ ਚੰਗੀ ਕਿਸਮ ਵਾਲੇ ਲੋਕ ਜਿਹੜੇ ਬੈਠੇ ਆ, ਜਿਹੜੇ ਇਹ ਨਹੀਂ ਹੈ ਕਿ ਅਮਰੀਕਾ ਵਾਂਗੂ ਜਿੱਥੇ ਜੋ ਉੱਥੇ ਕਾਲਿਆ, ਕਿਉਂਕਿ ਇਹ ਕਾਲਾ ਵਾ ਤੇ ਉਹਨੂੰ ਜਿਹੜਾ ਗੋਡੇ ਥੱਲੇ ਦੱਬ ਕੇ ਮਾਰ ਦਿਓ ਕਿ ਸਮਝਣਾ ਕਿ ਕਾਲੇ ਤਾਂ ਸਾਰੇ ਬਦਮਾਸ਼ ਹੁੰਦੇ ਨੇ। ਜਿਵੇਂ ਸਾਡੇ ਵੀ ਪੰਜਾਬ 'ਚ ਕਈ ਚਿਰ ਪਹਿਲਾਂ ਤੁਸੀਂ ਸੁਣਿਆ ਹੋਊਗਾ, ਜੇ ਕਿਤੇ ਮਾੜੀ ਮੋਟੀ ਗੱਲ ਹੋਣੀ ਨਾ ਕਹਿਣਾ ਭਈਆ ਨੇ ਕਰ ਦਿੱਤਾ ਨਾ। ਇਹ ਭਾਵੇਂ ਜੁਰਮ ਜਿਹੜਾ ਕੋਈ ਵੀ ਹੁੰਦਾ ਸੀ ਨਾ, ਕੋਈ ਇਹੋ ਜਿਹਾ ਚੋਰੀ ਚਕਾਰੀ ਇੰਝ ਹੋ ਜਾਣਾ, ਕਾਲੇ ਕੱਛਿਆਂ ਵਾਲੇ ਵੀ ਸਾਰੇ ਭਈਏ ਮਤਲਬ ਇਸ ਤਰ੍ਹਾਂ ਤੋਂ ਜਿਹੜਾ ਉੱਪਰ ਉੱਠ ਕੇ ਹਰ ਜਗ੍ਹਾ ਦੇਸ਼ ਦੇ ਵਿੱਚ ਮਾੜੇ ਲੋਕ, ਹਰ ਕਮਿਊਨਿਟੀ 'ਚ ਜਿਹੜੇ ਬਲੈਕ ਸ਼ੀਪ ਹਰ ਜਗ੍ਹਾ ਤੇ ਹੁੰਦੀਆਂ। ਪਰ ਪੋਜ਼ਿਟਿਵ ਗੱਲ ਇਹ ਹੈ ਕਿ 99.9% ਲੋਕ ਜਿਹੜੇ ਆ ਉਹ ਚੰਗੇ ਦਿਲ ਵਾਲੇ ਆ, ਚੰਗੀ ਸੋਚ ਵਾਲੇ ਆ। ਉਹ ਜੇ ਸਾਰੇ ਇਕੱਠੇ ਹੋਣਗੇ ਤਾਂ ਬਾਕੀ ਜਿਹੜਾ ਵਾ ਕੋਈ ਇਰੈਲੇਵੈਂਟ ਸਾਰੇ ਚੀਜ਼ਾਂ ਹੋ ਜਾਂਦੀਆਂ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਜ਼ਿੰਦਗੀ ਲੋਕਾਂ ਦੀ ਹੋਵੇ, ਜ਼ਿੰਦਗੀ ਇੱਜ਼ਤਦਾਰ ਜ਼ਿੰਦਗੀ ਹੋਵੇ, ਜਿਹਦੇ ਵਿੱਚ ਕਿਸੇ ਦੇ ਅੱਗੇ ਹੱਥ ਨਾ ਅੱਡਣਾ ਪਵੇ, ਕਿਸੇ ਨੂੰ ਮੰਗਣਾ ਨਾ ਪਵੇ, ਕਿਸੇ ਦੀ ਜਿਹੜਾ ਇਹ ਨਾ ਹੋਵੇ ਕਿ ਹਾਂ ਇਹ ਕਿਸੇ ਦੀ ਜਹਾਲਤ ਦੇ ਵਿੱਚ ਕੋਈ ਜਿਹੜਾ ਰਹਿ ਰਿਹਾ। ਇਹਨਾਂ ਹਾਲਤਾਂ ਦੇ ਚੰਗੀ ਐਜੂਕੇਸ਼ਨ, ਰੁਜ਼ਗਾਰ, ਜ਼ਿੰਦਗੀ, ਇੱਜ਼ਤ ਦੀ ਜ਼ਿੰਦਗੀ, ਬਿਨਾਂ ਕਿਸੇ ਦੇ ਦਬਦਬਾ ਦੇ ਉੱਤੇ ਰਹਿਣਾ, ਨਿਆਂਪੂਰਵਕ ਬਰਾਬਰਤਾ, ਇਹ ਸਾਰੀਆਂ ਚੀਜ਼ਾਂ, ਆਜ਼ਾਦੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਲੋਕਾਂ ਨੂੰ ਮਿਲਣ, ਇਹ ਲੋੜ ਹੈ। ਨਾ ਕਿ ਅਸੀਂ ਇਹ ਜਿਹੜਾ ਕਰ ਦਈਏ ਕਿ ਡਾਲਾਂਗੇ, ਮਾਰ ਦਾਂਗੇ ਤੇ ਇਹ ਕਰ ਦਾਂਗੇ। ਜਿਵੇਂ ਆ ਟੀਵੀ ਚੈਨਲਾਂ ਤੇ ਮੀਡੀਆ ਤੇ ਤੁਸੀਂ ਵੇਖਿਆ ਅੱਜ ਕੱਲ੍ਹ ਕਈ ਚੈਨਲ ਦਾ ਕੰਮ ਹੀ ਹੋ ਗਿਆ। ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਕਈ ਚੈਨਲਾਂ ਤੇ ਨਾ ਅਸੀਂ ਚੀਨ ਨੂੰ ਸਬਕ ਸਿਖਾਵਾਂਗੇ। ਤੁਸੀਂ ਚੀਨ ਨੂੰ ਕੀ ਸਮਝਦੇ? ਸੈਕੰਡ ਜਿਹੜੀ ਹੈ ਸੁਪਰ ਪਾਵਰ ਪੂਰੀ ਦੁਨੀਆ ਦੀ, ਤੁਸੀਂ ਟੀਵੀ ਤੇ ਬੈਠ ਕੇ 4 ਬੰਦੇ ਨੇ ਕੀ ਸਬਕ ਸਿਖਾਉਣਾ ਜੀ? ਉੱਥੇ ਜਾ ਕੇ ਵੇਖੋ, ਚੀਨ ਦੇ ਵਿੱਚ ਜਾ ਕੇ ਵੇਖੋ, ਉਹਨਾਂ ਦੀ ਘਾਟਾ ਵੀ ਹੋ ਸਕਦੀਆਂ, ਕਈ ਚੀਜ਼ਾਂ ਗਲਤ ਵੀ ਹੋ ਸਕਦੀਆਂ। ਸਾਡੇ ਦੇਸ਼ ਨਾਲ ਵੀ ਉਸ ਤਰ੍ਹਾਂ ਡੋਮੀਨੇਟ ਕਰਨ ਦੀ ਕੋਸ਼ਿਸ਼ ਕਰਦੀ, ਵੀ ਵਿਲ ਫਾਈਟ ਅਗੇਂਸਟ। ਪਰ ਉਹਨਾਂ ਦੀ ਚੰਗੀਆਂ ਚੀਜ਼ਾਂ ਵੀ ਦੇਖੋ ਕਿਸ ਤਰੀਕੇ ਨਾਲ ਡਿਵੈਲਪ ਉਹਨਾਂ ਨੇ ਆਪਣੇ ਆਪ ਨੂੰ ਕੀਤਾ। ਮੈਂ ਤੁਹਾਨੂੰ ਦੱਸਦਾ ਕਿ ਅਸੀਂ ਤਾਂ ਇੱਕ ਜਿਹੜੀ ਹਾਈ ਸਪੀਡ ਟ੍ਰੇਨ ਹੈ ਨਾ, ਅਸੀਂ ਤਾਂ ਸੋਚ ਰਹੇ ਹਾਂ ਜੇ ਬਣਾਉਣ ਦੀ ਬੰਬਈ ਤੋਂ ਅਹਿਮਦਾਬਾਦ। ਅਜੇ ਬੁਲੇਟ ਟ੍ਰੇਨ ਅਜੇ ਕਿਤੇ ਨਹੀਂ ਹੈ ਕੁਝ ਵੀ, ਅਜੇ ਜ਼ਮੀਨ ਤੇ ਮੇਰਾ ਖਿਆਲ ਉਹ ਨਕਸ਼ੇ ਬਣਦੇ ਫਿਰਦੇ ਨੇ। ਤੇ ਚੀਨ ਦੇ ਵਿੱਚ ਤਾਂ ਉਹਨਾਂ ਨੇ ਪੂਰਾ ਨੈਟਵਰਕ ਕ੍ਰੀਏਟ ਕਰਤਾ। ਤੁਸੀਂ ਬੀਜਿੰਗ ਤੋਂ ਸ਼ੰਘਾਈ ਜਾਣਾ ਤੇ ਇਹੀ ਹਾਈ ਸਪੀਡ ਬੁਲੇਟ ਟ੍ਰੇਨ ਜਿਹੜੀ ਹਰ ਅੱਧੇ ਘੰਟੇ ਬਾਅਦ 1500 ਕਿਲੋਮੀਟਰ ਦਾ ਰਸਤਾ ਤੇ 5 ਘੰਟੇ ਦੇ ਵਿੱਚ ਜਿਹੜਾ ਵਾ ਉਹਨਾਂ ਨੇ ਤੁਹਾਨੂੰ ਪਹੁੰਚਾ ਦੇਣਾ। ਤੇ ਇਹ ਹਰ ਅੱਧੇ ਘੰਟੇ ਬਾਅਦ ਚੱਲ ਰਹੀ ਜੇ। ਇਹ ਨਹੀਂ ਹੈ ਵੀ ਇੱਕ ਟ੍ਰੇਨ ਜਿਵੇਂ ਸਾਡੇ ਚੱਲ ਗਈ ਤੇ ਫਿਰ ਸਾਡੀਆਂ ਜਿਹੜੀਆਂ ਟ੍ਰੇਨਾਂ 20 ਘੰਟੇ ਲੇਟ ਹੁੰਦੀਆਂ ਰਹੀਆਂ, ਮਾਫ ਕਰਨਾ ਹੈ। ਹਾਲਾਂਕਿ ਸਾਡਾ ਰੇਲਵੇ ਨੈਟਵਰਕ ਬੜਾ ਵਧੀਆ ਹੈ, ਪਰ ਪਤਾ ਨਹੀਂ ਕਿਸ ਤਰ੍ਹਾਂ ਕੀ ਚਲਾਉਣਾ ਨੇ ਕਿ ਇੱਕ ਬੰਬਈ ਤੋਂ ਜਿਹੜਾ ਯੂਪੀ ਜਾ ਰਿਹਾ, ਜਿਹੜੀ ਇੱਕ 36 ਘੰਟੇ ਦਾ ਰਾਹ ਸੀ ਉਸ ਨੂੰ 70 ਘੰਟੇ ਲਗਾ ਰਹੇ ਨੇ। ਮਤਲਬ ਅਸੀਂ ਕੁਝ ਨਾ ਕੁਝ ਤਾਂ ਰੀਅਲਿਸਟਿਕ ਬੜੀ ਹੈ ਨਾ। ਇਹ ਮੀਡੀਆ ਨੂੰ ਘੱਟੋ ਘੱਟ ਇਹ ਤਾਂ ਸੋਚਣ ਵੀ ਅਸੀਂ ਵੇਖ ਤਾਂ ਲਈਏ ਉੱਥੇ ਹੋ ਕੀ ਰਿਹਾ। ਉਹਨਾਂ ਨੇ ਪੂਰੇ ਚੀਨ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਨੈਟਵਰਕ ਹੈ ਉਹ ਕ੍ਰੀਏਟ ਕਰ ਦਿੱਤਾ, ਹਾਈ ਸਪੀਡ ਦਾ, ਫਿਰ ਜਹਾਜ਼ਾਂ ਦਾ, ਫਿਰ ਆਪਣੇ ਇੰਪਲੋਇਮੈਂਟ ਦੀ ਅਪਰਚੁਨਿਟੀਜ਼ ਦਾ। ਤੁਸੀਂ ਜਾ ਕੇ ਵੇਖੋਗੇ, ਮੈਂ ਤਾਂ ਕਈ ਵਾਰੀ 2-3 ਵਾਰੀ ਗਿਆ, ਮੈਨੂੰ ਕਦੇ ਉੱਥੇ ਕੋਈ ਇਹ ਨਹੀਂ ਵੇਖਿਆ ਕਿ ਆਹ ਬੰਦਾ ਜਿਹੜਾ ਸਲਮਸ ਉੱਥੇ ਪਈਆਂ ਨੇ, ਗਰੀਬੀ ਹੈ ਜਿਵੇਂ ਹੈ, ਪਰ ਇਹ ਨਹੀਂ ਗਾ ਵੀ ਬਹੁਤ ਸਲਮਸ ਪਈਆਂ ਨੇ। ਇਸ ਕਰਕੇ ਅੱਜ ਲੋੜ ਹੈ ਇੱਕ ਦੂਜੇ ਤੋਂ ਸਿੱਖਣ ਦੀ, ਇੱਕ ਦੂਜੇ ਨੂੰ ਗਾਲਾਂ ਕੱਢਣ ਦੀ ਨਹੀਂ, ਇੱਕ ਦੂਜੇ ਨੂੰ ਨੀਚਾ ਵਿਖਾਉਣ ਦੀ ਨਹੀਂ, ਇੱਕ ਦੂਜੇ ਦੇ ਤਜਰਬੇ ਤੋਂ ਸਿੱਖਣ ਦੀ। ਉਹ ਤਜਰਬੇ ਤੋਂ ਸਿੱਖ ਕੇ ਆਪਣੇ ਆਪ ਨੂੰ ਅਸੀਂ ਕਿਵੇਂ ਅੱਗੇ ਲਿਜਾਣਾ, ਆਪਣੇ ਆਪ ਨੂੰ ਅਸੀਂ ਕਿਵੇਂ ਚੰਗੀ ਜ਼ਿੰਦਗੀ ਬਣਾਉਣੀ ਹੈ, ਦੇਸ਼ ਨੂੰ ਕਿਵੇਂ ਅੱਗੇ ਲਿਜਾਣਾ, ਅੱਜ ਲੋੜ ਇਸ ਗੱਲ ਦੀ ਹੈ। ਨਾ ਕਿ ਨਫ਼ਰਤ ਫੈਲਾਉਣ ਦੀ, ਬਲਕਿ ਪਿਆਰ ਫੈਲਾਉਣ ਦੀ, ਔਰ ਵੱਧ ਤੋਂ ਵੱਧ ਇੱਕ ਦੂਜੇ ਤੋਂ ਸਿੱਖਣ ਦੀ ਜਿਹੜੀ ਜ਼ਰੂਰਤ ਹੈ। ਉਹ ਸਾਰੇ ਜਿਹੜੀ ਜਗ੍ਹਾ ਦੇ ਉੱਤੇ ਹੈ। ਸਾਡੇ ਇੰਡੀਆ ਦੇ ਵਿੱਚ ਸਾਡੀ ਡੈਮੋਕ੍ਰੇਸੀ ਇੱਕ ਚੀਜ਼ ਹੈ ਜਿਹੜੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇੱਕ ਸਿੱਖਣ ਦੀ ਹੈ, ਜਿਹਦੇ ਵਿੱਚ ਤੁਹਾਡਾ ਸੈਕੂਲਰਿਜ਼ਮ ਜਿਹੜਾ ਬਹੁਤ ਵੱਡੀ ਚੀਜ਼ ਜਿਹੜਾ ਸਾਡੇ ਹੈ, ਸਾਡੀ ਜਿਹੜੀ ਇੱਕ ਲਿਬਰੇਸ਼ਨ ਦੀ ਲੜਾਈ ਦੀ ਹੈ, ਜਿਹੜੀਆਂ ਅੰਗਰੇਜ਼ਾਂ ਦੇ ਖਿਲਾਫ ਬਹੁਤ ਵੱਡੀ ਹਿਸਟਰੀ ਉਹਦੀ ਸਾਡੀ ਸਿੱਖਣ ਦੀ ਹੈ। ਸਾਡੀਆਂ ਕੁਰਬਾਨੀਆਂ ਭਗਤ ਸਿੰਘ ਵਰਗੇ ਨੇ ਸ਼ਹੀਦਾਂ ਨੇ ਜਿਹੜੀਆਂ ਕੀਤੀਆਂ, ਉਹਦੇ ਤੋਂ ਜਿਹੜੀ ਬਹੁਤ ਵੱਡੀ ਇੱਕ ਸਾਡੀ ਇੱਕ ਪ੍ਰੇਰਨਾ ਸਰੋਤ ਅੱਗੇ ਵਾਲੀ ਜਨਰੇਸ਼ਨ ਦੇ ਲਈ
ਉਹ ਚੀਜ਼ਾਂ ਸਾਡੇ ਜਿਹੜੀਆਂ ਉੱਥੇ ਹੈ। ਤੁਹਾਨੂੰ ਦੱਸ ਦੇਵਾਂ ਕਿ ਇਹ ਭਗਤ ਸਿੰਘ ਇਕੱਲਾ ਸਾਡੇ ਪੰਜਾਬ 'ਚ ਨਹੀਂ, ਈਵਨ ਕਿ ਬੰਗਲਾਦੇਸ਼, ਪਾਕਿਸਤਾਨ, ਨੇਪਾਲ ਤੇ ਸ਼੍ਰੀਲੰਕਾ, ਉੱਥੇ ਵੀ ਉਂਝ ਉਨਾ ਹੀ ਪਿਆਰਾ ਸਮਝਿਆ ਜਾਂਦਾ ਜਿੰਨਾ ਸਾਡੇ ਪੰਜਾਬ ਦੇ, ਸਾਡੇ ਪੂਰੇ ਹਿੰਦੁਸਤਾਨ ਦੇ ਵਿੱਚ ਤਾਂ ਹੈ ਹੀ ਹੈ। ਇਸੇ ਤਰ੍ਹਾਂ ਯੂਰਪ ਦੇ ਵਿੱਚ ਵੀ ਜਿਹੜਾ ਵਾ ਉਹ ਕੈਨੇਡਾ ਦੇ ਵਿੱਚ ਵੀ, ਉੱਥੇ ਵੀ ਜਿਹੜਾ ਨਾਂ, ਕਿਉਂਕਿ ਬੜੇ ਪੰਜਾਬੀ ਚਲੇ ਗਏ ਜਿੱਥੇ ਪੰਜਾਬੀ ਜਾਂਦਾ। ਇੱਕ ਦਿਨ ਮੈਨੂੰ ਕੈਨੇਡਾ ਉਹਨਾਂ ਨੇ ਇੱਕ ਸਭਾ ਦੇ ਵਿੱਚ ਬੁਲਾਇਆ। ਮੈਂ ਕਿਹਾ ਵੀ ਵੇਖੋ, ਦੋ ਚੀਜ਼ਾਂ ਜਿਹੜੇ ਪੰਜਾਬੀ ਹੈ ਨਾ, ਉਹ ਜਦੋਂ ਜਾਂਦਾ ਇੰਡੀਆ ਤੋਂ ਉਹ ਲੈ ਕੇ ਆਉਂਦਾ। ਇੱਕ ਤਾਂ ਭਗਤ ਸਿੰਘ ਦੀ ਫੋਟੋ ਉਹਦੇ ਕੋਲ ਹੁੰਦੀ ਹੈ, ਤੇ ਇੱਕ ਉਹ ਜਿਹੜੀ ਆਪਦਾ ਖਾਣਾ ਜਿਹੜਾ ਉਹਦੇ ਖਾਣੇ ਦੀਆਂ ਆਦਤਾਂ, ਇਹ ਦੋ ਚੀਜ਼ਾਂ ਜਿਹੜੀਆਂ ਉਹ ਲੈ ਕੇ ਜਿੱਥੇ ਵੀ ਜਾਂਦਾ ਉੱਥੇ ਆਉਂਦਾ। ਇਸ ਕਰਕੇ ਬਹੁਤ ਵੱਡੀ ਜ਼ਰੂਰਤ ਹੈ ਇਸ ਗੱਲ ਦੀ, ਸਾਰਿਆਂ ਦੇ ਇਕੱਠੇ ਹੋ ਕੇ ਲੜਨ ਦੀ। ਔਰ ਬੜੀਆਂ ਅਮਨ ਦੀਆਂ ਤਾਕਤਾਂ ਬਹੁਤ ਮਜ਼ਬੂਤ ਨੇ, ਬਹੁਤ ਵੱਡੀ ਫੋਰਸ ਹੈ, ਔਰ ਇਹ ਜਿੱਤਣਗੇ ਜੀ। ਬਾਠ ਸਾਹਿਬ, ਤੁਸੀਂ ਸਾਡੇ ਨਾਲ ਇਸ ਚੈਨਲ ਦੇ ਰਾਹੀਂ ਗੱਲ ਕੀਤੀ, ਵਿਸ਼ਵ ਸ਼ਾਂਤੀ ਦੀ, ਪਾਕਿਸਤਾਨ ਦੀ, ਫਲਸਤੀਨ ਦੀ, ਸੀਰੀਆ ਦੀ ਬੜਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਇਹਨਾਂ ਵਿਸ਼ਿਆਂ ਦੇ ਉੱਪਰ ਗੱਲ ਕਰਦੇ ਰਹਾਂਗੇ। ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। बहुत खुशी हुई जी, बहुत। इस वीडियो को लाइक करें, हमारे चैनल को सब्सक्राइब कर बेल आइकन जरूर प्रेस करें हमारी न्यू वीडियो सबसे पहले देखने के लिए।